ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਰੋਜ਼ ਵਾਂਗ ਸੀਨੀਅਰ ਜਰਨਲਿਸਟ ਅਰਜੀਤ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕਰੂੰਗਾ, ਸਰਕਾਰ ਨੂੰ ਥੋੜ੍ਹਾ ਜਿਹਾ ਸਾਹ ਸੌਖਾ ਆਇਆ। ਲੰਘੀ ਸ਼ਾਮ ਜਦੋਂ ਮੁੱਖ ਮੰਤਰੀ ਦਫ਼ਤਰ ਵੱਲੋਂ ਤਿਆਰੀ ਕੀਤੀ ਜਾ ਰਹੀ ਸੀ ਗਵਰਨਰ ਨੂੰ ਪੱਤਰ ਲਿਖਣ ਦੀ ਕਿ ਸਾਡੇ ਬਿੱਲ ਜਨਾਬ ਪਾਸ ਕਰ ਦਿਓ ਹੁਣ, ਤਾਂ ਉਸੇ ਵੇਲੇ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਉਹ ਫੈਸਲਾ ਅਪਲੋਡ ਹੋ ਜਾਂਦਾ ਜਿਹੜਾ ਗਵਰਨਰ ਬਨਾਮ ਮੁੱਖ ਮੰਤਰੀ ਸੁਣਵਾਈ ਹੋਈ ਸੀਗੀ। ਬੜੀ ਦਿਲਚਸਪੀ ਹੈ ਉਹਦੇ ਵਿੱਚ, ਸਾਡੀ ਸਾਰਿਆਂ ਦੀ ਹੋਊਗੀ, ਤੁਸੀਂ ਪੜ੍ਹ ਵੀ ਲਿਆ ਹੋਊਗਾ, ਲੇਕਿਨ 49 ਪੇਜ ਦਾ ਇਹ ਫੈਸਲਾ ਅਹਿਮ ਇਸ ਕਰਕੇ ਆ ਕਿ ਇਹਦੇ 'ਚ ਕਾਫੀ ਚੀਜ਼ਾਂ ਦੀ ਵਿਆਖਿਆ ਹੋਊਗੀ। ਜਿਹੜੇ ਆਮ ਹੀ ਰੌਲੇ ਸੀਗੇ ਕਿ ਵਿਧਾਨ ਸਭਾ ਸੈਸ਼ਨ ਗੈਰ ਕਾਨੂੰਨੀ ਕਿ ਕਾਨੂੰਨੀ, ਉਹਦੀ ਵੀ ਵਿਆਖਿਆ ਹੋਊਗੀ। ਵਿਧਾਨਕਾਰਾਂ ਤੇ ਗਵਰਨਰ ਦੀ ਪਾਵਰ, ਇਹਦੀ ਵੀ ਵਿਆਖਿਆ ਹੋਊਗੀ। ਸਰਕਾਰ ਕਾਫੀ ਉੱਪਰ ਹੱਥ ਰੱਖਦੀ ਹੈ ਕਿ ਹੁਣ ਜਿਹੜੇ ਬਿੱਲ 5 ਬਿੱਲ ਫਸੇ ਹੋਏ ਆ ਇਹ ਗਵਰਨਰ ਪਾਸ ਕਰਨਗੇ। ਬਿੱਲ ਕਦੋਂ ਤੱਕ ਰੱਖੇ ਜਾ ਸਕਦੇ ਇਹਦੀ ਵੀ ਵਿਆਖਿਆ ਹੋਗੀ। ਬਿੱਲਾਂ ਤੇ ਗਵਰਨਰ ਕਿਉਂ ਬੈਠੇ ਰਹਿਣ ਇਹਦੀ ਵੀ ਵਿਆਖਿਆ ਹੋਈ। ਆਪਾਂ ਲੈਂਦੇ ਆ ਇਹ ਸਾਰੀਆਂ ਗੱਲਾਂ ਇੰਦਰਪ੍ਰੀਤ ਜੀ ਤੋਂ, ਇਹਨਾਂ ਨੇ ਵਿਸਥਾਰ ਤੋਂ ਫੈਸਲਾ ਪੜ੍ਹਿਆ। ਦੂਜੀ ਗੱਲ ਆਪਾਂ ਭਾਸਕਰ ਸਾਹਿਬ ਤੋਂ ਸਮਝਾਂਗੇ ਕਿ ਹੁਣ ਜਦੋਂ ਗਵਰਨਰ ਨੂੰ ਬਿੱਲ ਪਾਸ ਕਰਨੇ ਨੇ ਤਾਂ ਕਿਹੜੇ ਬਿੱਲ ਉਹ ਪਾਸ ਕਰਨ ਦੀ ਸਥਿਤੀ 'ਚ ਨੇ। 5 ਦੇ ਵਿੱਚੋਂ 2 ਬਿੱਲ ਤਾਂ ਪਾਸ ਹੋ ਜਾਣਗੇ, ਲੇਕਿਨ 3 ਬਿੱਲ ਜਿਹੜੇ, ਇੱਕ ਸਿੱਖ ਗੁਰਦੁਆਰਾ ਐਕਟ ਨਾਲ ਜੁੜਿਆ ਗੁਰਬਾਣੀ ਪ੍ਰਸਾਰਨ ਵਾਲਾ, ਦੂਜਾ ਮਾਮਲਾ ਚਾਂਸਲਰ ਵਜੋਂ ਮੁੱਖ ਮੰਤਰੀ ਨੂੰ ਲਾਉਣ ਦਾ ਮਾਮਲਾ ਸਟੇਟ ਯੂਨੀਵਰਸਿਟੀਜ਼ ਦੇ ਵਿੱਚ, ਤੇ ਤੀਜਾ ਮਾਮਲਾ ਡੀਜੀਪੀ ਲਾਉਣ ਲਈ ਕਮੇਟੀ ਗਠਨ ਕਰਨ ਦਾ। ਯੂਪੀਐਸਸੀ ਦੀ ਬਜਾਏ ਸਟੇਟ ਦੀ ਇੱਕ ਪਾਵਰਫੁਲ ਕਮੇਟੀ ਫੈਸਲਾ ਕਰੇ। ਇਹਨਾਂ ਤਿੰਨਾਂ ਮਾਮਲਿਆਂ ਦੀ ਵਿਆਖਿਆ, ਇਹ ਕੀ ਗਵਰਨਰ ਅੱਗੇ ਭੇਜਣਗੇ, ਵਾਪਸ ਕਰਨਗੇ ਜਾਂ ਪਾਸ ਕਰ ਦੇਣਗੇ, ਇਹਦੀ ਹੁਣ ਤੱਕ ਦੀ ਹਿਸਟਰੀ, ਇਹਦੇ ਨਾਲ ਜੁੜੇ ਤੱਥ ਤੁਹਾਨੂੰ ਭਾਸਕਰ ਸਾਹਿਬ ਦੱਸਣਗੇ। ਅਸੀਂ ਇੱਕ ਦਿਨ ਪਹਿਲਾਂ ਹੀ ਇਹ ਜ਼ਿਕਰ ਕੀਤਾ ਸੀਗਾ ਕਿ ਕਿਤੇ ਮੁੱਖ ਮੰਤਰੀ ਸਾਹਿਬ ਹੁਣ ਕੈਪਟਨ ਅਮਰਿੰਦਰ ਸਿੰਘ ਵਾਲਾ ਰਿਕਾਰਡ ਨਾ ਤੋੜ ਦੇਣ, ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲਣ ਦੇ ਮਾਮਲੇ 'ਚ ਘੇਸਲ ਵੱਟਣ ਦਾ। ਮੁੱਖ ਮੰਤਰੀ ਆਮ ਤੌਰ ਤੇ ਮਿਲ ਨਹੀਂ ਸੀ ਰਹੇ ਤੇ ਅਸੀਂ ਇਹ ਜ਼ਿਕਰ ਕੀਤਾ ਸੀ। ਅੱਜ ਮੁੱਖ ਮੰਤਰੀ ਸਾਹਿਬ ਨੇ ਮੰਤਰੀ ਤੇ ਐਮਐਲਏ ਸੱਦ ਲਿਆ, ਮੀਟਿੰਗ ਤੈਅ, ਅੱਜ ਉਹਨਾਂ ਨੂੰ ਲੰਚ ਦਿੱਤਾ ਜਾਣਾ। ਸੋ ਕੈਪਟਨ ਅਮਰਿੰਦਰ ਵੇਲੇ ਉਹ ਲੰਚ ਡਿਨਰ ਡਿਪਲੋਮੇਸੀ ਦਾ ਜ਼ਿਕਰ ਹੁੰਦਾ ਰਿਹਾ। ਆਮ ਤੌਰ ਤੇ ਮੰਨਿਆ ਜਾਂਦਾ ਸੀ ਕਿ ਉਦੋਂ ਮੰਤਰੀ ਤੇ ਵਿਧਾਇਕ ਚਾਹੁੰਦੇ ਹੁੰਦੇ ਸੀ ਵੀ ਰਾਤ ਦਾ ਹੀ ਖਾਣਾ ਰੱਖੋ ਜੀ, ਤੇ ਨਾਲ ਗਾਉਣ ਵਜਾਉਣ ਵੀ ਰੱਖੋ। ਅੱਗੇ ਚੱਲਦੇ ਆ। ਅੱਜ ਆਈਜੀ ਜਸਕਰਨ ਸਿੰਘ, ਜਿਹੜੇ ਕਿ ਸੰਕਟ ਮੋਚਕ ਵਜੋਂ ਪਿਛਲੇ ਕਈ ਸਮਿਆਂ ਤੇ ਪ੍ਰਗਟ ਹੁੰਦੇ ਰਹੇ ਆ ਸਰਕਾਰ ਵੱਲੋਂ, ਇੰਟੈਲੀਜੈਂਸ ਵੀ ਦੇਖਦੇ ਆ ਨਾਲ, ਉਹਨਾਂ ਦੀ ਡਿਊਟੀ ਲੱਗ ਗਈ ਆ ਕਿ ਜਲੰਧਰ ਦੇ ਵਿੱਚ ਧਰਨਾ ਖਲਵਾਓ। ਇਹਦੇ ਉੱਤੇ ਇੰਦਰਪ੍ਰੀਤ ਜੀ ਸਾਨੂੰ ਸਮਝ ਦੇਣਗੇ। ਤੇ ਨਾਲ ਦੀ ਨਾਲ ਹੀ ਜਿਹੜਾ 26, 27, 28 ਨੂੰ ਚੰਡੀਗੜ੍ਹ ਦੇ ਵਿੱਚ ਇੱਕ ਵਿਸ਼ਾਲ ਧਰਨੇ ਦਾ ਜ਼ਿਕਰ ਹੈ, ਅੰਦੋਲਨ ਦਾ ਜ਼ਿਕਰ ਹੈ, ਪਿੰਡ ਪੱਧਰ ਤੇ ਤਿਆਰੀਆਂ ਹੋ ਰਹੀਆਂ। ਔਰ ਸਭ ਤੋਂ ਸੰਕਟਮਈ ਸਥਿਤੀ ਹੈ ਕਿ ਜੇ ਸਟੇਟ ਕਿਤੇ ਵੀ ਰੋਕੇ ਤਾਂ ਉੱਤੋਂ ਲੈ ਕੇ ਥੱਲੇ ਤੱਕ ਕਿਸਾਨ ਜਥੇਬੰਦੀਆਂ ਦਾ ਇੱਕ ਕਾਲ ਹੈ, ਅਪੀਲ ਹੈ ਕਿ ਉੱਥੇ ਹੀ ਬਹਿ ਜਾਓ, ਸਾਰੀ ਸਟੇਟ ਜਾਮ ਕਰ ਦਿਓ। ਮੇਰੇ ਵਰਗੇ, ਤੁਹਾਡੇ ਵਰਗੇ ਆਮ ਲੋਕ ਨਿਕਲਣਾ ਚਾਹਣ ਤੇ ਕਿੱਧਰ ਨਿਕਲ ਸਕਣਗੇ। ਇੱਥੇ ਜਾਂਦੇ ਆ। ਅਗਲੀ ਖਬਰ, ਸਰਕਾਰੀ ਹਸਪਤਾਲਾਂ ਦੇ ਵਿੱਚ ਹੁਣ ਪ੍ਰਾਈਵੇਟ ਤੌਰ ਤੇ ਵੀ ਡਾਕਟਰ ਪ੍ਰੈਕਟਿਸ ਕਰ ਸਕਣਗੇ ਕਿ ਡਾਕਟਰ ਬਲਬੀਰ ਸਿੰਘ ਐਸੀ ਕੋਈ ਸਕੀਮ ਲੈ ਕੇ ਆ ਰਿਹਾ। ਔਰ ਪੰਜਾਬ ਦੇ ਥਰਮਲ ਪਲਾਂਟਾਂ ਦੇ ਵਿੱਚ ਪੰਜਾਬ ਦੀ ਪਰਾਲੀ ਜਲਿਆ ਕਰੂਗੀ, ਐਸੀ ਵੀ ਕੋਈ ਖਬਰ ਆ। ਤੇ ਇਸ ਤੋਂ ਬਾਅਦ ਆਪਾਂ ਨੈਸ਼ਨਲ 'ਚ ਜਾਵਾਂਗੇ ਜਿੱਥੇ ਡੀਲਿਮਿਟੇਸ਼ਨ ਦਾ ਜ਼ਿਕਰ ਹੈ। ਕੋਈ ਸਾਡੀਆਂ ਵੀ ਸੀਟਾਂ ਇੱਧਰੋਂ ਉੱਧਰ ਹੋਣਗੀਆਂ, ਜਿਹੜੀਆਂ ਰਿਜ਼ਰਵ ਸੀਟਾਂ ਨੇ ਉਹ ਜਨਰਲ ਹੋ ਜਾਣਗੀਆਂ ਜਾਂ ਬਾਕੀ ਕੋਈ ਰਿਜ਼ਰਵ ਵੀ ਹੋ ਜਾਣਗੀਆਂ। ਹੋਰ ਸਾਰੇ ਮਾਮਲੇ ਤੇ ਚੱਲਦੇ ਆ। ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ ਸਾਂਝ ਪਵਾਓ, ਸੁਪਰੀਮ ਕੋਰਟ 'ਚ ਜਿਹੜੀ ਗਵਰਨਰ ਬਨਾਮ ਮੁੱਖ ਮੰਤਰੀ ਸੁਣਵਾਈ ਹੋਈ ਸੀ, ਉਹਦਾ ਮੁਕੰਮਲ ਫੈਸਲਾ ਲੰਘੇ ਦਿਨ ਆ ਗਿਆ। ਤੁਸੀਂ ਉਹ ਪੜ੍ਹਿਆ ਹੋਇਆ, ਇਹਦੇ ਵਿੱਚ ਸੁਪਰੀਮ ਕੋਰਟ ਨੇ ਸਥਿਤੀ ਸਾਫ਼ ਕਿਵੇਂ ਕੀਤੀ, ਉਹ ਸਮਝਾਓ ਸਾਨੂੰ। ਰੰਧਾਵਾ ਸਾਹਿਬ, ਦੇਖੋ ਪਿਛਲੇ ਕਈ ਦਿਨਾਂ ਤੋਂ ਇਹ ਚੱਲ ਰਿਹਾ ਇਸ਼ੂ ਗਵਰਨਰ ਵਰਸਸ ਮੁੱਖ ਮੰਤਰੀ। ਇਹ ਇਕੱਲਾ ਪੰਜਾਬ ਦਾ ਨਹੀਂ ਹੈ, ਤਮਿਲਨਾਡੂ ਔਰ ਕੇਰਲ ਦਾ ਵੀ ਹੈਗਾ। ਤਿੰਨੋਂ ਕੇਸ ਲੱਗੇ ਹੋਏ ਨੇ। ਤੇ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਉਹ ਉਸੇ ਸੰਦਰਭ 'ਚ ਦੇਖਣਾ ਚਾਹੀਦਾ ਹੈ। ਵੈਸੇ ਤਾਂ ਸਾਰਿਆਂ ਦੇ ਫੈਸਲੇ ਉਹਨਾਂ ਨੇ ਅਲੱਗ-ਅਲੱਗ ਤੌਰ ਤੇ ਦਿੱਤੇ ਹੋਏ ਨੇ, ਪਰ ਪੰਜਾਬ ਦਾ ਮਾਮਲਾ ਇਸ ਕਰਕੇ ਥੋੜਾ ਜਿਹਾ ਉਹਨਾਂ ਸਟੇਟਾਂ ਨਾਲੋਂ ਵੱਖਰਾ ਹੈ। ਇਸ ਕਰਕੇ ਹੈ ਕਿ ਪੰਜਾਬ ਦੇ ਵਿੱਚ ਗਵਰਨਰ ਸਾਹਿਬ ਇਹ ਕਹਿ ਰਹੇ ਸੀ ਵੀ ਤੁਹਾਡਾ ਵਿਧਾਨ ਸਭਾ ਦਾ ਸੈਸ਼ਨ ਹੀ ਜਿਹੜਾ ਹੈ ਉਹ ਇਲੀਗਲ ਹੈ, ਉਹ ਅਸੰਵਿਧਾਨਿਕ ਹੈ। ਇਸ ਕਰਕੇ ਸਾਡਾ ਮਾਮਲਾ ਕੇਰਲ ਤੇ ਤਮਿਲਨਾਡੂ ਨਾਲੋਂ ਬਿਲਕੁਲ ਵੱਖਰਾ ਹੈ। ਤਮਿਲਨਾਡੂ ਦੇ ਵਿੱਚ ਗਵਰਨਰ ਸਾਹਿਬ ਨੇ ਇਹ ਨਹੀਂ ਕਿਹਾ ਹੈਗਾ। ਤਮਿਲਨਾਡੂ ਦੇ ਵਿੱਚ ਸਿੰਪਲ ਇਹ ਸੀ ਕਿ ਉਹਨਾਂ ਨੇ ਉਹਨਾਂ ਦੇ ਬਿੱਲ ਰੋਕੇ ਹੋਏ ਸੀ। ਸਾਡੇ 'ਚ ਇਹ ਸੀ ਵੀ ਉਹਨਾਂ ਨੇ ਕਿਹਾ ਵੀ ਤੁਹਾਡਾ ਅਸੰਵਿਧਾਨਿਕ ਹੈ, ਇਸ ਲਈ ਜਿਹੜਾ ਉਸ 'ਚ ਕੰਮ ਕੀਤਾ ਗਿਆ ਉਹ ਵੀ ਅਸੰਵਿਧਾਨਿਕ ਹੈ। ਇਸ ਕਰਕੇ ਬਿੱਲ ਪਾਸ ਨਹੀਂ ਕੀਤੇ ਜਾ ਸਕਦੇ ਕਿਉਂਕਿ ਤੁਸੀਂ ਪ੍ਰੋਰੋਗ ਨਹੀਂ ਕਰ ਰਹੇ ਸੈਸ਼ਨ ਨੂੰ। ਸੋ ਇਹ ਥੋੜਾ ਜਿਹਾ ਸੀ। ਇਹਦੇ 'ਚ ਸੁਪਰੀਮ ਕੋਰਟ ਨੇ ਬਹੁਤ ਕੈਟੇਗੋਰਿਕਲੀ ਕਿਹਾ, 45 ਨੰਬਰ ਪੈਰਾ ਹੈ ਉਹਦੇ 'ਚ ਬਹੁਤ ਡਿਟੇਲ ਦਿੱਤੀ ਹੈ। ਉਹਨਾਂ ਨੇ ਸਪਸ਼ਟ ਲਫ਼ਜ਼ਾਂ 'ਚ ਕਿਹਾ
ਕਿ ਜਿਹੜਾ ਜੂਨ ਮਹੀਨੇ ਦੇ ਵਿੱਚ ਬੁਲਾਇਆ ਹੋਇਆ ਸੈਸ਼ਨ ਸੀ ਜਿਹਦੇ ਵਿੱਚ ਚਾਰੋਂ ਬਿੱਲ ਪਾਸ ਹੋਏ ਨੇ ਉਹ ਵੈਧ ਹੈ, ਉਹ ਸੰਵਿਧਾਨਿਕ ਹੈ। ਉਹਦੇ ਸਾਨੂੰ ਅਸੰਵਿਧਾਨਿਕ ਕਹਿਣ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਸਾਡੇ ਕੋਲ ਸੰਦੇਹ ਕਰਨ ਲਈ ਕੁਝ ਹੈ ਨਹੀਂ ਹੈ, ਇਸ ਕਰਕੇ ਉਹ ਸੰਵਿਧਾਨਿਕ ਹੈ ਤੇ ਉਹਦੇ 'ਚ ਜਿਹੜਾ ਕੰਮਕਾਜ ਵੀ ਕੀਤਾ ਗਿਆ ਉਹ ਸੰਵਿਧਾਨਿਕ ਹੀ ਹੈ। ਹੁਣ ਉਹਦੇ 'ਚ 4 ਬਿੱਲ ਇੰਪੋਰਟੈਂਟਲੀ ਜਿਹੜੇ ਪਾਸ ਹੋਏ ਨੇ ਸਾਡੇ ਲਈ ਅਹਿਮ ਉਹ ਨੇ। ਉਹਨਾਂ ਚੋਂ ਜਿਹੜਾ ਗੁਰਦੁਆਰਾ ਐਕਟ ਵਾਲਾ ਬਿੱਲ ਹੈਗਾ, ਡੀਜੀਪੀ ਦੀ ਨਿਯੁਕਤੀ ਹੈ, ਵਾਈਸ ਚਾਂਸਲਰ ਯੂਨੀਵਰਸਿਟੀ ਦੀ ਜਗ੍ਹਾ ਤੇ ਯੂਨੀਵਰਸਿਟੀ ਦੇ ਵਿੱਚ ਚਾਂਸਲਰ ਜਿਹੜੇ ਹੈਗੇ ਨੇ ਉਹ ਗਵਰਨਰ ਦੀ ਜਗ੍ਹਾ ਤੇ ਮੁੱਖ ਮੰਤਰੀ ਹੋਣਗੇ। ਇਹ 3 ਇੰਪੋਰਟੈਂਟ ਬਿੱਲ ਨੇ। ਇਹ ਭਾਸਕਰ ਸਾਹਿਬ ਹੁਣੀ ਤੁਹਾਨੂੰ ਅੱਗੇ ਦੀ ਵਿਆਖਿਆ ਦੇ ਦੇਣਗੇ ਕਿ ਕੀ ਹੈਗੇ, ਮੈਂ ਇਹਨਾਂ 'ਚ ਨਹੀਂ ਜਾਣਾ ਚਾਹੁੰਦਾ। ਪਰ ਹੁਣ ਜਿਹੜੀ ਇਸ ਫੈਸਲੇ ਤੋਂ ਬਾਅਦ ਹੁਣ ਸਥਿਤੀ ਇਹ ਆ ਗਈ ਹੈ ਕਿ ਗਵਰਨਰ ਨੂੰ ਇਹਨਾਂ 3-4 ਬਿੱਲਾਂ ਦੇ ਉੱਤੇ ਕੋਈ ਨਾ ਕੋਈ ਫੈਸਲਾ ਲੈਣਾ ਹੀ ਪਏਗਾ। ਇਹਦਾ ਮਤਲਬ ਇਹ ਨਹੀਂ ਹੈ ਕਿ ਗਵਰਨਰ ਇਹਨੂੰ ਪਾਸ ਹੀ ਕਰ ਦੇਣਗੇ, ਉਹਦਾ ਮਤਲਬ ਇਹ ਹੈ ਕਿ ਉਹਦੇ ਤੇ ਕੋਈ ਫੈਸਲਾ ਲੈਣਾ ਪਏਗਾ। ਉਹਨਾਂ ਕੋਲ 3 ਆਪਸ਼ਨਸ ਹੈਗੀਆਂ ਨੇ, ਜਾਂ ਤਾਂ ਇਹਨਾਂ ਨੂੰ ਪਾਸ ਕਰ ਦੇਣ, ਜਾਂ ਵਾਪਿਸ ਕਰ ਦੇਣ, ਰੱਦ ਕਰਕੇ ਵਾਪਿਸ ਕਰ ਦੇਣ ਵੀ ਤੁਸੀਂ ਇਹਨੂੰ ਪੁਨਰ ਵਿਚਾਰ ਕਰੋ ਇਹਨਾਂ ਦੇ ਉੱਤੇ, ਤੇ ਜਾਂ ਫਿਰ ਰਾਸ਼ਟਰਪਤੀ ਦੀ ਉਹਦੇ ਲਈ ਭੇਜ ਦੇਣ ਮੁਹਿੰਮ ਉਹਦੇ ਅੱਗੇ ਅਸਾਈਨਮੈਂਟ ਵਾਸਤੇ। ਸੋ ਇਹ 3 ਆਪਸ਼ਨਸ ਉਹਨਾਂ ਕੋਲੇ ਹੈਗੀਆਂ ਨੇ। ਇੱਕ ਤਾਂ ਇਹ ਸੁਪਰੀਮ ਕੋਰਟ ਦੇ ਫੈਸਲੇ 'ਚ ਬੜਾ ਵੱਡਾ ਨੁਕਤਾ ਸੀ। ਦੂਜਾ ਜਿਹੜਾ ਨੁਕਤਾ ਹੈਗਾ ਉਹ ਦੂਜੀਆਂ ਸਟੇਟਾਂ ਨਾਲ ਵੀ ਹੈ ਕਿ ਕੀ ਗਵਰਨਰ ਜਿਹੜੇ ਹੈਗੇ ਨੇ ਉਹ ਅਣਮਿੱਥੇ ਸਮੇਂ ਲਈ ਬੈਠ ਸਕਦੇ ਬਿੱਲਾਂ ਦੇ ਉੱਤੇ। ਇਸ ਦੇ ਉੱਤੇ ਵੀ ਸੁਪਰੀਮ ਕੋਰਟ ਨੇ ਕਾਫੀ ਸਖਤ ਸ਼ਬਦਾਂ 'ਚ ਕਿਹਾ ਵੀ ਤੁਸੀਂ ਚੁਣੇ ਹੋਏ ਨੁਮਾਇੰਦੇ ਨਹੀਂ ਹੋ ਕਿ ਤੁਸੀਂ ਜੋ ਵੀ ਬਿੱਲ ਪਾਸ ਕੀਤਾ ਹੈ ਤੇ ਉਹਦੇ ਉੱਤੇ ਬੈਠ ਜਾਓ ਟਿਕ ਕੇ। ਉਹਨਾਂ ਨੇ ਕਿਹਾ ਵੀ ਆਰਟੀਕਲ 200 ਦੇ ਵਿੱਚ ਜਿਹੜਾ ਹੈਗਾ ਉਹਦੇ 'ਚ ਤੁਹਾਨੂੰ ਪਾਵਰਸ ਹੈਗੀਆਂ ਨੇ ਬਿੱਲ ਦੇ ਉੱਤੇ ਫੈਸਲਾ ਲੈਣ ਦੀਆਂ, ਪਰ ਉਚਿਤ ਸਮੇਂ ਦੇ ਵਿੱਚ ਫੈਸਲਾ ਲੈਣਾ ਹੈ। ਤਾਂ ਉਚਿਤ ਸਮਾਂ ਹਫਤਾ, 10 ਦਿਨ, 15 ਦਿਨ ਦਾ ਹੋ ਸਕਦਾ ਹੈ। ਕੋਈ ਟੈਕਨੀਕਲ ਇਸ਼ੂ ਹੈਗਾ ਤਾਂ ਤੁਸੀਂ ਥੋੜਾ ਜਿਹਾ 5-10 ਦਿਨ ਹੋਰ ਲਗਾ ਲਓ, ਲੇਕਿਨ ਇਹ ਨਹੀਂ ਹੈ ਕਿ ਤੁਸੀਂ 2-2 ਸਾਲ ਬੈਠੇ ਹੀ ਰਹੋ ਤੇ ਉਹਨਾਂ ਨੂੰ ਪਾਸ ਹੀ ਨਾ ਕਰੋ। ਸੋ ਇਹ ਜਿਹੜਾ ਇੱਕ ਹੈਗਾ, ਇਹ ਮੈਨੂੰ ਲੱਗਦਾ ਕਿ ਹੁਣ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਇਹ ਤਕਰੀਬਨ ਸਾਰੀਆਂ ਸਟੇਟਾਂ ਦੇ ਉੱਤੇ ਲਾਗੂ ਹੋਊਗਾ, ਕਿਉਂਕਿ ਅਸੀਂ ਬਾਰ-ਬਾਰ ਲਗਾਤਾਰ ਇਹ ਗੱਲ ਕਰ ਰਹੇ ਸੀ 12-13 ਸਟੇਟਾਂ ਇਦਾਂ ਦੀਆਂ ਹੈਗੀਆਂ ਨੇ ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ, ਉੱਥੇ ਗਵਰਨਰ ਜਿਹੜੇ ਨੇ ਡੇ ਟੂ ਡੇ ਫੰਕਸ਼ਨਿੰਗ ਦੇ ਵਿੱਚ ਹਸਤਕਸ਼ੇਪ ਕਰਦੇ ਆ। ਤਾਂ ਮੈਨੂੰ ਲੱਗਦਾ ਕਿ ਜਿਹੜਾ ਇਹ ਫੈਸਲਾ ਹੈ ਇਹ ਉਸ ਚੀਜ਼ ਨੂੰ ਰੋਕਣ 'ਚ ਇੱਕ ਮੀਲ ਪੱਥਰ ਸਾਬਿਤ ਹੋਏਗਾ। ਸੋ ਇਹ 2-3 ਹੀ ਕਿਉਂਕਿ ਇਸ਼ੂ ਸੀਗੇ, ਉਹਦੇ ਬਾਕੀ ਤਾਂ ਉਹਦੇ ਵਿੱਚ ਸਾਰੀ ਬਹੁਤੀ ਵਿਆਖਿਆ ਹੀ ਹੈ ਕਿ ਸਰਕਾਰ ਨੇ ਕੀ ਕਿਹਾ ਸੀ ਤੇ ਗਵਰਨਰ ਸਾਹਿਬ ਵੱਲੋਂ ਕੀ ਕਿਹਾ ਗਿਆ, ਇਹ ਸਾਰੀ ਉਹਦੀ ਵਿਆਖਿਆ। ਲੇਕਿਨ 2 ਜਿਹੜੇ ਇੰਪੋਰਟੈਂਟ ਇਸ਼ੂ ਸੀਗੇ ਉਹ ਸੁਪਰੀਮ ਕੋਰਟ ਨੇ ਬਹੁਤ ਕੈਟੇਗੋਰਿਕਲੀ ਮਨਾ ਕਰਤੇ ਹੈ ਕਿ ਨਾ ਤਾਂ ਤੁਹਾਨੂੰ ਗਵਰਨਰ ਸਾਹਿਬ ਨੂੰ ਉਸ ਤੇ ਬੈਠਣ ਦਾ ਅਧਿਕਾਰ ਹੈ, ਤੇ ਜਿਹੜੇ ਬੰਦੇ ਚੁਣੇ ਹੋਏ ਹੈਗੇ ਨੇ ਉਹ ਚਾਹੇ ਜਿਸ ਤਰ੍ਹਾਂ ਵੀ ਚੁਣ ਕੇ ਆਪਣਾ ਕਾਨੂੰਨ ਪਾਸ ਕਰ ਲੈਣ, ਉਹਨਾਂ ਨੂੰ ਪਾਸ ਕਰਨਾ ਜਾਂ ਉਸ ਤੇ ਕੋਈ ਫੈਸਲਾ ਲੈਣਾ, ਜੋ ਵੀ ਤੁਸੀਂ ਫੈਸਲਾ ਲੈਣਾ ਹੈ ਉਹ ਤੁਹਾਨੂੰ ਕਰਨਾ ਹੀ ਪਏਗਾ। ਭਾਸਕਰ ਸਾਹਿਬ, ਨੰਬਰ 1 ਤਾਂ ਇਹ ਕਿ ਚੁਣੇ ਹੋਏ ਵਿਧਾਇਕਾਂ ਦੀ ਤਾਕਤ ਨੂੰ ਇੱਕ ਵਾਰੀ ਫਿਰ ਅੰਡੋਸ ਕੀਤਾ ਹੈ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਨੇ ਕਿ ਗਵਰਨਰ ਕੋਈ ਵੁਕਤ ਨਹੀਂ ਰੱਖਦੇ, ਉਹਨਾਂ ਦੇ ਕੰਮਕਾਜ 'ਚ ਦਖਲ ਨਹੀਂ ਦੇ ਸਕਦੇ ਉਸ ਨਜ਼ਰੀਏ ਤੋਂ। ਅਦਰਵਾਈਜ਼ ਤਾਂ ਗਵਰਨਰ ਵੀ ਸੰਵਿਧਾਨਕ ਪੋਸਟ ਹੈ, ਪਰ ਜਿਹੜੇ ਚੁਣੇ ਹੋਏ ਵਿਧਾਇਕ ਆ ਉਹ ਪਾਵਰਫੁਲ ਆ ਅਸੈਂਬਲੀ ਦੇ ਨਜ਼ਰੀਏ ਤੋਂ, ਬਿੱਲ ਬਣਾਉਣ ਦੇ ਨਜ਼ਰੀਏ ਤੋਂ। ਦੂਜੀ ਗੱਲ, ਹੁਣ ਜਦੋਂ ਗਵਰਨਰ ਕੋਲ ਕੋਈ ਦੂਜਾ ਰਸਤਾ ਨਹੀਂ ਬਚਿਆ, ਉਹਨਾਂ ਨੂੰ ਬਿੱਲ ਹਰ ਹਾਲ ਦੇ ਵਿੱਚ ਜਾਂ ਅੱਗੇ ਜਾਂ ਪਿੱਛੇ ਭੇਜਣੇ ਪੈਣਗੇ ਜਾਂ ਪਾਸ ਕਰਨੇ ਪੈਣਗੇ। ਤਾਂ ਹੁਣ ਸਾਡਾ ਜਿਹੜਾ ਸਬਜੈਕਟ ਆ ਉਹ ਇਹ ਹੈ ਕਿ ਜਿਹੜੇ ਬਿੱਲ ਉਹਨਾਂ ਕੋਲ ਪਏ ਆ ਉਹਨਾਂ ਬਿੱਲਾਂ ਦੀ ਨੇਚਰ ਕੀ ਆ। ਹੁਣ ਇਹਦੇ ਉੱਤੇ ਜਦੋਂ ਸਭ ਤੋਂ ਪਹਿਲਾਂ ਸਭ ਤੋਂ ਚਰਚਿਤ ਬਿੱਲ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਇੱਕ ਨਵੀਂ ਮੱਦ ਜੋੜੀ ਗਈ, ਇਹਨੂੰ ਅਮੈਂਡਮੈਂਟ ਹੀ ਕਵਾਂਗੇ ਤੁਹਾਡੇ ਸ਼ਬਦਾਂ ਅਨੁਸਾਰ, ਜਿਹੜੀ ਮੱਦ ਜੋੜੀ ਗਈ ਆ ਕਿ ਗੁਰਬਾਣੀ ਪ੍ਰਸਾਰਨ ਸ਼੍ਰੋਮਣੀ ਕਮੇਟੀ ਆਪ ਕਰੇ। ਹੁਣ ਇਹ ਐਕਟ 1925 ਦਾ ਪੰਜਾਬ ਅਸੈਂਬਲੀ ਦਾ ਬਣਿਆ ਦੇਸ਼ ਦੀ ਵੰਡ ਤੋਂ ਪਹਿਲਾਂ, ਤੇ 1925 ਵਾਲਾ ਐਕਟ ਐਜ ਇਟ ਇਜ਼ ਥੋੜੇ ਬਹੁਤੇ ਚੇਂਜਸ ਨਾਲ ਇਹਨੂੰ ਪਾਰਲੀਮੈਂਟ ਨੇ ਅਡਾਪਟ ਕਰ ਲਿਆ। ਹੁਣ ਇਹ ਪਾਰਲੀਮੈਂਟ ਦਾ ਹੈ, ਤੇ ਪਾਰਲੀਮੈਂਟ ਦੇ ਕਿਸੇ ਕਾਨੂੰਨ ਨੂੰ ਤੁਸੀਂ ਅਸੈਂਬਲੀ ਦੇ ਵਿੱਚ ਜਦੋਂ ਅਮੈਂਡ ਕਰ ਰਹੇ ਹੋ, ਅੱਗੇ ਵਧਾ ਰਹੇ ਹੋ, ਤਾਂ ਕੀ ਇਹ ਮਾਮਲਾ ਪਾਰਲੀਮੈਂਟ ਦੇ ਅਖਤਿਆਰਾਤ ਦੇ ਨਜ਼ਰੀਏ ਤੋਂ ਫਿਰ ਇੱਕ ਪੰਗੇ ਵਾਲਾ ਤਾਂ ਨਹੀਂ? ਗਵਰਨਰ ਇਹਨੂੰ ਸਿੱਧਿਆਂ ਸਾਫ਼, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਮੰਗ ਕੀਤੀ ਹੋਈ ਇਹਨੂੰ ਪਾਸ ਨਾ ਕਰਿਓ, ਅਕਾਲੀ ਦਲ ਨੇ ਮੰਗ ਕੀਤੀ ਹੋਈ ਇਹਨੂੰ ਪਾਸ ਨਾ ਕਰਿਓ, ਸੋ ਗਵਰਨਰ ਕੋਲ ਇਹਦੇ ਤੇ ਕੀ ਰਸਤਾ ਬਚਦਾ? ਨੰਬਰ 1, ਹਾਲਾਂਕਿ ਹਰਿਆਣੇ ਕਮੇਟੀ ਨੂੰ ਬਣਾਉਣ ਲੱਗਿਆ ਇਹੋ ਜਿਹਾ ਹੀ ਮਾਮਲਾ ਹਰਿਆਣਾ ਵਿਧਾਨ ਸਭਾ ਐਡਰੈਸ ਕਰ ਚੁੱਕੀ ਹੈ, ਜਿਹਨੂੰ
ਪੂਰੀ ਤਰ੍ਹਾਂ ਕਾਨੂੰਨੀ ਮਾਨਤਾ ਦਿੱਤੀ ਆ ਸੁਪਰੀਮ ਕੋਰਟ ਨੇ, ਲੇਕਿਨ ਉਸ ਵੇਲੇ ਨੁਕਤਾ ਹੈ ਕਿ ਉਦੋਂ ਕੇਂਦਰ ਸਰਕਾਰ ਚੁੱਪ ਰਹੀ। ਉਸ ਵੇਲੇ ਕੇਂਦਰ ਸਰਕਾਰ ਚੁੱਪ ਰਹੀ, ਉਹਨੇ ਇੱਕ ਲਫ਼ਜ਼ ਨਹੀਂ ਬੋਲਿਆ ਕਿ ਪਾਰਲੀਮੈਂਟ ਦੇ ਅਧਿਕਾਰ ਖੇਤਰ ਦਾ ਇਹ ਮਾਮਲਾ, ਇਹਨੂੰ ਤੁਸੀਂ ਸਾਨੂੰ ਵੀ ਸੁਣੋ। ਸੋ ਇਹ ਗੱਲ ਨੂੰ ਥੋੜੀ ਵਿਆਖਿਆ ਚ ਲਿਆਓ। ਦੂਜੀ ਗੱਲ ਹੈਗੀ ਹੈ ਕਿ ਚਾਂਸਲਰ ਕੀ ਕੋਈ ਸੰਵਿਧਾਨਕ ਤੌਰ ਦੇ ਉੱਤੇ ਸਟੇਟ ਯੂਨੀਵਰਸਿਟੀ ਦਾ ਚਾਂਸਲਰ ਗਵਰਨਰ ਹੀ ਹੋਣਾ ਚਾਹੀਦਾ? ਹਾਲਾਂਕਿ ਇਸ ਮਾਮਲੇ ਦੇ ਵਿੱਚ ਜਿਹੜੀਆਂ ਸੈਂਟਰਲ ਯੂਨੀਵਰਸਿਟੀਆਂ ਬਣੀਆਂ, ਸਰਦਾਰਾ ਸਿੰਘ ਜੌਲ ਸੈਂਟਰਲ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਲੱਗੇ ਰਹੇ, ਤੁਹਾਨੂੰ ਯਾਦ ਹੋਣਾ। ਇਸੇ ਤਰ੍ਹਾਂ ਬੇਦੀ ਸਾਹਿਬ ਹਿਮਾਚਲ ਦੇ ਵਿੱਚ ਲੱਗੇ ਹੋਏ ਆ ਚਾਂਸਲਰ। ਇਸੇ ਤਰੀਕੇ ਨਾਲ ਯੂਪੀ ਔਰ ਖਾਸ ਤੌਰ ਤੇ ਉੱਤਰਾਖੰਡ ਦਾ ਜ਼ਿਕਰ ਕਰ ਲਈਏ ਤਾਂ ਉੱਥੇ ਵੀ ਤਾਕਤਾਂ ਚਾਂਸਲਰ ਕੋਲੇ ਪੂਰੀ ਤਰ੍ਹਾਂ ਨੇ ਕਿ ਉਹ ਆਪਣਾ ਵਾਈਸ ਚਾਂਸਲਰ ਨਿਯੁਕਤ ਕਰ ਸਕਣ। ਇਹਦੀ ਵਿਆਖਿਆ ਵੱਖ-ਵੱਖ ਤਰ੍ਹਾਂ ਨਾਲ ਹੈ। ਸੋ ਕੀ ਇਹ ਵੀ ਮਾਮਲਾ ਗਾ ਰਾਸ਼ਟਰਪਤੀ ਨੂੰ ਭੇਜਿਆ ਜਾ ਸਕਦਾ ਜਾਂ ਇਹਨੂੰ ਪਾਸ ਕਰਨਾ ਹੀ ਹੋਊਗਾ, ਜਾਂ ਇਸ ਤਰ੍ਹਾਂ ਪਹਿਲਾਂ ਕੋਈ ਪਾਸ ਹੋਇਆ ਕਿ ਨਹੀਂ? ਤੀਜੀ ਗੱਲ ਕਿ ਜਿਹੜਾ UPSC ਦੇ ਵਿੱਚੋਂ DGP ਲੱਗਣ ਦਾ ਮਾਮਲਾ ਹੈ, ਇਹਦੀ ਵਿਆਖਿਆ ਹੋਈ ਆ ਕੋਰਟ ਚੋਂ, ਪ੍ਰਕਾਸ਼ ਸਿੰਘ ਵਰਸਸ ਸਟੇਟ। ਤੇ ਮੈਂ ਤੁਹਾਡੇ ਤੋਂ ਸਮਝਣਾ ਚਾਹੁੰਦਾ ਹੈ ਕਿ ਉਹ ਤੀਜਾ ਬਿੱਲ ਵੀ ਪਾਸ ਕਰ ਦੇਣਗੇ ਜਾਂ ਉਸ ਨਜ਼ਰੀਏ ਤੋਂ ਅੱਗੇ ਵੱਧ ਜਾਊਗਾ ਜਾਂ ਪਿਛਾਂ ਆ ਜਾਊਗਾ? ਇਹ ਤੁਸੀਂ ਕਿਵੇਂ ਸਮਝਿਆ ਹੁਣ ਤੱਕ ਦੀਆਂ ਉਦਾਹਰਨਾਂ ਚੋਂ? ਹਾਲਾਂਕਿ ਗਵਰਨਰ ਸਾਹਿਬ ਤੇ ਸਾਡੇ ਮੁੱਖ ਮੰਤਰੀ ਦੇ ਵਿੱਚ ਜਿਹੜੀ ਟਸਲ ਚੱਲ ਰਹੀ ਹੈ, ਉਹਦੀ ਮੇਨ ਵਜ੍ਹਾ ਹੈਗੀ ਹੈ ਮੁੱਖ ਮੰਤਰੀ ਦੀ ਉਹ ਭਾਸ਼ਾ, ਜਦ ਉਹ ਗਵਰਨਰ ਸਾਹਿਬ ਨੂੰ ਵਿਹਲੜ ਤੱਕ ਕਹਿ ਦਿੰਦੇ ਨੇ। ਤੁਸੀਂ ਵੀ ਹੁਣੇ ਕਿਹਾ ਕਿ ਸੁਪਰੀਮ ਕੋਰਟ ਦੀ ਵਿਆਖਿਆ ਤੋਂ ਬਾਅਦ ਇਹ ਗੱਲ ਤੈਅ ਹੋ ਗਈ ਕਿ ਗਵਰਨਰ ਸਾਹਿਬ ਦੀ ਬਹੁਤੀ ਬੁੱਕਤ ਨਹੀਂ ਹੈ। ਮੈਨੂੰ ਲੱਗਦਾ ਇਸ ਗੱਲ ਦੇ ਉੱਤੇ ਵੀ ਸ਼ਾਇਦ ਖੁੰਦਕ ਚੜ੍ਹ ਜਾਏ ਗਵਰਨਰ ਸਾਹਿਬ ਨੂੰ, ਤੇ ਇਹਨਾਂ ਬਿੱਲਾਂ ਦੇ ਵਿੱਚ ਕੋਈ ਫੈਸਲਾ ਲੈਣ ਤੋਂ ਪਹਿਲੇ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣ। ਹੁਣ 5 ਬਿੱਲ ਟੋਟਲ ਪੈਂਡਿੰਗ ਹੈਗੇ ਆ ਜਿਹੜੇ ਗਵਰਨਰ ਸਾਹਿਬ ਕੋਲ ਹੈਗੇ ਆ। ਉਹਨਾਂ ਵਿੱਚੋਂ ਚਲੋ 2 ਦੇ ਉੱਤੇ ਬਹੁਤੀ ਕੰਟਰੋਵਰਸੀ ਨਹੀਂ, ਪਰ ਕਿਉਂ ਉਹ ਪੈਂਡਿੰਗ ਹੈਗੇ ਹੈ ਨਹੀਂ ਪਤਾ ਲੱਗ ਰਿਹਾ। ਪਰ 3 ਬਿੱਲ ਜਿਹਦੇ ਉੱਤੇ ਗਵਰਨਰ ਸਾਹਿਬ ਨੂੰ ਆਪ ਦੀ ਪਾਵਰਾਂ ਘਟਾਉਣ ਦੀ ਗੱਲ ਕਰਨੀ ਪਏਗੀ, ਖਾਸ ਕਰਕੇ ਉਹ ਜਿਹੜਾ ਚਾਂਸਲਰ ਤੋਂ ਹਟਾਉਣ ਵਾਲਾ ਬਿੱਲ, ਜਾਂ ਫਿਰ ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ 2023। ਦੂਜਾ ਕੰਟਰੋਵਰਸ਼ੀਅਲ ਬਿੱਲ ਹੈਗਾ ਪੰਜਾਬ ਯੂਨੀਵਰਸਿਟੀ ਲਾਜ਼ ਅਮੈਂਡਮੈਂਟ ਬਿੱਲ 2023। ਤੀਜਾ ਹੈਗਾ ਪੰਜਾਬ ਪੁਲਿਸ ਅਮੈਂਡਮੈਂਟ ਬਿੱਲ 2023। ਇਹਨਾਂ 3 ਬਿੱਲਾਂ ਦੇ ਵਿੱਚ ਰੌਲਾ ਕੀ ਹੈ? ਅਸੀਂ ਸ਼ੁਰੂ ਕਰਦੇ ਹਾਂ ਖਾਸ ਕਰਕੇ ਚਾਂਸਲਰ ਦੀ ਜਿਹੜੀ ਪੋਸਟ ਤੋਂ ਗਵਰਨਰ ਸਾਹਿਬ ਨੂੰ ਹਟਾਉਣ ਦੀ ਗੱਲ ਚੱਲ ਰਹੀ ਹੈ, ਔਰ ਉਸ ਬਿੱਲ ਦੇ ਉੱਤੇ ਗਵਰਨਰ ਸਾਹਿਬ ਕਿਉਂ ਸਾਈਨ ਕਰਨਗੇ। ਇਸ ਮੁੱਦੇ ਦੇ ਉੱਤੇ ਇਹ ਕੋਈ ਪੰਜਾਬ ਪਹਿਲੀ ਸਟੇਟ ਨਹੀਂ ਹੈ ਜਿਹਦੇ ਵਿੱਚ ਐਦਾਂ ਦਾ ਬਿੱਲ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਹੈ। ਇਸ ਤੋਂ ਪਹਿਲੇ ਵੈਸਟ ਬੰਗਾਲ, ਮਹਾਰਾਸ਼ਟਰ, ਰਾਜਸਥਾਨ, ਤਮਿਲਨਾਡੂ, ਕੇਰਲਾ, ਉੱਥੇ ਵੀ ਇਹ ਸਾਰੇ ਤਰੀਕੇ ਨਾਲ ਇਹੀ ਸੇਮ ਬਿੱਲ ਜਿਹਦੇ ਵਿੱਚ ਗਵਰਨਰ ਨੂੰ ਚਾਂਸਲਰ ਦੀ ਪੋਸਟ ਤੋਂ ਹਟਾਏ ਜਾਣ ਦੀ ਗੱਲ ਔਰ ਮੁੱਖ ਮੰਤਰੀ ਨੂੰ ਬਤੌਰ ਚਾਂਸਲਰ ਨਿਯੁਕਤ ਕਰਨ ਦੀ ਗੱਲ ਕੀਤੀ ਗਈ ਹੈ। ਔਰ ਇਹ ਸਾਰੇ ਬਿੱਲ ਹਜੇ ਤੱਕ ਗਵਰਨਰ ਸਾਹਿਬ ਕੋਲ ਪੈਂਡਿੰਗ ਨੇ ਵੱਖ-ਵੱਖ ਸੂਬਿਆਂ ਦੇ ਵਿੱਚ। ਲੇਕਿਨ ਇਸ ਤੋਂ ਪਹਿਲੇ ਇੱਕ ਇੰਪੋਰਟੈਂਟ ਡਿਵੈਲਪਮੈਂਟ ਹੋ ਚੁੱਕੀ ਹੈ। 2013 ਦੇ ਵਿੱਚ ਗੁਜਰਾਤ ਅਸੈਂਬਲੀ ਨੇ ਵੀ ਇਸ ਤਰ੍ਹਾਂ ਦਾ ਹੀ ਬਿੱਲ ਪਾਸ ਕਰਕੇ ਭੇਜਿਆ ਸੀਗਾ, ਔਰ ਗਵਰਨਰ ਸਾਹਿਬ ਨੇ 2015 ਦੇ ਵਿੱਚ ਇਹ ਬਿੱਲ ਪਾਸ ਵੀ ਕਰਤਾ ਸੀਗਾ, ਤੇ ਉੱਥੇ ਗਵਰਨਰ ਬਤੌਰ ਚਾਂਸਲਰ ਹਟਾਏ ਜਾਣ ਦੀ ਗੱਲ ਚੱਲ ਪਈ ਸੀਗੀ ਕਿਉਂਕਿ ਉੱਥੇ BJP ਦਾ ਰੂਲ ਸੀਗਾ। ਹੁਣ ਉਸ ਗੱਲ ਨੂੰ ਹੀ ਆਧਾਰ ਬਣਾਈਏ ਤੇ ਗਵਰਨਰ ਸਾਹਿਬ ਨੂੰ ਇਸ ਬਿੱਲ ਦੇ ਵਿੱਚ ਸਾਈਨ ਕਰਨ ਦੇ ਵਿੱਚ ਕੋਈ ਆਪੱਤੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹੜੀ ਗਵਰਨਿੰਗ ਬੋਡੀ ਹੈ UGC ਯੂਨੀਵਰਸਿਟੀ ਗ੍ਰਾਂਟ ਕਮਿਸ਼ਨ, ਉਹ ਵੀ ਚੇਚੇ ਤੌਰ ਤੇ ਇਹ ਗੱਲ ਕਹਿੰਦੀ ਹੈ ਔਰ ਮੰਨਦੀ ਹੈ ਕਿ ਗਵਰਨਰ ਦੇ ਬਤੌਰ ਚਾਂਸਲਰ ਨੂੰ ਹਟਾਏ ਜਾਣ ਦੇ ਵਿੱਚ ਉਹਨਾਂ ਨੂੰ ਕੋਈ ਆਬਜੈਕਸ਼ਨ ਨਹੀਂ ਹੈਗਾ, ਕਿਉਂਕਿ ਇਹ ਸਟੇਟ ਦਾ ਡੋਮੇਨ ਹੈ ਕਿ ਆਪਣੀ ਯੂਨੀਵਰਸਿਟੀ ਦੇ ਵਿੱਚ ਚਾਂਸਲਰ ਲਾਣੇ। ਹਾਂ, UGC ਕਹਿੰਦੀ ਹੈ ਕਿ ਅਸੀਂ ਇੰਟਰਵਿਊ ਤਦ ਕਰਦੇ ਹਾਂ ਜਦ ਕਿਸੇ ਵੀ ਤਰੀਕੇ ਦੀ ਐਨੋਮਲੀਜ਼ ਹੁੰਦੀ ਹੈ, ਯਾਨੀ ਕਿਸੇ ਵੀ ਤਰੀਕੇ ਦੇ ਵਿਤਕਰੇ ਹੁੰਦੇ ਨੇ ਅਪਾਇੰਟਮੈਂਟ ਜਿਹੜੇ ਵਾਈਸ ਚਾਂਸਲਰ ਹੁੰਦੇ ਆ ਉਹਨਾਂ ਦੇ ਅਪਾਇੰਟਮੈਂਟ ਦੇ ਵਿੱਚ। ਯਾਨੀ ਇਹ ਗੱਲ ਸਾਫ਼ ਹੈ ਕਿ ਗਵਰਨਰ ਸਾਹਿਬ ਨੂੰ ਇਸ ਬਿੱਲ ਦੇ ਉੱਤੇ ਸਾਈਨ ਕਰਨ ਦੇ ਵਿੱਚ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਪਹਿਲੇ ਉਦਾਹਰਣ ਸੈੱਟ ਹੋ ਚੁੱਕੇ ਨੇ। ਭਾਸਕਰ ਸਾਹਿਬ, ਤੁਸੀਂ ਕਹਿੰਦੇ ਹੋ ਵੀ ਗੁਰੇਜ਼ ਨਹੀਂ ਹੋਣਾ ਚਾਹੀਦਾ, ਉਹ ਕਹਿਣਗੇ ਮੈਂ ਇਕੱਲੇ ਗੁਜਰਾਤ ਵਾਲੇ ਗਵਰਨਰ ਦੇ ਪਿੱਛੇ ਕਿਉਂ ਲੱਗਾ, ਜਿਹੜੇ 5-7 ਹੋਰ ਆ ਮੈਂ ਉਹਨਾਂ ਵਾਂਗ ਇਹਨੂੰ ਰੱਖ ਲੂੰਗਾ, ਮੈਂ ਇੱਥੇ ਕੁਝ ਨਹੀਂ ਕਰਦਾ, ਜਾਂ ਉਹ ਅੱਗੇ ਭੇਜ ਦੇਣਗੇ ਜੋ ਉਹਨਾਂ ਨੇ ਕੀਤਾ ਹੋਊਗਾ। ਮੇਰੇ ਖਿਆਲ ਕਾਨੂੰਨੀ ਸਲਾਹ ਤੇ ਉਹ ਵੀ ਇਹੋ ਜਿਹੀਆਂ ਰੋਹ ਰੀਤਾਂ ਵੇਖਦੇ ਹੋਣਗੇ। ਦੂਜੀ ਗੱਲ ਇਹਦੇ ਵਿੱਚ ਇਹ ਵੀ ਅਹਿਮ ਆ ਕਿ ਜਦੋਂ ਚਾਂਸਲਰ ਲਾਏ ਜਾਣ ਦੀ ਇਹ ਪ੍ਰਕਿਰਿਆ ਸ਼ੁਰੂ ਹੋਈ ਸੀ ਬਤੌਰ ਗਵਰਨਰ ਚਾਂਸਲਰ ਲੱਗਣ ਦੀ ਗੱਲ, ਤਾਂ ਉਦੋਂ ਇਹ ਮੰਨਿਆ ਗਿਆ ਸੀ ਕਿ ਘੱਟੋ ਘੱਟ ਸਿਆਸੀ ਦਖਲਅੰਦਾਜ਼ੀ ਹੋਵੇ, ਇਸ ਕਰਕੇ ਚਾਂਸਲਰ ਨੂੰ ਲਾਇਆ ਜਾਵੇ। ਪਰ ਮੈਂ ਤੁਹਾਡੇ ਤੋਂ ਫਿਰ ਵੀ ਇੱਕ ਵਾਰੀ ਸਮਝਣਾ ਚਾਹੂੰਗਾ ਕਿ ਗਵਰਨਰ ਸਾਹਿਬ ਕੋਲ ਜੇਕਰ ਇਹਨੂੰ ਰੱਖਣ ਜਾਂ ਮੋੜਨ ਦੀ ਪ੍ਰਾਵਧਾਨ ਹੋਵੇ, ਇਹਨੂੰ ਕੀ ਕਰਨਾ ਚਾਹੋਗੇ? ਜਿਹੜੇ ਪਹਿਲੇ 4-5 ਸੂਬੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਨੇ ਕੀ ਕੀਤਾ? ਉੱਤੇ ਬੈਠ ਤਾਂ ਸਕਦੇ ਨਹੀਂ ਸੁਪਰੀਮ ਕੋਰਟ ਦੇ ਨਵੇਂ ਫੈਸਲੇ ਅਨੁਸਾਰ। ਸੋ ਗਾਹ ਭੇਜਣਗੇ, ਪਿਛਾਂ ਕਰਨਗੇ ਜਾਂ ਰੱਦ ਕਰ ਦੇਣਗੇ, ਕੀ ਕਹਿੰਦੇ ਹੋ? ਤੇ ਜੇ ਰੱਦ ਕਰਤਾ ਉਹ ਦੁਬਾਰਾ ਬਣਾ ਕੇ ਭੇਜ ਦੇਣਗੇ। ਫਿਰ ਸੁਪਰੀਮ ਕੋਰਟ ਦੀ ਇਸ ਜਜਮੈਂਟ ਦੇ ਵਿੱਚ ਬਿਲਕੁਲ ਕਲੀਅਰ ਹੈ ਕਿ ਕੋਈ ਵੀ ਗਵਰਨਰ ਕਿਸੇ ਵੀ ਬਿੱਲ ਦੇ ਉੱਤੇ ਅਨਿਸ਼ਚਿਤ ਕਾਲ ਵਾਸਤੇ ਨਹੀਂ ਬਹਿ ਸਕਦਾ।
ਹੁਣ 2 ਸਾਲ ਤੇ ਕਈ ਸਟੇਟਾਂ ਦੇ ਬਿੱਲ ਜਿਹੜੇ ਪਾਸ ਹੋ ਕੇ ਹਜੇ ਤੱਕ, ਤਮਿਲਨਾਡੂ ਦੀ ਗੱਲ ਕਰੀਏ ਉੱਥੇ 2 ਸਾਲ ਤੋਂ ਵੱਧ ਹੋ ਗਏ, 10 ਬਿੱਲ ਪੈਂਡਿੰਗ ਹੈਗੇ ਨੇ, ਤੇ ਉਹਦੇ ਉੱਤੇ ਸੁਪਰੀਮ ਕੋਰਟ ਨੇ ਕਿਹਾ ਵੀ ਨਹੀਂ ਪਾਸ ਕਰੋ, ਕੋਈ ਵੀ ਡਿਸੀਜਨ ਲਾਓ। ਹੁਣ ਤੁਸੀਂ ਪੁੱਛਿਆ ਕਿ ਗਵਰਨਰ ਸਾਹਿਬ ਕੀ ਡਿਸੀਜਨ ਲੈ ਸਕਦੇ ਨੇ। ਹੁਣ ਆਪਣੇ ਆਪ ਨੂੰ ਚਾਂਸਲਰ ਦੀ ਪੋਸਟ ਤੋਂ ਹਟਾਏ ਜਾਣ ਦੇ ਬਿੱਲ ਦੇ ਉੱਤੇ ਸਾਈਨ ਕਰਦੇ ਟਾਈਮ ਕੋਈ ਧੁੜਕੁਮ ਤੇ ਹੋਏਗੀ, ਇਹਦੇ ਉੱਤੇ ਵੱਧ ਤੋਂ ਵੱਧ ਉਹ ਬਿੱਲ ਨੂੰ ਵਾਪਸ ਭੇਜ ਸਕਦੇ ਨੇ। ਔਰ ਵਾਪਸ ਭੇਜਣ ਦੇ ਮੁੱਦੇ ਦੇ ਉੱਤੇ ਵੀ ਸੁਪਰੀਮ ਕੋਰਟ ਬਹੁਤ ਕਲੀਅਰ ਹੈ। ਵਿਧਾਨ ਸਭਾ ਦੇ ਵਿੱਚ ਹੁਣ 27-28 ਦੇ ਵਿੱਚ ਸਾਡਾ ਸੈਸ਼ਨ ਹੈ, ਜੇ ਅੱਜ ਕੱਲ੍ਹ ਦੇ ਵਿੱਚ ਗਵਰਨਰ ਸਾਹਿਬ ਵਾਪਸ ਭੇਜ ਦਿੰਦੇ ਨੇ ਤੇ ਫਿਰ ਦੁਬਾਰਾ ਉਸ ਬਿੱਲਾਂ ਨੂੰ ਪਾਸ ਕਰਾ ਕੇ ਜੇ ਸਰਕਾਰ ਭੇਜਦੀ ਹੈ ਤੇ ਫਿਰ ਗਵਰਨਰ ਸਾਹਿਬ ਕੋਲ ਕੋਈ ਆਪਸ਼ਨ ਨਹੀਂ ਹੋਏਗੀ ਉਹਦੇ ਉੱਤੇ ਸਾਈਨ ਕਰਨ ਤੋਂ। ਉਸ ਤੋਂ ਇਲਾਵਾ ਗਵਰਨਰ ਸਾਹਿਬ ਕੋਲ ਆਪਸ਼ਨ ਹੈਗਾ ਕਿ ਪ੍ਰੈਜ਼ੀਡੈਂਟ ਕੋਲ ਭੇਜ ਸਕਦੇ ਨੇ। ਪ੍ਰੈਜ਼ੀਡੈਂਟ ਕੋਲ ਭੇਜਣ ਤੋਂ ਬਾਅਦ ਹੋ ਸਕਦਾ ਹੈ ਅਣਮਿੱਥੇ ਸਮੇਂ ਦੇ ਵਾਸਤੇ ਇਹ ਬਿੱਲ ਪੈਂਡਿੰਗ ਹੋ ਜਾਣ, ਲੇਕਿਨ ਇਹਦੇ ਉੱਤੇ ਵੀ ਸੁਪਰੀਮ ਕੋਰਟ ਦਾ ਇੱਕ ਡਿਸੀਜਨ ਹੈਗਾ, ਯਾਨੀ ਸੁਪਰੀਮ ਕੋਰਟ ਦੇ ਪ੍ਰੈਜ਼ੀਡੈਂਟ ਵੀ ਉਹਨਾਂ ਬਿੱਲਾਂ ਦੇ ਉੱਤੇ ਕੋਈ ਨਾ ਕੋਈ ਡਿਸੀਜਨ ਲੈਣਾ ਪਏਗਾ। ਪਰ ਜਦ ਉਹਨਾਂ ਬਿੱਲਾਂ ਦੇ ਉੱਤੇ ਡਿਸੀਜਨ ਲੈਣਾ ਪਏਗਾ ਤਦ ਇਹ ਸਾਰੀ ਗੱਲਾਂ ਜਿਨ੍ਹਾਂ ਗੱਲਾਂ ਦਾ ਜ਼ਿਕਰ ਅਸੀਂ ਕਰਕੇ ਹਟੇ ਹਾਂ, ਕਿਉਂਕਿ UGC ਨੇ ਵੀ ਇਹ ਗੱਲ ਕਹੀ ਹੈ, ਤੁਸੀਂ UGC ਨੇ ਕਲੀਅਰਲੀ ਇਹ ਗੱਲ ਕਹੀ ਹੈ ਕਿ ਚਾਂਸਲਰ ਦਾ ਨਿਯੁਕਤ ਕਰਨਾ ਸਟੇਟ ਦੇ ਡੋਮੇਨ ਦੇ ਵਿੱਚ ਆਉਂਦਾ ਹੈ। ਹੁਣ ਕਿਉਂ ਗਵਰਨਰ ਸਾਹਿਬ ਨੂੰ ਸ਼ੁਰੂ ਤੋਂ ਆਜ਼ਾਦੀ ਤੋਂ ਬਾਅਦ ਤੋਂ ਅੱਜ ਤੱਕ ਬਤੌਰ ਚਾਂਸਲਰ ਰੱਖਿਆ ਗਿਆ, ਹਜੇ ਤੱਕ ਰਫੜ ਨਹੀਂ ਪਿਆ ਸੀਗਾ, ਇਹੀ ਕਾਰਨ ਸੀਗਾ। ਕਨਸਟੀਟਿਊਸ਼ਨ ਇਹਦੇ ਬਾਰੇ ਚ ਕੀ ਕਹਿੰਦਾ ਹੈ? ਕਨਸਟੀਟਿਊਸ਼ਨ ਕੀ ਵਾਕਈ ਇਹਦੇ ਵਿੱਚ ਲਿਖਿਆ ਹੈ ਕਿ ਗਵਰਨਰ ਹੀ ਚਾਂਸਲਰ ਹੋਏਗਾ? ਜੇ ਲਿਖਿਆ ਹੁੰਦਾ ਤੇ ਫਿਰ UGC ਦਾ ਇਹ ਰਿਐਕਸ਼ਨ ਨਾ ਆਉਂਦਾ ਕਿ ਉਹ ਸਟੇਟ ਦਾ ਡੋਮੇਨ ਹੈ। ਤੁਸੀਂ ਕੁਝ ਕਹਿ ਰਹੇ ਸੀ। ਵਿਧਾਨ 'ਚ ਕੁਝ ਨਹੀਂ ਲਿਖਿਆ, ਸਟੇਟ ਦਾ ਡੋਮੇਨ ਆ। ਇਹ ਸਾਰੀਆਂ ਗੱਲਾਂ ਠੀਕ ਨੇ, ਪਰ ਮੈਨੂੰ ਲੱਗਦਾ ਵੀ ਇਹ ਜਿਹੜੇ ਬਿੱਲ ਨੇ ਇਹ ਰਾਸ਼ਟਰਪਤੀ ਦੀ ਕੰਸੈਂਟ ਲਈ ਜਾਣਗੇ, ਕਾਫੀ ਦੇਰ ਉੱਥੇ ਪਏ ਰਹਿਣਗੇ ਤੇ ਉਸ ਤੋਂ ਬਾਅਦ ਹੋ ਸਕਦਾ ਵੀ ਜਦੋਂ ਰਾਸ਼ਟਰਪਤੀ ਸਾਹਿਬ ਕੋਲ ਵੀ ਕੋਈ ਚਾਰਾ ਨਹੀਂ ਹੋਊ ਤੇ ਉਹ ਸੁਪਰੀਮ ਕੋਰਟ ਨੂੰ ਭੇਜ ਕੇ ਵਿਆਖਿਆ ਮੰਗ ਲੈਣਗੇ। ਪਹਿਲਾਂ ਤੋਂ ਵਿਆਖਿਆ ਮੰਗਣਗੇ, ਅਟਾਰਨੀ ਜਨਰਲ ਜਾਂ ਜੋ ਵੀ ਪ੍ਰਾਵਧਾਨ ਹੁੰਦੇ ਕਾਨੂੰਨੀ ਤੌਰ ਤੇ ਸੈਂਟਰ ਗਵਰਨਮੈਂਟ ਦੇ, ਉਹਨਾਂ ਦਾ ਕਾਨੂੰਨ ਮੰਤਰਾਲਾ ਉਹਨੂੰ ਭੇਜਣਗੇ ਵੀ ਇੱਥੇ ਰਾਏ ਦਿਓ। ਉਧਰੋਂ ਆਏਗਾ ਕਿ ਤੁਸੀਂ ਇਹ ਸੁਪਰੀਮ ਕੋਰਟ ਤੋਂ ਮੰਗ ਲਓ ਜੀ। ਸੁਪਰੀਮ ਕੋਰਟ ਚੋਂ ਵੀ ਫਿਰ ਇਹਦੀ ਵਿਆਖਿਆ ਆਉਂਦਿਆਂ ਇੰਦਰਪ੍ਰੀਤ ਜੀ ਇਹ ਕਾਫੀ ਰੌਲੇ ਆ। ਮੈਂ ਤੁਹਾਡੇ ਤੋਂ ਇੱਕ ਛੋਟੀ ਜਿਹੀ ਟਿੱਪਣੀ ਲੈ ਲਵਾਂ। ਭਾਸਕਰ ਸਾਹਿਬ ਕੋਲ ਦੂਜੇ 2 ਬਿੱਲਾਂ ਬਾਰੇ ਵੀ ਪੁੱਛਣਾ ਸੀ, ਖਾਸ ਤੌਰ ਤੇ ਜਿਹੜਾ DGP ਵਾਲਾ ਤੇ ਸ਼੍ਰੋਮਣੀ ਕਮੇਟੀ ਵਾਲਾ, ਇਹਨਾਂ ਨੇ ਉੱਤੇ ਵੀ ਸਟੱਡੀ ਕੀਤੀ ਹੈ। ਪਰ ਆਹ ਗੱਲ ਠੀਕ ਹੈ ਕਿ ਨਹੀਂ, ਜੇ ਰਾਸ਼ਟਰਪਤੀ ਕੋ ਚਲੇ ਗਏ, ਸੁਪਰੀਮ ਕੋਰਟ ਘੁੰਮਦੇ ਘਮਾਉਂਦੇ 5 ਸਾਲ ਤੇ ਲੰਘ ਜਾਣਗੇ, ਫਿਰ ਲੜਾਈ ਘੱਟੋ ਘੱਟ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਾਂ ਨਹੀਂ ਰਹਿਣੀ ਇਸ ਮਾਮਲੇ 'ਚ। ਕੀ ਕਹਿੰਦੇ ਹੋ? ਬਿਲਕੁਲ, ਜੇ ਪ੍ਰੈਜ਼ੀਡੈਂਟ ਦੀ ਉਹਦੇ ਵਾਸਤੇ ਭੇਜਤੇ ਤਾਂ ਫਿਰ ਤਾਂ ਮੈਨੂੰ ਲੱਗਦਾ ਕਿ ਇਹ 4-5 ਸਾਲ ਤੱਕ ਹੀ ਹੋ ਸਕਦਾ, ਇਸ ਤੋਂ ਵੀ ਜ਼ਿਆਦਾ ਸਮੇਂ ਲਈ ਉੱਥੇ ਅਟਕ ਜਾਣ, ਉੱਥੋਂ ਵੀ ਜਲਦੀ ਬਿੱਲ ਵਾਪਸ ਨਹੀਂ ਆਉਂਦੇ ਹੈਗੇ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਪਰ ਇਹ ਜਿਹੜੀ ਗੱਲ ਹੈਗੀ ਹੈ, ਜੋ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਜਿਹੜਾ ਚਾਂਸਲਰ ਲਗਾਉਣਾ ਹੈ ਉਹ ਸਟੇਟ ਦਾ ਡੋਮੇਨ ਹੈ, ਯੂਨੀਵਰਸਿਟੀਆਂ ਸਟੇਟ ਦੀਆਂ ਨੇ, ਇਹਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਜਾਂ UGC ਨੇ ਕੁਝ ਨਹੀਂ ਕਰਨਾ। ਹਾਂ, ਜਿਹੜੀ ਲਗਾਉਣ ਦੀ ਇੱਕ ਉਹ ਹੁੰਦੀ ਹੈ ਕਿ ਕਿਹੜੇ ਬੰਦੇ ਲੱਗ ਸਕਦੇ ਆ, ਉਹ ਜ਼ਰੂਰ ਦੇਖਦਾ ਹੈਗਾ UGC ਵੀ, ਕਿਤੇ ਉਹ ਗਲਤ ਨਾ ਲੱਗ ਜਾਏ ਵੀ ਉਹਨਾਂ ਦੇ ਇੱਕ ਨਿਯਮ ਕਾਇਦੇ ਹੈਗੇ ਆ ਵੀ ਇਹ ਇੰਨਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ ਜਾਂ ਆਹ ਉਹਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, ਇੰਨੇ ਤਜਰਬਾ ਹੋਣਾ ਚਾਹੀਦਾ। ਇਹ ਚੀਜ਼ਾਂ ਹੋ ਸਕਦਾ ਦੇਖਦੀਆਂ ਹੋਣ, ਪਰ ਇਹ ਨਹੀਂ ਹੋ ਸਕਦਾ ਕਿ ਮਤਲਬ UGC ਆਪ ਕੁਝ ਕਹੇ ਕਿ ਨਹੀਂ ਇਸ ਬੰਦੇ ਨੂੰ। ਇੱਥੇ ਰੰਧਾਵਾ ਸਾਹਿਬ ਅਸਲ 'ਚ ਦਿੱਕਤ ਕਿਉਂ ਆ ਰਹੀ ਹੈ? ਅੱਗੇ ਕੀ ਹੁੰਦਾ ਸੀਗਾ ਕਿ ਜਿਹੜੀ ਵੀ ਬੰਦੇ ਨੂੰ ਚਾਂਸਲਰ ਜਾਂ ਵਾਈਸ ਚਾਂਸਲਰ ਜੋ ਵੀ ਲਗਾਉਣਾ ਹੁੰਦਾ ਸੀ, ਵਾਈਸ ਚਾਂਸਲਰ ਹੀ ਐਕਚੁਅਲੀ ਤਾਂ ਰੋਲਾ ਵਾਈਸ ਚਾਂਸਲਰ ਦਾ ਹੈ, ਆ ਚਾਂਸਲਰ ਦੇ ਉੱਤੇ ਗਿਆ। ਐਕਚੁਅਲੀ ਕੀ ਹੁੰਦਾ ਸੀਗਾ ਕਿ ਵਾਈਸ ਚਾਂਸਲਰ ਯੂਨੀਵਰਸਿਟੀਆਂ ਦੇ ਲਗਾਉਣ ਲਈ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਇੱਕ ਨਾਂ ਭੇਜ ਦਿੰਦੀ ਹੁੰਦੀ ਸੀ। ਨਾਮ ਤਾਂ 3 ਹੀ ਜਾਂਦੇ ਸੀਗੇ, ਪਰ ਵਰਬਲੀ ਤੌਰ ਤੇ ਗਵਰਨਰ ਸਾਹਿਬ ਨੂੰ ਕਹਿ ਦਿੱਤਾ ਜਾਂਦਾ ਸੀ ਵੀ ਸਰਕਾਰ ਇਸ ਬੰਦੇ ਨੂੰ ਚਾਹੁੰਦੀ ਹੈ, ਤਾਂ ਗਵਰਨਰ ਸਾਹਿਬ ਚੁੱਪਚਾਪ ਸਾਈਨ ਕਰ ਦਿੰਦੇ ਸੀ ਉਹਨਾਂ ਨੇ, ਕਿਉਂਕਿ ਕੁਝ ਲੈਣਾ ਦੇਣਾ ਹੁੰਦਾ ਨਹੀਂ ਸੀ ਇਸ ਤੇ। ਪਰ ਇਸ ਵਾਰੀ ਇੱਥੇ ਦਿੱਕਤ ਇਹ ਹੋਈ ਹੈ ਜਦੋਂ ਮੈਡੀਕਲ ਯੂਨੀਵਰਸਿਟੀ ਦਾ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦਾ ਵਾਈਸ ਚਾਂਸਲਰ GS ਵਾਲਡਰ ਨੂੰ ਲਗਾਉਣ ਵਾਸਤੇ ਭੇਜੀ ਸੀ ਫਾਈਲ, ਤੇ ਕੱਲਾ ਨਾਮ ਭੇਜਿਆ ਸੀ, 3 ਨਹੀਂ ਸੀ ਭੇਜੇ ਗਏ। ਉੱਥੇ ਗਵਰਨਰ ਸਾਹਿਬ ਨੇ ਦਿੱਕਤ ਕੀਤੀ ਸੀ ਕਿ ਤੁਸੀਂ 3 ਦਾ ਪੈਨਲ ਭੇਜੋ ਤਾਂ ਮੈਂ ਇੱਕ ਚੁਣੂਗਾ ਉਹਨਾਂ ਦੇ ਵਿੱਚੋਂ। ਤਾਂ ਇਹਦਾ ਗਵਰਨਮੈਂਟ ਇਸ ਗੱਲ ਤੋਂ ਡਰ ਗਈ ਵੀ ਕਿਤੇ ਜਿਹੜੇ ਅਸੀਂ 3 ਭੇਜੀਏ ਵਾਂਡਰ ਸਾਹਿਬ ਨੂੰ ਇਹ ਲਗਾਣੀ ਨਾ ਲਗਾਈ ਕਿਸੇ ਹੋਰ ਨੂੰ ਦੇਣ। ਸੋ ਉੱਥੇ ਥੋੜੀ ਜਿਹੀ ਦਿੱਕਤ ਹੈ। ਮੈਂ ਪਹਿਲਾਂ ਵੀ ਕਿਹਾ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਰਿਸ਼ਤਿਆਂ ਦੇ ਵਿੱਚ ਕਿਸ ਤਰ੍ਹਾਂ ਦਾ ਦੀ ਤੁਹਾਡੀ ਗਰਮਾਹਟ ਹੈ ਉਸ ਤੇ ਡਿਪੈਂਡ ਕਰਦਾ ਹੈ। ਜੇ ਕਿਤੇ ਰਿਸ਼ਤਿਆਂ 'ਚ ਗਰਮਾਹਟ ਹੁੰਦੀ ਤਾਂ ਮੈਨੂੰ ਲੱਗਦਾ ਡਾਕਟਰ GS ਵਾਂਡਰ ਜਿਹੜੇ ਹੈ ਉਹ ਅੱਜ ਵਾਈਸ ਚਾਂਸਲਰ ਹੁੰਦੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ। ਇਹ ਸਾਰਾ ਰੌਲਾ ਹਾਂ, ਤੁਹਾਡੀ ਗੱਲ ਠੀਕ ਹੈ। ਸਵਾਲ ਇਸ ਗੱਲ ਦਾ ਹੈ ਕਿ ਮੁੱਖ ਮੰਤਰੀ ਸਾਹਿਬ ਜਦੋਂ MLA ਤੇ ਮੰਤਰੀਆਂ ਨੂੰ ਚਾਹ ਦਾ ਘੁੱਟ ਪਿਆ ਰਹੇ ਆ, ਬਹਿਣਗੇ ਉਹਨਾਂ ਨਾਲ ਲੰਚ ਕਰਨਗੇ, ਤੇ ਉਸ ਵੇਲੇ ਕਿਸੇ ਦਿਨ ਗਵਰਨਰ ਸਾਹਿਬ ਨੂੰ ਫੋਨ ਕਰਕੇ ਕਹਿਣ ਜੇ ਮੈਨੂੰ ਵੀ ਛਕਾਓ ਲੰਚ, ਮੈਂ ਆ ਰਿਹਾ, ਤੇ ਗਵਰਨਰ ਸਾਹਿਬ ਕਹਿਣਗੇ ਡਿਨਰ ਤੇ ਆ ਜਾਓ, ਨਾਲੇ ਫਿਰ ਜਰਾ ਖੁੱਲ ਕੇ ਗੱਲਾਂ ਹੋਣਗੀਆਂ, ਮੂਡ ਵੀ ਸਿਖਾਵੇਂ ਹੋਣਗੇ,
ਪਤਾ ਨਹੀਂ ਹੁਣ ਗਵਰਨਰ ਸਾਹਿਬ ਘੁੱਟ ਲਾ ਲੈਂਦੇ ਆ ਕਿ ਨਹੀਂ। ਖੈਰ ਆਪਾਂ ਉਸ ਗੱਲ ਤੇ ਨਹੀਂ ਜਾਂਦੇ। ਆਮ ਤੌਰ ਤੇ ਪਿਆਲਾ ਫੜ ਕੇ ਬੈਠੇ ਰਹਿਣ ਵਾਲੇ ਲੋਕ ਆ, ਪਰ ਗੱਲਾਂ ਸੋਹਣੀਆਂ ਕਰਦੇ ਹੁੰਦੇ ਆ ਇਹ ਡਿਨਰਾਂ ਦੇ ਉੱਤੇ, ਇਹ ਸ਼ੌਂਕਾਂ ਦੀਆਂ ਗੱਲਾਂ ਕਰਦੇ ਹੁੰਦੇ ਆ। ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਤਾਂ ਘੋੜਿਆਂ ਕਿਤਾਬਾਂ ਹਿਸਟਰੀ ਦੀਆਂ ਗੱਲਾਂ ਵੀ ਹੁੰਦੀਆਂ ਰਹੀਆਂ, ਮੈਂ ਉਸ ਗੱਲ ਤੇ ਨਾ ਜਾਵਾਂ। ਪਰ ਜਿਹੜੀ ਭਾਸਕਰ ਸਾਹਿਬ ਨੇ ਗੱਲ ਤੋਰੀ ਉਹਨੂੰ ਪੂਰਾ ਕਰ ਲਈਏ। ਇੰਦਰਪ੍ਰੀਤ ਜੀ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦਾ ਰੋਲ ਗ੍ਰਾਂਟਸ ਦੇਣਾ ਹੈ, ਨਿਯਮਾਂ ਦੀ ਪਾਲਣਾ ਕਰਵਾਉਣੀ ਆ, ਨਿਯੁਕਤੀਆਂ ਦੇ ਸੰਬੰਧੀ ਨਿਯਮ ਘੜਨੇ ਨੇ, ਮੌਕੇ ਬਮੌਕੇ ਇਹਨਾਂ ਤੇ ਚੈੱਕ ਰੱਖਣਾ ਹੈ। ਉਹ ਰੈਗੂਲੇਟਰੀ ਅਥਾਰਟੀ ਵਜੋਂ ਤਾਂ ਮੰਨੀ ਜਾਂਦੀ ਹੈ ਥੋੜੀ ਬਹੁਤੀ, ਪਰ ਅਦਰਵਾਈਜ਼ ਉਹਦੀ ਭੂਮਿਕਾ ਇਸ ਤਰ੍ਹਾਂ ਦੀ ਨਹੀਂ ਹੈ, ਕੋਈ ਜੱਜ ਵਾਲੀ ਨਹੀਂ ਹੈ, ਕੋਈ ਡੰਡੇ ਵਾਲੀ ਨਹੀਂ। ਪਰ ਖੈਰ ਇਹਦੇ 'ਚ ਇੱਕ ਚੀਜ਼ ਜ਼ਰੂਰ ਆ ਕਿ ਜਿਹੜੀਆਂ ਸੰਸਥਾਵਾਂ ਨੂੰ ਫੰਡਿੰਗ ਉੱਪਰੋਂ ਹੁੰਦੀ ਆ, ਉਹਨਾਂ ਸੰਸਥਾਵਾਂ ਦੇ ਵਿੱਚ ਫੈਸਲੇ ਕਰਨ ਲੱਗਿਆ ਵੀ ਭਾਰਤ ਸਰਕਾਰ ਨੇ ਇਸ ਤਰ੍ਹਾਂ ਦੇ ਰੱਖੇ ਹੋਏ ਆ ਰਾਹ ਰਸਤੇ। ਹੁਣ ਭਾਸਕਰ ਸਾਹਿਬ ਅਗਲੇ 2 ਬਿੱਲਾਂ ਬਾਰੇ ਗੱਲ ਕਰਦੇ ਹੋ, ਗੱਲ ਲੰਬੀ ਹੋ ਗਈ। ਦੂਜਾ ਕੰਟਰੋਵਰਸ਼ੀਅਲ ਬਿੱਲ ਜਿਹਨੂੰ ਆਪਾਂ ਕਹਿੰਦੇ ਆ ਪੰਜਾਬ ਪੁਲਿਸ ਜਿਹੜਾ ਅਮੈਂਡਮੈਂਟ ਬਿੱਲ ਹੈ 2023, ਜਿਹੜਾ ਗਵਰਨਰ ਸਾਹਿਬ ਕੋਲ ਪੈਂਡਿੰਗ ਹੈ, ਉਹਦੇ ਵਿੱਚ ਬਾਰ-ਬਾਰ ਜ਼ਿਕਰ ਆਉਂਦਾ ਪ੍ਰਕਾਸ਼ ਸਿੰਘ ਵਰਸਸ ਸਟੇਟ, ਯਾਨੀ ਉਸ ਜਜਮੈਂਟ ਦੇ ਵਿੱਚ ਹੋਇਆ ਕੀ ਸੀਗਾ। ਉਹਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਰਿਕਮੈਂਡੇਸ਼ਨ ਸੀਗੀ। ਉਸ ਰਿਕਮੈਂਡੇਸ਼ਨ ਦੇ ਉੱਤੇ ਬਹੁਤੀਆਂ ਗੱਲਾਂ ਕੋਈ ਵੀ ਸੂਬਾ ਜਾਂ ਕੋਈ ਵੀ ਸਰਕਾਰ ਨਹੀਂ ਕਰ ਰਹੀ। ਸਾਡੀ ਸਰਕਾਰ ਨੇ ਉਸ ਰਿਕਮੈਂਡੇਸ਼ਨ ਦੇ ਹਿਸਾਬ ਨਾਲ ਹੀ ਇਹ ਅਮੈਂਡਮੈਂਟ ਲਿਆਏ ਨੇ, ਕਿਉਂਕਿ ਉਸ ਰਿਕਮੈਂਡੇਸ਼ਨ ਨੂੰ ਮੈਂ ਪੜ੍ਹ ਰਿਹਾ ਸੀਗਾ। ਉਹਦੇ ਵਿੱਚ ਚੇਚੇ ਤੌਰ ਤੇ ਇਹ ਗੱਲ ਲਿਖਿਆ ਹੈ ਕਿ ਦੀ ਕੋਰਟ ਪ੍ਰੋਕਲੇਮਡ that police establishment boards were to be set up to look into the matters of police posting and transfers, ਯਾਨੀ ਉਸ ਬੋਰਡ ਬਣਾਉਣ ਦੀ ਹੀ ਗੱਲ ਇਸ ਅਮੈਂਡਮੈਂਟ ਐਕਟ ਬਿੱਲ ਦੇ ਵਿੱਚ ਕੀਤੀ ਗਈ ਹੈ। ਯਾਨੀ ਇਹ ਵੀ ਲੀਗਲੀ ਕਰੈਕਟ ਹੋ ਸਕਦਾ ਹੈ, ਹਾਲਾਂਕਿ ਬਹੁਤ ਜ਼ਿਆਦਾ ਲੀਗਲੀ ਇਹਨੂੰ ਦੇਖਣ ਦੀ ਲੋੜ ਹਜੇ ਹੈ, ਲੇਕਿਨ ਗਵਰਨਰ ਸਾਹਿਬ ਇਹਨੂੰ ਸਾਈਨ ਕਰਨ ਤੋਂ ਇਸ ਕਰਕੇ ਇਨਕਾਰ ਨਹੀਂ ਕਰ ਸਕਦੇ ਕਿ ਤੁਸੀਂ UPSC ਨੂੰ ਪੈਨਲ ਨਹੀਂ ਭੇਜ ਰਹੇ ਔਰ ਆਪਣਾ ਬੋਰਡ ਬਣਾ ਰਹੇ ਹੋ, ਜਿਹਦੀ ਰਿਕਮੈਂਡੇਸ਼ਨ ਸੁਪਰੀਮ ਕੋਰਟ ਆਲਰੇਡੀ ਕਰ ਚੁੱਕਿਆ ਹੈ। ਯਾਨੀ ਇਸ ਬਿੱਲ ਦੇ ਉੱਤੇ ਵੀ ਬਹੁਤ ਰਫੜ ਪੈਣ ਦੀ ਲੋੜ ਨਹੀਂ ਹੈਗੀ ਹੈ, ਔਰ ਜੇ ਗਵਰਨਰ ਸਾਹਿਬ ਕਾਨੂੰਨੀ ਤੌਰ ਤੇ ਚੱਲਣ ਤੇ ਇਹਦੇ ਵਿੱਚ ਸਾਈਨ ਕਰਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਹੁਣ ਇਹਦੇ ਵਿੱਚ ਇੱਕ ਪਟੀਸ਼ਨ ਪਈ ਹੋਈ ਹੈ। ਜਦੋਂ ਭਾਸਕਰ ਸਾਹਿਬ ਇਹ ਮਾਮਲਾ ਇਹ ਸਟੇਟ ਵਰਸਸ ਪ੍ਰਕਾਸ਼ ਸਿੰਘ ਜਿਹੜੇ DG ਸੀ ਉੱਤਰ ਪ੍ਰਦੇਸ਼ ਦੇ, ਉਦੋਂ ਇਹ ਆਉਂਦਾ ਹੈ ਤਾਂ ਉਦੋਂ UPSC ਫਿਰ ਕਿੱਥੋਂ ਵਿੱਚ ਆ ਜਾਂਦੀ। ਹੁਣ ਰੌ ਰੀਤੀ ਹੈ ਕਿ ਤੁਸੀਂ ਪੈਨਲ ਸੀਨੀਅਰ ਲੋਕਾਂ ਦਾ UPSC ਨੂੰ ਭੇਜੋ, ਉਹਦੇ ਵਿੱਚੋਂ 3 ਨਾਂ ਵਾਪਸ ਭੇਜ ਦਿੰਦੇ ਤੇ ਇਹਨਾਂ ਚੋਂ ਕਿਸੇ ਨੂੰ ਵੀ ਲਾ ਲਓ। ਇਹ ਫਿਰ ਰਫੜ ਕੀ ਸੀਗਾ? ਔਰ ਜੇਕਰ ਰਿਕਮੈਂਡੇਸ਼ਨ ਦਿੱਤੀ ਹੋਈ ਹੈ ਤਾਂ ਕਿਸੇ ਸਟੇਟ ਨੇ ਆਲਰੇਡੀ ਕੋਈ ਬੋਰਡ ਬਣਾਇਆ ਜਿਹਦੇ ਤਰਜ਼ ਦੇ ਉੱਤੇ ਪੰਜਾਬ ਜਦੋਂ ਬੋਰਡ ਬਣਾ ਰਿਹਾ ਕਿ ਆਪਣਾ DG ਆਪ ਲਾਉਣ ਲਈ ਇੱਕ ਹਾਈ ਪਾਵਰ ਕਮੇਟੀ ਬਣਾਉਣ ਦੀ ਰਿਕਮੈਂਡੇਸ਼ਨ ਹੈ ਨਾ। ਔਰ ਦੂਜੀ ਗੱਲ ਤੁਸੀਂ ਠੀਕ ਕਹਿ ਰਹੇ ਹੋ ਕਿ ਇਹਦੇ ਵਿੱਚ ਸੰਵਿਧਾਨ ਸਭਾ ਪੂਰੀ ਤਰ੍ਹਾਂ ਸਮਰੱਥ ਹੈ, ਉਹ ਕੋਈ ਵੀ ਕਾਨੂੰਨ ਬਣਾ ਸਕਦੀ ਹੈ ਜਿਹਦਾ ਅਖਤਿਆਰ ਸਟੇਟ ਜਾਂ ਜਿਹਨੂੰ ਮਤਲਬ ਤੁਸੀਂ ਕਹਿੰਦੇ ਹੋ ਕਿ ਸਟੇਟ ਸਬਜੈਕਟ ਆ, ਉਹਦੇ ਵਿੱਚ ਸਟੇਟ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਆਜ਼ਾਦ ਹੈ ਕੋਈ ਬਣਾਉਣ ਲਈ। ਜੇ ਕੰਕਰੈਂਟ ਲਿਸਟ ਵਿੱਚ ਵੀ ਕੋਈ ਸਾਂਝਾ ਸਬਜੈਕਟ ਵੀ ਆ, ਜਿਵੇਂ ਕਈ ਮਾਮਲੇ ਇਹੋ ਜਿਹੇ ਸਾਂਝਾ ਸਬਜੈਕਟ ਦੇ ਰੂਪ ਵਿੱਚ, ਉਹਦੇ ਵਿੱਚ ਵੀ ਸਟੇਟ ਬਣਾ ਸਕਦੀ ਹੁੰਦੀ। ਇੱਥੇ ਮਾਮਲਾ ਫਸਿਆ ਕਿੱਥੇ ਹੋਇਆ? ਦੇਖੋ, ਸੁਪਰੀਮ ਕੋਰਟ ਦੀ ਰਿਕਮੈਂਡੇਸ਼ਨ ਮੈਂ ਹੁਣੇ ਪੜ੍ਹ ਕੇ ਸੁਣਾਈ ਹੈ, ਔਰ ਜਦ ਤੱਕ ਸਟੇਟਸ ਇਹ ਬੋਰਡ ਨਹੀਂ ਬਣਾਉਂਦੀ ਤਦ ਤੱਕ ਉਹ ਇੱਕ ਟੈਂਪਰੇਰੀ ਅਰੇਂਜਮੈਂਟ ਸੀਗਾ ਕਿ UPSC ਦੇ ਵਿੱਚ ਪੈਨਲ ਭੇਜਿਆ ਜਾਏਗਾ। ਉਹਨਾਂ ਪੈਨਲ ਦੇ ਵਿੱਚੋਂ 3 ਨੰਬਰ 3 4 5 ਜਿੰਨੇ ਵੀ ਹੋ ਸਕਦੇ ਨਾ, ਉਹਨਾਂ ਵਿੱਚੋਂ ਇੱਕ ਸੀਨੀਅਰ ਮੋਸਟ ਨੂੰ ਹੋਮ ਮਿਨਿਸਟਰੀ, ਸੈਂਟਰਲ ਹੋਮ ਮਿਨਿਸਟਰੀ ਜਾਂ ਫਿਰ UPSC ਰਿਕਮੈਂਡ ਕਰੇਗੀ ਔਰ ਉਹਨੂੰ DGP ਬਣਾ ਦਿੱਤਾ ਜਾਏਗਾ। ਨਾਲ ਕੁਝ ਕੰਡੀਸ਼ਨਸ ਲਾਈ ਸੀ ਕਿ ਮਿਨੀਮਮ 2 ਸਾਲ ਦਾ ਟਾਈਮ ਹੋਣਾ ਚਾਹੀਦਾ ਔਰ ਹੋਰ ਥੋੜੀ ਬਹੁਤ ਸੀਨੀਅਰ ਮੋਸਟ ਜਾਂ ਸੀਨੀਅਰਿਟੀ ਦੇ ਹਿਸਾਬ ਨਾਲ ਕੁਝ ਕੰਡੀਸ਼ਨ ਸੀਗੀ। ਪਰ ਨਾਲ ਦੇ ਨਾਲ ਜਿਹੜੀ ਰਿਕਮੈਂਡੇਸ਼ਨ ਦੀ ਮੈਂ ਗੱਲ ਕਰਕੇ ਹਟਿਆ, ਉਹ ਵੀ ਰਿਕਮੈਂਡੇਸ਼ਨ ਸੁਪਰੀਮ ਕੋਰਟ ਦੀ ਹੈ ਕਿ ਸਟੇਟ ਆਪਣੇ ਬੋਰਡ ਬਣਾਏ ਔਰ ਉਹੀ ਬੋਰਡ ਬਣਾਉਣ ਦੀ ਗੱਲ ਇਸ ਅਮੈਂਡਮੈਂਟ ਬਿੱਲ ਦੇ ਵਿੱਚ ਕੀਤੀ ਗਈ ਹੈ। ਇਸ ਤੋਂ ਇਲਾਵਾ ਬਰਜੇਸ਼ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਇੱਕ ਪਟੀਸ਼ਨ ਪਾਈ ਸੀ ਜਿਹਦੇ ਵਿੱਚ ਪੰਜਾਬ ਦੇ ਵਿੱਚ ਔਰ UP ਦੇ ਵਿੱਚ ਐਕਟਿੰਗ DGP ਲਾਉਣ ਦੀ ਪ੍ਰਥਾ ਨੂੰ ਚੈਲੰਜ ਕੀਤਾ ਸੀਗਾ ਕਿ UPSC ਨੂੰ ਜਾਂ ਸਟੇਟ ਦੇ ਬੋਰਡ ਬਣਾਉਣ ਤੋਂ ਬਗੈਰ ਜੇ ਤੁਸੀਂ ਕਿਸੇ ਜੂਨੀਅਰ ਅਫਸਰ ਨੂੰ DGP ਲਾ ਦਿੰਦੇ ਹੋ ਔਰ ਐਕਟਿੰਗ DGP ਲਾ ਦਿੰਦੇ ਹੋ, ਐਕਟਿੰਗ DGP ਦੀ ਟੈਨਿਓਰ ਕਿੰਨੀ ਕੁ ਹੋ ਸਕਦੀ ਹੈ? ਹੁਣ 8 ਮਹੀਨੇ ਤੋਂ ਵੱਧ ਪੰਜਾਬ ਦੇ ਵਿੱਚ ਹੀ ਹੋ ਗਏ ਐਕਟਿੰਗ DGP ਨੂੰ ਲਾ ਕੇ। ਐਦਾਂ ਹੀ UP ਦੇ ਵਿੱਚ ਕਈ ਵਾਰ ਐਕਟਿੰਗ DGP ਲਾਏ ਨੇ। ਇਹ ਮਸਲਾ ਪੰਜਾਬ ਦਾ ਇਕੱਲੇ ਦਾ ਨਹੀਂ ਹੈ, UP ਦੇ ਵਿੱਚ ਵੀ ਇਹ ਮਸਲਾ ਅਟਕਿਆ ਹੋਇਆ ਹੈ ਕਿ ਕੋਈ ਸੂਬਾ, ਕਿਉਂਕਿ ਲਾਅ ਐਂਡ ਆਰਡਰ ਸਟੇਟ ਸਬਜੈਕਟ ਹੈ, ਫਿਰ ਸਟੇਟ ਦੇ ਵਿੱਚ DGP ਲਾਉਣ ਦੀ ਪਾਵਰ ਸਟੇਟ ਦੇ ਕੋਲ ਕਿਉਂ ਨਹੀਂ ਹੈ? ਕਿਉਂ UPSC ਦਾ ਪੰਗਾ? ਔਰ ਸੁਪਰੀਮ ਕੋਰਟ ਦੀ ਉਸ ਰਿਕਮੈਂਡੇਸ਼ਨ ਨੂੰ ਵੀ ਧਿਆਨ ਵਿੱਚ ਰੱਖੋ ਤੇ ਸਟੇਟ ਆਪਣਾ ਬੋਰਡ ਬਣਾ ਕੇ, ਉਹ ਬੋਰਡ ਟਰਾਂਸਪੇਰੈਂਟ ਹੋਣਾ ਚਾਹੀਦਾ, ਉਹ ਬੋਰਡ ਇਦਾਂ ਦਾ ਹੋਣਾ ਚਾਹੀਦਾ, ਉਹਦੇ ਵਿੱਚ ਕੋਈ ਵਿਤਕਰੇ ਨਹੀਂ ਹੋਣੀ ਚਾਹੀਦੀ, ਐਨੋਮਲੀਜ਼ ਨਹੀਂ ਹੋਣੀ ਚਾਹੀਦੀ। ਇਸ ਗੱਲ ਦਾ ਧਿਆਨ ਰੱਖਣ ਵਾਸਤੇ ਸਟੇਟਸ ਨੂੰ ਹੁਕਮ ਦਿੱਤਾ ਸੀਗਾ। ਪਰ ਚਲੋ ਹੁਣ ਇਹ ਗੱਲ, ਹੁਣ ਤੁਸੀਂ ਕੁਝ ਕਹਿ ਰਹੇ ਸੀ। ਹਾਂ, ਇੰਦਰਪ੍ਰੀਤ ਜੀ ਕੁਝ ਇਹਦੇ ਚ ਕਰੈਕਸ਼ਨ ਕਰਨਾ ਚਾਹ ਰਹੇ 2 ਮਾਮਲਿਆਂ ਚੋਂ। ਇੰਦਰਪ੍ਰੀਤ ਜੀ ਕਰ ਦਿਓ ਜੀ।
ਇੱਕ ਤਾਂ ਇਹ ਭਾਸਕਰ ਦਾ ਮੈਂ ਥੋੜੀ ਕਰੈਕਸ਼ਨ ਇਹਦੇ ਵਿੱਚ ਇਹ ਸੀਗੀ ਕਿ ਉਹ ਯੂਪੀਐਸਸੀ ਨੂੰ ਟੋਟਲ ਜਿਹੜੇ ਸੀਨੀਅਰ ਬੰਦੇ ਹੈਗੇ ਆ ਉਹਨਾਂ ਦੀ ਲਿਸਟ ਭੇਜਣੀ ਹੈ ਜਿਨ੍ਹਾਂ ਦੀ ਸਰਵਿਸ ਜਿਹੜੀ ਹੈ 30 ਸਾਲ ਤੋਂ ਉੱਪਰ ਹੋ ਗਈ ਹੈ। ਉਹਨਾਂ ਦੀ ਉਹ ਚ 10 ਵੀ ਹੋ ਸਕਦੇ ਆ, 15 ਵੀ ਹੋ ਸਕਦੇ, ਜਿੰਨੇ ਵੀ ਆਣ ਉਹ ਚ 2 ਜਾਂ 3 ਨਹੀਂ ਭੇਜਣੇ। ਦੂਸਰਾ, ਉਹਨਾਂ ਨੇ ਯੂਪੀਐਸਸੀ ਨੇ ਇੱਕ ਨਹੀਂ ਭੇਜਣਾ, ਯੂਪੀਐਸਸੀ ਨੇ 3 ਦਾ ਪੈਨਲ ਬਣਾ ਕੇ ਭੇਜਣਾ। 3 ਦੇ ਵਿੱਚੋਂ ਇੱਕ ਚੀਫ ਮਿਨਿਸਟਰ ਨੇ ਚੂਜ਼ ਕਰਨਾ ਕਿ ਉਹ ਕਿਹਨੂੰ ਲਗਾਉਣਾ ਚਾਹੁੰਦਾ ਹੈ। ਇਹ ਇੱਕ ਸੀਗੀ। ਤੇ ਜਿਹੜਾ ਇਹ ਬੋਰਡ ਬਣਾਉਣ ਦੇ ਵਿੱਚ ਹੈਗਾ, ਇਹ ਵਾਕਈ ਠੀਕ ਹੈ ਕਿ ਜਿਹੜਾ ਯੂਪੀਐਸਸੀ ਦੇ ਵਿੱਚ ਤਾਂ ਸਿਰਫ ਦੇਖੋ 3 ਹੀ ਬੰਦੇ ਨੇ ਯੂਪੀਐਸਸੀ ਦੇ ਵਿੱਚ, ਯੂਪੀਐਸਸੀ ਦੇ ਬੰਦੇ ਹੈ, ਔਰ ਦੂਸਰਾ ਇੱਕ ਹੋਮ ਮਿਨਿਸਟਰੀ ਦਾ ਇੱਕ ਨੁਮਾਇੰਦਾ ਆਏਗਾ ਔਰ ਸਟੇਟ ਗਵਰਨਮੈਂਟ ਦਾ ਆਏਗਾ। ਲੇਕਿਨ ਜਿਹੜੀ ਇੱਥੇ ਹੈ, ਜਿਹੜਾ ਇਹ ਬਣਾਇਆ, ਕਿਉਂਕਿ ਮੈਂ ਬਿੱਲ ਪੜਿਆ ਹੋਇਆ ਜਦੋਂ ਇਹ ਪਾਸ ਹੋਇਆ ਸੀਗਾ, ਉਦੋਂ ਅਸੀਂ ਇਹ ਨੋਟ ਵੀ ਕਵਰ ਵੀ ਕੀਤਾ, ਉਹਦੇ ਵਿੱਚ ਬਹੁਤ ਜਣੇ ਲਿੱਤੇ ਹੋਏ ਨੇ। ਉਹ ਚ ਯੂਪੀਐਸਸੀ ਦਾ ਵੀ ਹੈ, ਪੀਪੀਐਸਸੀ ਦਾ ਵੀ ਇੱਕ ਮੈਂਬਰ ਹੋਏਗਾ, ਪਰਸੋਨਲ ਦਾ ਵੀ ਇੱਕ ਮੈਂਬਰ ਹੋਏਗਾ, ਹੋਮ ਡਿਪਾਰਟਮੈਂਟ ਦਾ ਵੀ ਇੱਕ ਮੈਂਬਰ ਹੋਏਗਾ, ਹੋਮ ਮਿਨਿਸਟਰੀ ਦਾ ਵੀ ਇੱਕ ਮੈਂਬਰ ਹੋਏਗਾ, ਔਰ ਹਾਈ ਕੋਰਟ ਦਾ ਜੱਜ ਜਿਹੜਾ ਇਹਦੀ ਮਤਲਬ ਅਗਵਾਈ ਕਰੇਗਾ। ਸੋ ਇਹ ਜਿਹੜਾ ਬੋਰਡ ਬਣਾਇਆ ਜਾ ਰਿਹਾ ਹੈ, ਇਹ ਬਹੁਤ ਵੱਡਾ ਬੋਰਡ ਬਣਾਇਆ, ਇਹਦਾ ਦਾਇਰਾ ਬਹੁਤ ਬੜਾ ਹੈ। ਸੋ ਇਹ ਜਿਹੜੀ ਤੁਸੀਂ ਗੱਲ ਕੀਤੀ, 2 ਕਰੈਕਸ਼ਨਾਂ ਸੀਗੀਆਂ, ਇਹ ਮੈਂ ਕਿਹਾ ਚਲੋ ਮੈਨੂੰ ਤੁਹਾਨੂੰ ਦੱਸਦਾ। ਇੱਕ ਕਰੈਕਸ਼ਨ ਇਹਦੇ ਵਿੱਚ ਇਹ ਵੀ ਹੈ ਕਿ ਡੀਜੀਪੀ 8 ਮਹੀਨੇ ਤੋਂ ਨਹੀਂ, ਹੁਣ ਤਾਂ ਸਾਲ ਤੋਂ ਵੱਧ ਹੋ ਗਿਆ। ਹਾਂ, ਔਰ ਦੂਜੀ ਗੱਲ, ਜਿਹੜੀ 2 ਸਾਲ ਦੀ ਟਰਮ ਆ, ਇਹ ਮੰਨਿਆ ਗਿਆ ਕਿ ਯੂਪੀਐਸਸੀ ਵੱਲੋਂ ਭੇਜੇ ਜਿਹੜਾ ਨਾਂ ਫਾਈਨਲ ਕੀਤਾ ਜਾਣਾ, ਉਹਨੂੰ ਘੱਟੋ ਘੱਟ ਭਾਵੇਂ ਉਹ 6 ਮਹੀਨਿਆਂ ਬਾਅਦ ਹੀ ਰਿਟਾਇਰ ਹੋਣ ਵਾਲਾ ਹੋਵੇ, ਉਹਨੂੰ 2 ਸਾਲ ਘੱਟੋ ਘੱਟ ਦਿਓ। ਪਰ ਕੌਣ ਮੰਨਦਾ ਇੱਥੇ? ਬਿਲਕੁਲ ਨਹੀਂ, ਇਹਦੇ ਚ ਰੰਧਾਵਾ ਸਾਹਿਬ ਇਹ ਸੀਗਾ ਕਿ ਜਿਹੜਾ ਇਹ ਪ੍ਰਕਾਸ਼ ਸਿੰਘ ਵਰਸਸ, ਇਹ 2-3 ਵਾਰੀ ਕੇਸ ਚੱਲਿਆ, ਇਹ ਇੱਕ ਵਾਰ ਦਾ ਨਹੀਂ ਹੈ, ਇਹ 2-3 ਵਾਰ ਟਾਈਮ ਟੂ ਟਾਈਮ ਆਇਆ ਸੁਪਰੀਮ ਕੋਰਟ ਦੇ ਵਿੱਚ, ਤੇ ਵੱਖ-ਵੱਖ ਸਮੇਂ 'ਚ ਡਾਇਰੈਕਸ਼ਨਸ ਆਈਆਂ ਨੇ। ਤੁਹਾਨੂੰ ਯਾਦ ਹੋਊਗਾ ਜਦੋਂ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਸੀ, ਉਦੋਂ 2008 ਜਾਂ 9 ਦੇ ਵਿੱਚ ਮੈਨੂੰ ਲੱਗਦਾ ਕਿ ਇੱਕ ਪੰਜਾਬ ਪੁਲਿਸ ਐਕਟ ਬਣਿਆ ਸੀ, ਉਹ ਵੀ ਪ੍ਰਕਾਸ਼ ਸਿੰਘ ਵਰਸਸ ਸਟੇਟਸ ਦੇ ਉੱਤੇ ਹੀ ਬਣਿਆ ਸੀਗਾ, ਜਿਹਦੇ ਵਿੱਚ ਐਸਐਚਓ ਤੋਂ ਲੈ ਕੇ ਡੀਜੀਪੀ ਤੱਕ ਜਿਹੜੇ ਵੀ ਪਬਲਿਕ ਡੀਲਿੰਗ ਨਾਲ ਇਸ ਤਰ੍ਹਾਂ ਸੰਬੰਧ ਨੇ, ਚਾਹੇ ਉਹ ਐਸਐਚਓ ਹੋਵੇ, ਚਾਹੇ ਐਸਐਸਪੀ ਹੋਵੇ, ਚਾਹੇ ਡੀਜੀਪੀ ਹੋਵੇ, ਇਹਨਾਂ ਦੀ ਟੈਨਿਓਰ ਨਿਸ਼ਚਿਤ ਕਰਨ ਦਾ ਇੱਕ ਆਇਆ ਸੀ। ਤੇ ਮੈਨੂੰ ਯਾਦ ਹੈ ਉਹ ਉਸ ਬਿੱਲ ਦੇ ਉੱਤੇ ਕਮ ਸੇ ਕਮ 2 ਤੋਂ 3 ਘੰਟੇ ਬਹਿਸ ਚੱਲੀ, ਰਾਤ ਨੂੰ 8 ਵਜ ਗਏ ਉਹ ਬਿੱਲ ਪਾਸ ਹੋਇਆ, ਔਰ ਸਾਰੀ ਵਿਧਾਨ ਸਭਾ ਨੇ ਉਹਦਾ ਵਿਰੋਧ ਕੀਤਾ, ਟੋਟਲ ਵਿਧਾਨ ਸਭਾ ਨੇ ਉਹਦਾ ਵਿਰੋਧ ਕੀਤਾ, ਪਰ ਬਿੱਲ ਫਿਰ ਵੀ ਪਾਸ ਹੋ ਗਿਆ। ਤੇ ਇਸ ਕਰਕੇ ਕਈ ਵਾਰ ਉਸ ਤੋਂ ਬਾਅਦ ਅਮੈਂਡਮੈਂਟਸ ਆਈਆਂ। ਇਹ ਇਸ ਚੱਕਰ 'ਚ ਹੁੰਦਾ ਕਿਉਂਕਿ ਜਦੋਂ ਤੁਸੀਂ ਬਿੱਲ ਲੈ ਕੇ ਆਉਂਦੇ ਹੋ, ਉਦੋਂ ਕਿਸੇ ਨੂੰ ਦੱਸਦੇ ਹੀ ਨਹੀਂ ਕਿ ਬਿੱਲ ਆ ਕੀ ਰਿਹਾ, ਐਂਡ ਔਨ ਦਾ ਸਪੌਟ ਬਿੱਲ ਪੇਸ਼ ਹੁੰਦੇ ਨੇ, ਤਾਂ ਨਾ ਤਾਂ ਕਿਸੇ ਨੇ ਪੜ੍ਹੇ ਹੁੰਦੇ ਨੇ ਵੀ ਇਹ 'ਚ ਹੈ ਕੀ ਹੈ ਔਰ ਕਰਨਾ ਕੀ ਹੈ। ਇਸ ਕਰਕੇ ਬਹੁਤ ਕਈ ਵਾਰੀ ਦਿੱਕਤ ਆ ਜਾਂਦੀ ਹੈ। ਇਹ ਇੱਥੇ ਵੀ ਇਸ ਮਾਮਲੇ 'ਚ ਵੀ ਇਹ ਦਿੱਕਤਾਂ ਆਈਆਂ ਸੀਗੀਆਂ। ਇਹਦਾ ਮਤਲਬ ਨਟਸ਼ਲ ਅਸੀਂ ਸਿੱਟੇ ਤੇ ਪਹੁੰਚੀਏ ਕਿ ਇੰਨੀ ਚਰਚਾ ਤੇ ਇੰਨੀਆਂ ਪੰਗੇਬਾਜ਼ੀਆਂ ਦੇ ਬਾਵਜੂਦ, ਭਾਵੇਂ ਸਟੇਟ ਦਾ ਅਖਤਿਆਰ ਆ, ਵਿਧਾਨ ਸਭਾ ਸਮਰੱਥ ਹੈ, ਉਹਨਾਂ ਬਿੱਲ ਪਾਸ ਕਰਤਾ। ਕਾਨੂੰਨ ਬਣਾਉਣ ਤੋਂ ਪਹਿਲਾਂ ਗਵਰਨਰ ਸਾਹਿਬ ਕਿਸੇ ਹੋਰ ਜਗ੍ਹਾ ਤੇ ਪੂਰੇ 25, 27, 28 ਸਟੇਟਾਂ 'ਚ ਕਿਤੇ ਹੋਇਆ ਕਿ ਨਹੀਂ ਹੋਇਆ, ਉਧਰ ਝਾਤੀ ਮਾਰਨਗੇ। ਜੇ ਨਹੀਂ ਕਿਤੇ ਹੋਇਆ ਤੇ ਉਹ ਇਹਨੂੰ ਵੀ ਰਾਸ਼ਟਰਪਤੀ ਵੱਲ ਭੇਜ ਦੇਣਗੇ ਜੀ ਕਿ ਵੱਡਾ ਮਾਮਲਾ ਮੇਰੀ ਸਮਰੱਥਾ ਤੋਂ ਜ਼ਰਾ ਸਮਝ ਤੋਂ ਉੱਪਰ ਆ ਤੇ ਤੁਸੀਂ ਇਹਨੂੰ ਕਰ ਦਿਓ ਜੀ। ਇਹਦਾ ਮਤਲਬ ਹੈ ਕਿ ਇਹ ਵੀ ਪੰਗੇ 'ਚ ਰਹੂਗਾ। ਕਰਨ ਨੂੰ ਉਹ ਕਰ ਸਕਦੇ ਆ, ਪਰ ਉਹ ਕਿਉਂ ਕਰਨਗੇ ਜਦੋਂ ਉਹਨਾਂ ਕੋਲੇ ਪ੍ਰਾਵਧਾਨ ਹੋਊਗਾ ਕਿ ਇਹਨੂੰ ਅੱਗੇ ਭੇਜ ਦਿਓ। ਹੁਣ ਆਓ ਤੀਜੇ ਬਿੱਲ ਤੇ, ਜਿਹਨੂੰ ਸ਼੍ਰੋਮਣੀ ਕਮੇਟੀ ਨੇ ਅਪੋਜ਼ ਕੀਤਾ, ਪੰਜਾਬ ਦੀ ਸੱਤਾ ਨੇ ਪੂਰੀ ਨੇ ਅਪੋਜ਼ ਕੀਤਾ, ਵੱਖ-ਵੱਖ ਧਰਾਵਾਂ ਨੇ ਸੱਤਾ ਦੀਆਂ ਨੇ ਕੀਤਾ ਹੋਇਆ, ਔਰ ਇਹਦੇ ਉੱਤੇ ਉਸ ਵੇਲੇ ਅਜਲਾਸ ਬੁਲਾਇਆ ਗਿਆ ਸੀ ਸ਼੍ਰੋਮਣੀ ਕਮੇਟੀ ਦਾ, ਜਿਨ੍ਹਾਂ ਨੇ ਕਿਹਾ ਸੀਗਾ ਕਿ ਸਾਨੂੰ ਮੋਰਚਾ ਲਾਉਣਾ ਪਿਆ ਤੇ ਲਾਵਾਂਗੇ, ਪਰ ਮੋਰਚੇ ਵਾਲੀ ਗੱਲ ਤਾਂ ਕਦੇ ਨਜ਼ਰ ਹੀ ਨਹੀਂ ਆਈ। ਪ੍ਰਧਾਨ ਸਾਹਿਬ ਉਦੋਂ ਬਾਹਰ ਸੀ ਅਕਾਲੀ ਦਲ ਦੇ, ਉਹ ਅਕਾਲੀ ਦਲ ਦੇ ਪ੍ਰਧਾਨ ਬਾਹਰੋਂ ਆਏ ਤੇ ਉਹਨਾਂ ਨੇ ਵੀ ਚੁੱਪ ਜੀ ਵੱਟ ਲਈ। ਮੋਰਚਾ ਤਾਂ ਮੈਨੂੰ ਲੱਗਦਾ ਹੁਣ ਕਿੱਥੇ ਲਾਉਣਾ ਕਿਸੇ ਨੇ, ਪਰ ਇੱਥੇ ਮੋਰਚਾ ਹੋਣਾ, ਜੇ ਇਹ ਮੋਰਚਾ ਸਰਕਾਰ ਜਿੱਤ ਜੂ ਕਿ ਨਹੀਂ, ਇਹ ਬਿੱਲ ਤੇ ਘੱਟੋ ਘੱਟ ਵਾਪਸ ਆ ਜੂ, ਜਾਂ ਇਹਨੂੰ ਵੀ ਪਾਰਲੀਮੈਂਟ ਔਰ ਵਿਧਾਨ ਸਭਾ ਦੇ ਵਿੱਚ ਵਿਚਾਲੇ ਫਸਿਆ ਸਮਝ ਕੇ ਹਰਿਆਣੇ ਨੂੰ ਪਾਸੇ ਰੱਖ ਕੇ ਤੋਰਤਾ ਜਾਊ ਰਾਸ਼ਟਰਪਤੀ ਵੱਲ ਨੂੰ। ਕੀ ਕਹਿੰਦੇ ਹੋ? ਜਿੱਥੇ ਤੱਕ ਇਸ ਬਿੱਲ ਦੀ ਗੱਲ ਹੈਗੀ ਹੈ, ਇਹਦੇ ਵਿੱਚ ਬਹੁਤੀ ਕੰਟਰੋਵਰਸੀ ਨਹੀਂ ਹੈਗੀ, ਕਿਉਂਕਿ ਹਰਿਆਣਾ ਨੇ ਆਪਣੀ ਵੱਖਰੀ ਐਸਜੀਪੀਸੀ ਨੂੰ ਅਸੈਂਬਲੀ ਦੇ ਵਿੱਚ ਪਾਸ ਕਰਾ ਕੇ ਉਹਨੂੰ ਵੀ ਚੈਲੰਜ ਕੀਤਾ ਸੀ ਐਸਜੀਪੀਸੀ ਨੇ ਸੁਪਰੀਮ ਕੋਰਟ ਦੇ ਵਿੱਚ, ਔਰ ਉੱਥੇ ਵੀ ਉਹ ਕੇਸ ਹਾਰ ਗਏ ਸੀ। ਅੱਜ ਵੱਖਰੀ ਐਸਜੀਪੀਸੀ ਹੋਣ ਦੀ ਚਾਹ ਔਰ ਉਹਦੇ ਇਲੈਕਸ਼ਨ ਹੋਣ ਦੀ ਤਿਆਰੀ ਚੱਲ ਰਹੀ ਹੈ। ਯਾਨੀ ਸੈਂਟਰਲ ਗੁਰਦੁਆਰਾ ਐਕਟ ਜਿਹਦੇ ਵਿੱਚ 1925 ਦਾ ਹੈਗਾ, ਉਹਦੇ ਵਿੱਚ ਅਮੈਂਡਮੈਂਟ ਹਰਿਆਣੇ ਦੀ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ ਔਰ ਵੱਖਰੀ ਐਸਜੀਪੀਸੀ ਬਣਾ ਚੁੱਕੀ ਹੈ। ਤੇ ਪੰਜਾਬ, ਕਿਉਂਕਿ ਗੱਲਾਂ ਉਸ ਟਾਈਮ ਵੀ ਚੱਲੀ ਸੀਗੀ, ਗੱਲ ਸ਼ੁਰੂ ਹੋਈ ਸੀ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਦੇ ਉੱਤੇ, ਔਰ ਸਾਡੇ ਸਟੇਟ ਦੀ ਅਸੈਂਬਲੀ ਦੇ ਵਿੱਚ ਪ੍ਰਸਾਰਣ ਦੇ ਮੁੱਦੇ ਦੇ ਉੱਤੇ ਹੀ
ਅਮੈਂਡਮੈਂਟ ਲਿਆਇਆ ਗਿਆ ਕਿ ਵੀ ਇਹਨੂੰ ਐਸਜੀਪੀਸੀ ਖੁਦ ਕਰੇ। ਇਸ ਤੋਂ ਇਲਾਵਾ ਕੋਈ ਇੰਟਰਫੇਅਰ ਐਸਜੀਪੀਸੀ ਦੇ ਕੰਮਕਾਜ ਦੇ ਵਿੱਚ ਕਰਨ ਦੀ ਗੱਲ ਜਿਹੜੀ ਉੜਦੀ ਹੈ ਜਾਂ ਚੱਲਦੀ ਹੈ, ਉਹਦੇ ਉੱਤੇ ਬਹੁਤਾ ਕੋਈ ਇਸ ਬਿੱਲ ਦੇ ਵਿੱਚ ਕੁਝ ਨਹੀਂ ਹੈ। ਹੁਣ ਇਹ ਵੇ ਕਿ ਗੱਲ ਗੁਰਬਾਣੀ ਪ੍ਰਸਾਰਣ ਦੇ ਮੁੱਦੇ ਦੇ ਉੱਤੇ ਆਲਰੇਡੀ ਐਸਜੀਪੀਸੀ ਨੇ ਸਭ ਕੁਝ ਟੈਕਲ ਕਰ ਲਿਆ ਔਰ ਫਿਰ ਦੁਬਾਰਾ ਉਸ ਪੀਟੀਸੀ ਚੈਨਲ ਨੂੰ ਹੀ ਉਹ ਤਰੀਕੇ ਨਾਲ ਆਰਜੀ ਤੌਰ ਤੇ ਹੀ ਮਿਲਿਆ ਹੋਏ, ਪਰ ਉਹ ਠੇਕਾ ਜਿਹਾ ਮਿਲ ਚੁੱਕਿਆ। ਹੁਣ ਇੱਦਾਂ ਦੇ ਹਾਲਾਤ ਦੇ ਵਿੱਚ ਇਸ ਬਿੱਲ ਦੇ ਉੱਤੇ ਸਾਈਨ ਕਰਨ ਦੇ ਵਿੱਚ ਗਵਰਨਰ ਸਾਹਿਬ ਨੂੰ ਬਹੁਤਾ ਕੋਈ ਗੁਰੇਜ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹਦੇ ਪੋਲੀਟੀਕਲ ਰੀਜ਼ਨ ਤੇ ਹੋ ਸਕਦੇ ਨੇ ਗੁਰੇਜ਼ ਕਰਨ ਦੇ, ਲੇਕਿਨ ਗਵਰਨਰ ਸਾਹਿਬ ਦੇ ਕੋਲ ਕੋਈ ਲੀਗਲ ਰੀਜ਼ਨ, ਉਹ ਵੀ ਖਾਸ ਕਰਕੇ ਹਰਿਆਣਾ ਦੇ ਵਿੱਚ ਵੱਖਰੀ ਐਸਜੀਪੀਸੀ ਬਣਾਏ ਜਾਣ ਤੋਂ ਬਾਅਦ ਔਰ ਸੁਪਰੀਮ ਕੋਰਟ ਦੇ ਵਿੱਚ ਵੀ ਉਸ ਨੂੰ ਇੱਕ ਤਰੀਕੇ ਨਾਲ ਤਵੱਜੋ ਦਿੱਤੀ ਗਈ। ਇਹ ਹੁਣ ਗੱਲ ਇੱਥੇ ਖੜੀ ਹੈ ਕਿ ਜੇ ਇਸ ਬਿੱਲ ਦੇ ਉੱਤੇ ਸਾਈਨ ਕਰ ਦਿੰਦੇ ਨੇ ਤੇ ਅਕਾਲੀ ਦਲ ਦੀ ਪੋਲਿਟਿਕਸ ਜ਼ਰੂਰ ਅੱਗੇ ਚੱਲ ਕੇ ਗਰਮਾਏਗੀ, ਲੇਕਿਨ ਗਵਰਨਰ ਸਾਹਿਬ ਇਸ ਬਿੱਲ ਤੇ ਨਾ ਸਾਈਨ ਕਰਕੇ ਇੱਕ ਧਿਰ ਬਣ ਜਾਂਦੇ ਨੇ, ਕਿਉਂਕਿ ਜਿਹੜੀ ਚੀਜ਼ ਹਰਿਆਣਾ ਦੇ ਵਿੱਚ ਪਾਸ ਹੋ ਚੁੱਕੀ ਹੈ ਉਹ ਪੰਜਾਬ ਦੇ ਵਿੱਚ ਕਿਸ ਤਰੀਕੇ ਨਾਲ ਰਿਜੈਕਟ ਕੀਤੀ ਜਾਂਦੀ ਹੈ ਔਰ ਗਵਰਨਰ ਸਾਹਿਬ ਕੀ ਕਹਿ ਕੇ ਇਹ ਰਿਜੈਕਟ ਕਰਨਗੇ ਜਦ ਇਹ ਸੇਮ ਚੀਜ਼ ਹਰਿਆਣਾ ਦੇ ਵਿੱਚ ਆਲਰੇਡੀ ਹੋ ਚੁੱਕੀ ਹੈ। ਹਾਂ, ਮੈਂ ਇੰਦਰਪ੍ਰੀਤ ਜੀ ਇੱਥੇ ਤੁਹਾਡੇ ਕੋਲ ਆਉਣਾ ਚਾਹੁੰਦਾ। ਇਹ 1925 ਦੇ ਵਿੱਚ ਅਣਵੰਡੇ ਪੰਜਾਬ ਦੇ ਵਿੱਚ, ਅਣਵੰਡਿਆ ਨਹੀਂ, ਅਣਵੰਡੇ ਦੇਸ਼ ਦੀ ਪੰਜਾਬ ਅਸੈਂਬਲੀ ਚ ਆਇਆ ਸੀਗਾ 1925 ਚ, ਜਿਹਨੂੰ ਮੁੜ ਕੇ ਦੇਸ਼ ਦੀ ਪਾਰਲੀਮੈਂਟ ਨੇ ਅੱਗੇ ਵਧਾਤਾ ਤੇ ਇਹ ਬਣ ਗਿਆ ਸਿੱਖ ਗੁਰਦੁਆਰਾ ਐਕਟ 1925। ਜਦੋਂ ਹਰਿਆਣੇ ਦੇ ਵਿੱਚ ਆਇਆ ਤਾਂ ਉਦੋਂ ਸਿੱਖ ਗੁਰਦੁਆਰਾ ਐਕਟ 1925 ਦਾ ਜ਼ਿਕਰ ਨਹੀਂ ਹੈ, ਇਸ ਕਰਕੇ ਇਹ ਉਹਦੀ ਅਮੈਂਡਮੈਂਟ ਨਹੀਂ ਮੰਨੀ ਜਾਂਦੀ। ਉਹਨਾਂ ਨੇ ਆਪਣਾ ਹਰਿਆਣਾ ਗੁਰਦੁਆਰਾ ਐਕਟ ਲਿਆਂਦਾ ਜਿਹਦੇ ਲਈ ਉਹ ਸਮਰੱਥ ਆ, ਇਸ ਕਰਕੇ ਉਹਨਾਂ ਉਸ ਐਕਟ ਨੂੰ ਛੇੜੇ ਬਿਨਾ ਆਪਣੇ ਬਸ਼ਿੰਦਿਆਂ ਲਈ ਐਕਟ ਬਣਾ ਕੇ ਤੇ ਉਹਨੂੰ ਅੱਗੇ ਵਧਾਤਾ। ਇਹਦਾ ਮਤਲਬ ਦੋ ਐਕਟ ਇੱਕੋ ਸਮੇਂ ਕੰਮ ਕਰ ਰਿਹਾ। ਜੇ ਸ਼੍ਰੋਮਣੀ ਕਮੇਟੀ ਵੀ ਐਜ ਇਟ ਇਜ਼ ਅੱਗੇ ਵਧਣਾ ਚਾਹਵੇ ਤੇ ਹਰਿਆਣੇ 'ਚ ਵੀ ਇਸ ਇਲੈਕਸ਼ਨ ਦਾ ਹਿੱਸਾ ਹੋ ਸਕਦਾ। ਮੈਂ ਇਹ ਤੁਹਾਡੇ ਤੋਂ ਸਮਝਣਾ ਚਾਹੁੰਦਾ, ਗਵਰਨਰ ਇਸ ਐਂਗਲ ਤੋਂ ਜ਼ਰੂਰ ਅੱਗੇ ਵਧ ਸਕਦੇ ਆ ਕਿ ਇਹ ਸਥਿਤੀ ਅਜੇ ਅਦਾਲਤ ਨੇ ਕਲੀਅਰ ਨਹੀਂ ਕੀਤੀ ਕਿ ਸਿੱਖ ਗੁਰਦੁਆਰਾ ਐਕਟ 1925 ਦੇ ਤਹਿਤ ਸ਼੍ਰੋਮਣੀ ਕਮੇਟੀ 'ਚ ਹਿੱਸੇਦਾਰੀ ਲਈ ਹਰਿਆਣੇ ਦੇ ਸਿੱਖ ਵੋਟ ਕਰ ਸਕਦੇ ਆ ਕਿ ਨਹੀਂ। ਹਰਿਆਣਾ ਕਮੇਟੀ ਸਮਾਨਾਂਤਰ ਵੱਖਰੀ ਹੋਵੇ, ਇਹ ਇੱਕ ਨਵਾਂ ਮੁੱਦਾ ਹੈਗਾ ਜੇ ਇਹਨੂੰ ਸ਼੍ਰੋਮਣੀ ਕਮੇਟੀ ਵੀ ਲੈਣਾ ਚਾਹਵੇ ਤਾਂ। ਕੀ ਕਹਿੰਦੇ ਹੋ? ਬਿਲਕੁਲ ਹੈ ਤਾਂ ਹੈ, ਲੇਕਿਨ ਮੈਨੂੰ ਲੱਗਦਾ ਕਿ ਮਾਮਲਾ ਬਹੁਤ ਹੀ ਉਲਝ ਜਾਏਗਾ ਇਸ ਕਰਕੇ, ਕਿਉਂਕਿ ਇੱਕੋ ਹੀ ਸਟੇਟ ਦੇ ਦੋ ਐਕਟਾਂ ਥੱਲੇ ਮਤਲਬ ਵੋਟਾਂ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀਆਂ ਬਣਾਈਆਂ ਜਾ ਸਕਦੀਆਂ ਨੇ। ਹਾਂ, ਕਾਨੂੰਨੀ ਉਲਝਣਾਂ 'ਚ ਜੇ ਪਾਉਣਾ ਚਾਹਣ ਤਾਂ ਇਹ ਠੀਕ ਹੈ ਕਿ ਕਾਨੂੰਨੀ ਉਲਝਣਾਂ 'ਚ ਪੈ ਸਕਦਾ ਹੈ, ਕਿਉਂਕਿ ਸਿੱਖ ਗੁਰਦੁਆਰਾ ਐਕਟ ਜਿਹੜਾ 1925 ਦੇ ਵਿੱਚ ਹਰਿਆਣਾ ਵਾਲਾ ਏਰੀਆ ਵੀ ਸ਼ਾਮਲ ਹੈ, ਪਰ ਕਿਉਂਕਿ ਹਰਿਆਣੇ ਨੇ ਆਪਣੀ ਜਿਹੜੀ ਕਮੇਟੀ ਆ ਉਹ ਆਪਣੀ ਸਟੇਟ ਦੇ ਹਿਸਾਬ ਨਾਲ ਬਣਾਈ ਹੈ, ਇਸ ਕਰਕੇ ਇਸ ਨੂੰ ਚੇਂਜ ਕੀਤੇ ਬਿਨਾ ਤੋ ਉੱਥੇ ਤੱਕ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਵੋਟਾਂ ਵੇਲੇ ਇਹ ਜੇ ਦੋ ਐਕਟਰ ਸਮਾਨਾਂਤਰ ਚੱਲਣਗੇ ਤਾਂ ਮੈਨੂੰ ਲੱਗਦਾ ਉਲਝਣ ਜ਼ਿਆਦਾ ਵਧੇਗੀ। ਇਹਦੇ ਲਈ ਸੁਪਰੀਮ ਕੋਰਟ ਹੀ ਇਹਦੀ ਕੋਈ ਵਿਆਖਿਆ ਦੇ ਸਕਦਾ ਠੀਕ ਤਰ੍ਹਾਂ, ਕਿਉਂਕਿ ਉਹ 'ਚ ਸੈਂਟਰ ਗਵਰਨਮੈਂਟ ਨੂੰ ਸ਼ਾਮਿਲ ਕਰਨਾ ਹੀ ਪਏਗਾ, ਕਿਉਂਕਿ ਇਹ ਐਕਟ ਜਿਹੜਾ ਹੈਗਾ ਉਹ ਸੈਂਟਰ ਦਾ ਹੈਗਾ। ਦੂਜੀ ਗੱਲ, ਜੇ ਇੰਦਰਪ੍ਰੀਤ ਜੀ ਬੇਅੰਤ ਸਿੰਘ ਦੀ ਸਰਕਾਰ 1992 ਦੇ ਵਿੱਚ 10-15% ਵੋਟਾਂ ਨਾਲ ਬਣ ਸਕਦੀ, ਇਹ ਨਾ ਹੋਵੇ ਕਿ ਹਰਿਆਣੇ ਦੇ ਵਿੱਚ ਵੋਟਾਂ ਬਣਿਆ ਕੋਈ 2-2 4-4 ਜੀ ਬਣਾ ਲੈਣ ਆਪਣੀਆਂ ਵੋਟਾਂ ਤੇ ਉੱਥੇ 5-5 7-7 ਵੋਟਾਂ ਨਾਲ ਹੀ ਮੈਂਬਰ ਬਣ ਕੇ ਸ਼੍ਰੋਮਣੀ ਕਮੇਟੀ 'ਚ 8-10 ਮੈਂਬਰ ਹੋਰ ਸ਼ਾਮਲ ਹੋ ਜਾਣ। ਜੇ ਇਹਦੀ ਵਿਆਖਿਆ ਨਹੀਂ ਹੁੰਦੀ ਤਾਂ ਮੇਰਾ ਖਿਆਲ ਆ ਕਿ ਸਮਾਨ ਅੰਤਰ ਦੋ ਕਮੇਟੀ, ਮਤਲਬ ਹਰਿਆਣੇ ਦੇ ਲੋਕ ਵੋਟ ਸ਼੍ਰੋਮਣੀ ਕਮੇਟੀ ਲਈ ਪਾ ਸਕਣਗੇ। ਦਰਬਾਰ ਸਾਹਿਬ ਤੇ ਸਾਰਿਆਂ ਦਾ ਸਾਂਝਾ ਹੈ, ਸ਼੍ਰੋਮਣੀ ਕਮੇਟੀ ਵੀ ਸਾਰਿਆਂ ਦੀ ਸਾਂਝੀ ਹੈ। ਸੋ ਮੈਨੂੰ ਲੱਗਦਾ ਹੈ ਕਿ ਜਿੰਨਾ ਚਿਰ ਇਹਦੀ ਵਿਆਖਿਆ ਨਾ ਕੀਤੀ ਗਈ ਇਹ ਕੰਪਲੈਕਸ ਇਸ਼ੂ ਆ, ਇਹ ਪੰਗਾ ਆ ਸਕਦਾ। ਇਹਦੇ ਵਿੱਚ ਜਿਹੜਾ ਸਿੱਖ ਗੁਰਦੁਆਰਾ ਕਮਿਸ਼ਨ ਨੇ ਵੀ ਜਿਹੜੀ ਲੈਟਰ ਲਿਖੀ ਹੈ, ਉਹਨਾਂ ਨੇ ਵੀ ਇਸ ਚੀਜ਼ ਨੂੰ ਧਿਆਨ 'ਚ ਰੱਖਿਆ, ਇਸ ਕਰਕੇ ਉਹਨਾਂ ਨੇ ਹਰਿਆਣਾ ਦੇ ਵਿੱਚ ਨਹੀਂ ਪਾਈ ਇਹ ਲੈਟਰ, ਉਹਨਾਂ ਨੇ ਸਿਰਫ ਪੰਜਾਬ, ਯੂਟੀ ਤੇ ਹਿਮਾਚਲ ਦੇ ਵਿੱਚ ਦੇ ਚੀਫ ਸੈਕਟਰੀ ਨੂੰ ਲਿਖੀ ਹੈ ਕਿ ਉਹ ਆਪਣੀ ਵੋਟਾਂ ਬਣਾਉਣ ਦਾ ਕੰਮ ਕਰਨ। ਸੀਟਾਂ ਵੀ ਉਹਨਾਂ ਨੇ ਜਿਹੜੀਆਂ ਸੀਗੀਆਂ ਉਹ ਘਟਾਤੀਆਂ, ਮਤਲਬ 170 ਦੇ ਕਰੀਬ ਪਹਿਲਾਂ ਸੀਟਾਂ ਸੀਗੀਆਂ ਤੇ ਮੈਨੂੰ ਉਹਨੂੰ ਘਟਾ ਕੇ ਸ਼ਾਇਦ 155 ਦੇ ਕਰੀਬ ਲੈ ਕੇ ਆਏ, ਤਾਂ ਉਹ ਜਿਹੜੀਆਂ ਹਰਿਆਣੇ ਵਾਲੀਆਂ ਸੀਟਾਂ ਸੀ ਉਹਨਾਂ ਨੇ ਵੱਖ ਕਰਤੀਆਂ। ਤਾਂ ਮੈਨੂੰ ਲੱਗਦਾ ਕਿ ਜਿਹੜਾ ਇਹ ਵਾਰ ਇਸ ਟਾਈਮ ਜਿਹੜਾ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਉਹ ਸਿਰਫ ਔਰ ਸਿਰਫ ਪੰਜਾਬ, ਯੂਟੀ ਤੇ ਹਿਮਾਚਲ ਵਾਸਤੇ ਹੀ ਸ਼ੁਰੂ ਹੋਇਆ ਤਾਂ ਹੈ। ਪਰ ਜੇ ਹਰਿਆਣੇ ਦਾ ਇੱਕ ਵੀ ਵਿਅਕਤੀ ਹਾਈ ਕੋਰਟ 'ਚ ਜਾ ਕੇ ਕਹਿ ਦੇ ਕਿ ਮੈਂ ਸ਼੍ਰੋਮਣੀ ਕਮੇਟੀ ਦੀ ਚੋਣ 'ਚ ਹਿੱਸਾ ਲੈਣਾ ਚਾਹੁੰਦਾ ਤੇ ਸਿੱਖ ਗੁਰਦੁਆਰਾ ਐਕਟ 1925 ਦੇ ਅਨੁਸਾਰ ਮੈਂ ਇਹਦੇ ਲਈ ਕੈਪੇਬਲ ਆ ਤੇ ਮੈਨੂੰ ਵੋਟ ਬਣਾਉਣ ਦਿੱਤੀ ਜਾਵੇ, ਤਾਂ ਨਾ ਤਾਂ ਗੁਰਦੁਆਰਾ ਚੋਣ ਕਮਿਸ਼ਨਰ ਸਾਰੋਂ ਸਭ ਕੁਝ ਕਰ ਸਕਦੇ ਆ ਤੇ ਨਾ ਹਰਿਆਣੇ ਵਾਲੀ ਸਰਕਾਰ ਨੇ। ਮਾਮਲਾ ਫਿਰ ਸੁਪਰੀਮ ਕੋਰਟ 'ਚ ਜਾਊਗਾ, ਹਾਈ ਕੋਰਟ ਨੇ ਕਹਿਣਾ ਕਿ ਸੁਪਰੀਮ ਕੋਰਟ ਦਾ ਫੈਸਲਾ ਉੱਥੇ ਜਾਓ। ਮੈਨੂੰ ਲੱਗਦਾ ਇਹ ਨੁਕਤਾ ਜੇ ਕਿਸੇ ਨੇ ਅੱਗੇ ਨਹੀਂ ਵਧਾਇਆ। ਸੋ ਕੁੱਲ ਮਿਲਾ ਕੇ ਜੇ ਅੱਜ ਗਵਰਨਰ ਸਾਹਿਬ ਸਾਡੀ ਇਸ ਗੱਲਬਾਤ ਤੋਂ ਬਾਅਦ ਇਹਨੂੰ
ਰਾਸ਼ਟਰਪਤੀ ਲਈ ਜਾਂ ਕੇਂਦਰ ਨੂੰ ਭੇਜਣਾ ਚਾਹਣ ਤੇ ਉਹਨਾਂ ਕੋਲ ਨਵਾਂ ਰਾਹ ਹੈ। ਭਾਸਕਰ ਸਾਹਿਬ ਅੱਗੇ ਆਪਾਂ ਇੰਦਰਪ੍ਰੀਤ ਜੀ ਅਗਲੀ ਖਬਰ ਮੈਂ ਤੁਹਾਡੇ ਤੋਂ ਲੈਣੀ। ਭਾਸਕਰ ਸਾਹਿਬ ਜਲੰਧਰ ਦਾ ਹਾਲ ਸੁਣਾਓ ਭਾਸਕਰ ਸਾਹਿਬ ਪਹਿਲਾਂ, ਫਿਰ ਜਸਕਰਨ ਸਿੰਘ IG ਨੂੰ ਭੇਜਿਆ ਸਰਕਾਰ ਨੇ, ਉਹ ਕਰ ਸਕਣਗੇ ਕੁਝ ਇਸ ਵਾਰੀ ਕਿ ਨਹੀਂ ਗੰਨੇ ਦੇ ਮਾਮਲੇ 'ਚ ਰੁਕੀ ਹੋਈ ਸੜਕ ਨੂੰ ਲੈ ਕੇ? ਸਥਿਤੀ ਕੀ ਹੈ? ਭਾਸਕਰ ਸਾਹਿਬ ਨੇ ਦਿੱਲੀ ਜਾਣਾ, ਇਹ ਵੀ ਸੋਚ ਰਿਹਾ ਕਿ ਮੈਂ ਅੰਮ੍ਰਿਤਸਰੋਂ ਆਪਣਾ ਬਾਈ ਏਅਰ ਨਾ ਚੱਲ ਜਾ, ਪਰ ਟਿਕਟਾਂ 20-20 ਹਜ਼ਾਰ ਨੂੰ ਟੱਚ ਕਰ ਰਹੀਆਂ, ਮੈਂ ਸਵੇਰੇ ਦੇਖੀਆਂ ਸੀ ਜੀ। ਜਿਸ ਤਰੀਕੇ ਨਾਲ ਜਲੰਧਰ ਦਾ ਹਾਲ ਹੈਗਾ, ਹਾਈਵੇ ਜਾਮ ਸੀਗਾ, ਕੱਲ ਕੂਚ ਕਰ ਗਏ ਪਟਰੀਵਾਲ ਸਾਈਡ, ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਹੁਣ ਟ੍ਰੇਨਾਂ ਵੀ ਕੈਂਸਲ ਹੈਗੀਆਂ ਤੇ ਹਾਈਵੇ ਦੇ ਵਿੱਚ ਪੂਰੇ ਤਰੀਕੇ ਨਾਲ ਈਵਨ ਸਰਵਿਸ ਲਾਈਨ ਵੀ ਜਾਮ ਹੈਗੀ ਹੈ। DC ਜਾਂ ਐਡਮਿਨਿਸਟ੍ਰੇਸ਼ਨ ਲੈਵਲ ਤੇ ਗੱਲਬਾਤ ਤੇ ਚੱਲ ਰਹੀ ਹੈ। ਹੁਣ IG ਜਿਹੜੇ ਜਸਕਰਨ ਸਿੰਘ ਹੈ ਉਹਨਾਂ ਦੀ ਡਿਊਟੀ ਲਾਈ ਗਈ ਹੈ, ਪਹਿਲੇ ਵੀ ਉਹਨਾਂ ਦੀ ਡਿਊਟੀ ਕਈ ਵਾਰ ਲਾਈ ਗਈ ਸੀ, ਕਈ ਵਾਰ ਸਫਲਤਾ ਮਿਲੀ। ਹੁਣ ਉਮੀਦ ਕਰਦੇ ਹਾਂ ਕਿ ਵੀ ਕੋਈ ਗੱਲਬਾਤ ਹੁੰਦੀ ਹੈ, ਕਿਉਂਕਿ 26 ਤਰੀਕ ਨਜ਼ਦੀਕ ਆ ਰਹੀ ਹੈ, ਜਦ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੇ ਕੂਚ ਕਰਨਾ ਹੈ ਔਰ ਜਲੰਧਰ ਦੇ ਵਿੱਚ ਉੱਦਾਂ ਹੀ ਗਾਹ ਪਿਆ ਹੋਇਆ ਹੈ। ਉੱਤੇ ਮੁੱਖ ਮੰਤਰੀ ਉਹਨਾਂ ਦੀ ਉਹ ਟਵੀਟ ਮੁੱਖ ਮੰਤਰੀ ਸਾਹਿਬ ਦਾ, ਉਹਨੇ ਹੋਰ ਜ਼ਿਆਦਾ ਪੰਗਾ ਪਾ ਦਿੱਤਾ ਜਦ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਆਮ ਲੋਕ ਤੁਹਾਡੇ ਖਿਲਾਫ ਹੋ ਜਾਣਗੇ ਔਰ ਐ ਨਾ ਹੋਏ ਤੁਹਾਨੂੰ ਧਰਨੇ ਪ੍ਰਦਰਸ਼ਨ ਵਾਸਤੇ ਕੁਝ ਲੋਕ ਵੀ ਨਾ ਮਿਲਣ। ਯਾਨੀ ਇਹ ਜਿਹੜੀ ਗੱਲਾਂ ਹੈਗੀ ਹੈ ਉਹ ਇੱਕ ਤਰੀਕੇ ਨਾਲ ਜਿਹੜੀ ਅੱਗ ਲੱਗੀ ਹੋਈ ਹੈ ਕਿਸਾਨਾਂ ਦੇ ਪ੍ਰਦਰਸ਼ਨ ਦੀ, ਉਹਦੇ ਵਿੱਚ ਤੇਲ ਫੂਕਣ ਵਾਲੀ ਗੱਲ ਹੈਗੀ ਹੈ, ਤੇਲ ਸੁੱਟਣ ਵਾਲੀ ਗੱਲ ਹੈਗੀ ਹੈ। ਪਰ ਇਹ ਹਾਲਾਤ ਠੀਕ ਹੋਣਗੇ ਨਹੀਂ ਹੋਣਗੇ ਫਿਲਹਾਲ ਇਹਦੀ ਉਮੀਦ ਬੜੀ ਘੱਟ ਹੈਗੀ ਹੈ। ਪਰ ਚਲੋ ਗੱਲਬਾਤ ਦੇ ਜ਼ਰੀਏ ਸਾਰੀ ਸਮੱਸਿਆਵਾਂ ਦਾ, ਸਾਰੀ ਗੱਲਾਂ ਦਾ ਹੱਲ ਹੋ ਸਕਦਾ ਹੈ। ਇਹ ਇੱਕ ਉਮੀਦ ਦੇ ਜ਼ਰੀਏ ਅਸੀਂ ਵੀ ਉਮੀਦ ਰੱਖ ਕੇ ਬੈਠੇ ਹਾਂ ਕਿ ਉਮੀਦ ਹੈ ਕਿ ਵੀ ਅੱਜ ਕੁਝ ਫੈਸਲਾ ਜਾਂ ਕੋਈ ਸ਼ਾਂਤੀ ਜਾਂ ਕੋਈ ਪ੍ਰਦਰਸ਼ਨ ਹਟ ਜਾਏ। ਇੰਦਰਪ੍ਰੀਤ ਜੀ ਗਵਰਨਮੈਂਟ ਕੱਲ ਕਾਫੀ ਸਰਗਰਮ ਨਜ਼ਰ ਆ ਰਹੀ ਸੀ ਤੇ ਤੁਸੀਂ ਅੰਦਰੋਂ ਇਹ ਖਬਰ ਕੱਢ ਵੀ ਰਹੇ ਸੀਗੇ, ਤੇ ਮੈਨੂੰ ਜ਼ਰੂਰ ਇਹਦੇ ਨਾਲ ਸਾਂਝ ਪਵਾ ਦਿਓ। ਮੁੱਖ ਮੰਤਰੀ ਸਾਹਿਬ ਨੇ ਅੱਜ ਆਪਣੇ MLAs ਨੂੰ ਵੀ ਮਿਲਣਾ, ਮੈਨੂੰ ਲੱਗਦਾ ਕਈ ਤਰ੍ਹਾਂ ਦੀਆਂ ਚੋਣਾਂ 'ਚ ਜਾਣ ਤੋਂ ਪਹਿਲਾਂ ਵਿਧਾਨ ਸਭਾ ਤੇ ਐਵੇਂ ਰਸਮ ਹੁੰਦੀ ਹੈ ਕਿ ਵਿਧਾਨ ਸਭਾ ਦੇ ਬਹਾਨੇ ਮਿਲ ਲਿਆ ਜਾਵੇ, 1.5 ਦਿਨ ਦਾ ਸੈਸ਼ਨ ਆ, 92 ਇਹਨਾਂ ਦੇ ਬੰਦੇ ਆ, ਜੇ ਹਾਏ 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 ਵੀ ਕਰਨ ਲੱਗ ਪੈਣ ਤੇ ਵਿਰੋਧੀਆਂ ਦੀ ਆਵਾਜ਼ ਵੈਸੇ ਨਹੀਂ ਸੁਣਦੀ ਹੁੰਦੀ। ਸੋ ਮੈਨੂੰ ਲੱਗਦਾ ਉਹਦੇ ਲਈ ਰਣਨੀਤੀ ਕੀ ਬਣਾਉਣੀ ਆ। ਪਰ ਮੈਂ ਆ ਜਿਹੜੀ ਦੇਖ ਰਿਹਾ ਕਿਸਾਨੀ ਦੇ ਸੰਕਟ ਸਾਹਮਣੇ ਆ ਗਏ ਆ ਤੇ ਜਿਹੜੀ ਅਨਰੈਸਟ ਪਾਈ ਜਾ ਰਹੀ ਹੈ MLAs ਤੇ ਮੰਤਰੀਆਂ ਦੇ ਵਿੱਚ, ਇਹਨੂੰ ਵੀ ਐਡਰੈਸ ਕਰ ਲਿਆ ਜਾਊਗਾ। IG ਜਸਕਰਨ ਸਿੰਘ ਵਾਲੀ ਖਬਰ ਤਾਂ ਤੁਸੀਂ ਲਓਗੇ ਜੀ। ਦੇਖੋ ਕੱਲ ਜਿਹੜੀ ਪਹਿਲਾਂ ਤਾਂ ਸੜਕਾਂ ਜਾਮ ਸੀਗੀਆਂ, ਉਸ ਤੋਂ ਬਾਅਦ ਜਿਹੜਾ ਕੱਲ ਫੈਸਲਾ ਰੇਲ ਜਾਮ ਹੋਣ ਦਾ ਹੋਇਆ, ਉਸ ਤੋਂ ਬਾਅਦ ਮੁੱਖ ਮੰਤਰੀ ਤੇ ਹਰਪਾਲ ਚੀਮਾ ਇਹਨਾਂ ਨੇ ਮੀਟਿੰਗ ਕੀਤੀ ਸੀ ਕੱਲ, ਕਿਉਂਕਿ ਇਹਦੇ 'ਚ ਫਾਈਨੈਂਸ਼ੀਅਲ ਇੰਪਲੀਕੇਸ਼ਨਸ ਤਾਂ ਹੈਗੀਆਂ ਹੀ ਨੇ। ਹੁਣ ਕਿੰਨਾ ਰੇਟ ਵਧਾਉਣਾ ਕਿੰਨਾ ਨਹੀਂ ਵਧਾਉਣਾ, ਇਹ ਬਹੁਤ ਇੰਪੋਰਟੈਂਟ ਇਸ਼ੂ ਹੈ, ਕਿਉਂਕਿ ਸਟੇਟ ਦੀ ਹਾਲਤ ਇਦਾਂ ਨਹੀਂ ਹੈ ਕਿ ਉਹ ਬਹੁਤ ਜ਼ਿਆਦਾ ਵਧਾ ਸਕੇ। ਕਿਉਂਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ 380 ਨਾਲ ਹੀ ਜਿਹੜਾ ਹੈਗਾ ਉਹੀ ਅਜੇ 58 ਕਰੋੜ ਰੁਪਇਆ ਪੈਂਡਿੰਗ ਪਿਆ। ਜੇ ਆਪਾਂ 380 ਦੇ ਨਾਲ ਦੇ ਰਹੇ ਸੀਗੇ ਤਾਂ ਜੇ ਤੁਸੀਂ ਹੋਰ ਵਧਾਓਗੇ ਤਾਂ ਉਹ ਵੀ ਹਾਲਤ ਉੱਥੇ ਹੀ ਰਹਿਣਗੇ, ਉਹਨਾਂ 'ਚ ਕੋਈ ਸੁਧਾਰ ਹੋਣ ਵਾਲਾ ਹੈ ਨਹੀਂ। ਚਲੋ ਇਹ ਇੱਕ ਵੱਖਰੀ ਹੈ, ਪਰ ਨਾਲ ਹੀ ਕੱਲ IG ਮੀਟਿੰਗ ਜੋ ਸੋਰਸਸ ਦੱਸ ਰਹੇ ਸੀ ਕਿ ਉਹ ਇਹ ਹੋਇਆ ਕਿ ਮੁੱਖ ਮੰਤਰੀ ਜ਼ਿਆਦਾ ਖੁਸ਼ ਨਹੀਂ ਹੈ ਕਿ ਇਹ ਬਾਰ-ਬਾਰ ਜਿਹੜੇ ਧਰਨੇ ਦੇ ਰਹੇ ਆਪਾਂ ਬਾਰ-ਬਾਰ ਝੁਕੀ ਜਾ ਰਹੇ ਹਾਂ। ਉਹਦੇ ਵਿੱਚ ਦਿੱਕਤਾਂ ਦੋ ਨੇ। ਇੱਕ ਦਿੱਕਤ ਤਾਂ ਹੈਗੀ ਹੈ ਕਿ ਚਲੋ ਇਹਨਾਂ ਨੂੰ ਤਾਂ ਜਿਹੜੇ ਇੱਥੇ ਬੈਠੇ ਆ ਜਲੰਧਰ ਦੇ ਵਿੱਚ, ਉਹਨਾਂ ਨੂੰ ਤਾਂ ਉਹਨਾਂ ਦੀ ਮੰਗ ਤਾਂ ਸਿਰਫ ਜ਼ਿਆਦਾ ਜਿਹੜੀ ਵੱਡੀ ਮੰਗ ਹੈਗੀ ਹੈ ਉਹ ਹੈਗੀ ਗੰਨੇ ਦੀ ਕੀਮਤ ਨਿਰਧਾਰਿਤ ਕਰਨਾ ਤੇ ਮਿੱਲਾਂ ਨੂੰ ਚਲਾਉਣਾ। ਮਿੱਲਾਂ ਨੂੰ ਚਲਾਉਣਾ ਤਾਂ ਤਕਰੀਬਨ ਮੰਨੀ ਹੋਈ ਹੈ ਸਰਕਾਰ, ਇਹਦੇ 'ਚ ਮੈਨੂੰ ਵੀ ਪਤਾ ਨਹੀਂ ਕਿ ਦੇਰੀ ਕੀਤੀ ਕਿਉਂ ਜਾ ਰਹੀ ਹੈ। ਅੱਜ 24-25 ਆਸ-ਪਾਸ ਡੇਟ ਹੋ ਗਈ ਹੈ ਨਵੰਬਰ, ਤੇ ਕਟਾਈ ਸ਼ੁਰੂ ਹੋ ਚੁੱਕੀ ਹੈ ਗੰਨੇ ਦੀ, ਤੇ ਮਿੱਲਾਂ ਕਿਉਂ ਨਹੀਂ ਚਲਾਈਆਂ ਜਾ ਰਹੀਆਂ? ਇਹ ਗਵਰਨਮੈਂਟ ਦੇ ਪਾਰਟ ਤੇ ਤਾਂ ਗਲਤੀ ਹੈ ਹੀ ਹੈ, ਪਰ ਦੂਜੇ ਜਿਹੜੀ ਕੀਮਤ ਨਿਸ਼ਚਿਤ ਕਰਨੀ ਹੈ ਉਹ ਵੀ ਕੋਈ ਛੋਟਾ ਇਸ਼ੂ ਨਹੀਂ ਹੈ, ਉਹ 'ਚ ਬਹੁਤ ਵੱਡੀ ਫਾਈਨੈਂਸ਼ੀਅਲ ਇੰਪਲੀਕੇਸ਼ਨ ਹੈਗੀ ਹੈ। ਪਰ ਉਸ ਤੋਂ ਵੱਡਾ ਦਿੱਕਤ ਹੈਗੀ ਹੈ ਜਿਹੜੀ 26, 27, 28 ਤਰੀਕ ਨੂੰ ਇੱਥੇ ਕਿਸਾਨਾਂ ਨੇ ਆਣਾ ਹੈ। ਮੁੱਖ ਮੰਤਰੀ ਨੇ ਜਿਹੜਾ ਇੱਕ ਟਵੀਟ ਕਰਤਾ ਸੀ ਪਿਛਲੇ ਦਿਨਾਂ 'ਚ ਕਿ ਤੁਹਾਨੂੰ ਬੰਦੇ ਨਹੀਂ ਮਿਲਨੇ, ਭਾਸਕਰ ਸਾਹਿਬ ਨੇ ਵੀ ਜਿਵੇਂ ਦੱਸਿਆ, ਮੈਨੂੰ ਲੱਗਦਾ ਕਿ ਉਹ ਕੁਝ ਜ਼ਿਆਦਾ ਸੀਰੀਅਸਲੀ ਲੈ ਗਏ ਹੈ ਇਸ ਨੂੰ, ਤੇ ਸ਼ਾਇਦ ਇਹ ਪਲਟਵਾਰ ਵੀ ਹੋ ਸਕਦਾ। ਯਾਨੀ CM ਦਾ ਜਿਹੜਾ ਟਵੀਟ ਹੈਗਾ ਉਸ ਦਾ ਇੱਕ ਪਲਟਵਾਰ ਵੀ ਹੋ ਸਕਦਾ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਬੰਦੇ ਫਿਰ ਸਾਡੇ ਕੋਲ ਕਿੰਨੇ ਕੁ ਨੇ। ਕਿਸਾਨ ਸੰਗਠਨਾਂ ਨੇ ਵੀ ਇਸ ਚੀਜ਼ ਨੂੰ ਇੱਕ ਚੈਲੰਜ ਵਜੋਂ ਲੈ ਲਿਆ, ਤੇ ਜਿਵੇਂ ਜਿਵੇਂ ਪਿੰਡਾਂ ਦੇ ਵਿੱਚ ਟਰਾਲੀਆਂ ਨੂੰ ਸਜਾਇਆ ਜਾ ਰਿਹਾ ਹੈ, ਉਸ ਤਰ੍ਹਾਂ ਲੱਗਦਾ ਹੈ ਕਿ ਵੀ ਉਹ ਕੋਈ ਬਹੁਤ ਸੀਰੀਅਸ ਨੇ। 75% ਜਿਹੜੀ ਹੈਗੀ ਹੈ ਉਹ ਕਣਕ ਦੀ ਬਿਜਾਈ ਹੋ ਚੁੱਕੀ ਸਾਰੇ ਏਰੀਆਸ 'ਚ। ਇਹਦਾ ਮਤਲਬ ਕਿਸਾਨਾਂ ਕੋਲੇ ਹੁਣ ਟਾਈਮ ਹੈਗਾ। 26, 27 ਤੇ 28 ਨੂੰ ਜਿਹੜਾ ਇਹ ਇੱਥੇ ਚੱਲਣਾ ਹੈ ਆਪਣੇ ਆਪਣੇ ਹਲਕਿਆਂ ਦੇ ਵਿੱਚੋਂ ਚੰਡੀਗੜ੍ਹ ਵੱਲ ਨੂੰ, ਕੱਲਾ ਪੰਜਾਬ ਨੇ ਨਹੀਂ ਚੱਲਣਾ ਹੈਗਾ, ਉਹ ਹਰਿਆਣੇ ਵਾਲਿਆਂ ਨੇ ਵੀ ਚੱਲਣਾ ਹੈ, ਤੇ ਬਾਕੀ ਸਟੇਟਾਂ ਦੀਆਂ ਦੇ ਫਾਰਮਰਸ ਨੇ ਵੀ ਆਪਣੇ
ਜਿਹੜੇ ਰਾਜਧਾਨੀਆਂ ਹੈਗੀਆਂ ਨਾ ਉਹਨਾਂ ਵੱਲ ਚੱਲਣਾ ਹੈ। ਤਾਂ ਸੋ ਇਹ ਸੰਭਾਲਣਾ ਗਵਰਨਮੈਂਟ ਲਈ ਕੋਈ ਸੌਖਾ ਨਹੀਂ ਹੈ। ਔਰ ਮੈਨੂੰ ਇਹ ਵੀ ਲੱਗ ਰਿਹਾ ਕਿ ਕਿਤੇ ਇਹ ਨਾ ਹੋਵੇ ਕਿ ਜੇ ਕਿਤੇ ਸਖਤੀ ਵਰਤੀ ਗਈ ਔਰ ਕਿਸਾਨ ਉੱਥੇ ਹੀ ਬੈਠ ਗਏ ਤੇ ਇਹ ਜਿਹੜਾ ਧਰਨਾ ਹੁਣ ਤੱਕ ਆਪਾਂ ਕਹਿ ਰਹੇ ਹਾਂ ਵੀ 3 ਦਿਨ ਦਾ ਸਿੰਬੋਲਿਕ ਧਰਨਾ ਦੇਣਾ ਹੈ, ਉਹ ਕਿਤੇ ਫਿਰ 30 ਦਿਨ ਦਾ ਜਾਂ 300 ਦਿਨ ਦਾ ਜਾਂ ਇਸ ਤੋਂ ਵੀ ਵੱਧ ਵਾਜੇ, ਜਿਵੇਂ ਦਿੱਲੀ ਵਾਲਾ ਵਧਿਆ ਸੀ। ਉਦੋਂ ਵੀ ਸਿਰਫ ਕਿਹਾ ਹੀ ਗਿਆ ਸੀ ਵੀ ਅਸੀਂ ਇੱਕ ਦਿਨ ਜਾ ਕੇ ਆਣਾ ਹੈ, ਪਰ ਇੱਕ ਦਿਨ ਪੂਰਾ ਫਿਰ 1 ਸਾਲ ਤੋਂ ਵੀ ਉੱਪਰ ਹੋ ਗਿਆ ਸੀ। ਤੇ ਮੈਨੂੰ ਲੱਗਦਾ ਕਿ ਇਹ ਵੀ ਕਿਤੇ ਇੱਥੇ ਦਾ ਹੀ ਨਾ ਹੋ ਜਾਏ। ਇਸ ਤਰ੍ਹਾਂ ਦੀ ਵੀ ਇੱਕ ਜਿਹੜੀ ਹੈ ਸ਼ੰਕਾ ਪੈਦਾ ਹੋ ਰਹੀ ਹੈ। ਮੈਂ ਜਿਹੜੀ ਖਬਰ ਛੋਟੀ ਜੀ ਤੁਹਾਨੂੰ ਟੱਚ ਕਰਨ ਲਈ ਕਿਹਾ ਸੀ, ਜਰਾ ਜੇ ਉਹਨੂੰ ਧਿਆਨ ਦੇ ਦਿਓ ਵੀ ਜਸਕਰਨ ਸਿੰਘ ਇਸ ਵਾਰੀ ਇਸ ਮਾਮਲੇ 'ਚ ਉੱਭਰ ਸਕਣਗੇ, ਬਹੁਤ ਛੋਟੀ ਟਿੱਪਣੀ। ਤੇ ਨਾਲ ਮੁੱਖ ਮੰਤਰੀ ਜਦੋਂ ਆਪਣੇ ਐਮਐਲਏਜ਼ ਨੂੰ ਮਿਲਣਗੇ ਤਾਂ ਇੰਨੇ ਭਾਰੇ ਬੋਝ ਨਾਲ ਕਿ ਉਹ ਪੂਰੀ ਰੂਹਦਾਰੀ ਨਾਲ ਵੀ ਪਾ ਸਕਣਗੇ। ਐਮਐਲਏ ਫਿਰ ਪੁਰਾਣੇ 2-4 ਗਿਲੇ ਸ਼ਿਕਵੇ ਵੀ ਕਰ ਸਕਦੇ ਆ ਵੀ ਦੇਖੋ ਸਰ ਮਿਲ ਲਿਆ ਕਰੋ ਜੀ, ਕੰਮ ਬੜੇ ਪਏ ਹੁੰਦੇ ਆ। ਮਤਲਬ ਇਹ ਜਸਕਰਨ ਸਿੰਘ ਵਾਲੀ ਤਾਂ ਮੈਂ ਤੁਹਾਨੂੰ ਦੱਸਿਆ, ਜਿਵੇਂ ਕੱਲ ਮੀਟਿੰਗ ਜਿਹੜੀ ਹੋਈ ਤਾਂ ਉਹ ਮੀਟਿੰਗ ਦੇ ਵਿੱਚ ਇਹ ਤੈਅ ਹੋਇਆ ਸੀਗਾ ਕਿ ਪਹਿਲਾਂ ਫਾਰਮਰਸ ਨਾਲ ਗੱਲ ਕਰਨ ਤੋਂ ਪਹਿਲਾਂ ਵੀ ਉਹਨਾਂ ਦੀ ਰੇਟਸ ਕਿੰਨੇ ਵਧਾਣੇ ਆ ਜਾਂ ਨਹੀਂ ਵਧਾਣੇ, ਉਸ ਤੋਂ ਪਹਿਲਾਂ ਇਹ ਨਿਸ਼ਚਿਤ ਕੀਤਾ ਜਾਏ ਕਿ ਕਿਸਾਨ ਧਰਨਾ ਆਪਣਾ ਖਤਮ ਕਰਨਗੇ ਤੇ ਜਿਹੜਾ ਰੇਲ ਤੇ ਸੜਕ ਆਵਾਜਾਈ ਹੈ ਇਹ ਚਲਾ ਦੇਣਗੇ। ਬੇਸ਼ੱਕ ਧਰਨੇ ਤੇ ਬੈਠੇ ਰਹਿਣ ਲੇਕਿਨ ਸਾਈਡ ਤੇ ਬੈਠ ਜਾਣ, ਸੜਕ ਤੇ ਰੇਲ ਘੱਟੋ ਘੱਟ ਖਤਮ ਕਰਨ। ਵੀ ਇਹ ਜਿਹੜਾ ਡੈਡਲੌਕ ਹੈ ਇਸ ਨੂੰ ਖਤਮ ਕਰਨ ਵਾਸਤੇ ਆਈਜੀ ਇੰਟੈਲੀਜੈਂਸ ਜਿਹੜੇ ਹੈਗੇ ਆ ਜਸਕਰਨ, ਉਹ ਅੱਜ ਫਾਰਮਰਸ ਨਾਲ ਗੱਲ ਕਰਨਗੇ ਤੇ ਉਹਨਾਂ ਨੂੰ ਹੋ ਸਕਦਾ ਕਿ ਇਹ ਵੀ ਦਿੱਤੀ ਜਾਏ ਆਫਰ ਕਿ ਗਵਰਨਮੈਂਟ ਇਸ ਬਾਰੇ ਸੋਚ ਰਹੀ ਹੈ ਵੀ ਇੰਨਾ ਕੁ ਜਿਹੜਾ ਹੈਗਾ ਰੇਟ ਅਸੀਂ ਵਧਾਵਾਂਗੇ, ਕਿਉਂਕਿ ਗੈਪ ਬਹੁਤ ਹੈ। ਫਾਰਮਰ 450 ਰੁਪਏ ਮੰਗ ਰਿਹਾ ਹੈ ਤੇ ਯੂਨੀਵਰਸਿਟੀ ਨੇ 388 ਰੁਪਏ ਕਿਹਾ ਪਰ ਕੁਇੰਟਲ। ਹੁਣ ਗੈਪ ਇੰਨਾ ਜ਼ਿਆਦਾ ਹੈ ਕਿ ਉਹ ਗੈਪ ਨੂੰ ਪਾਟਣਾ ਵੀ ਬੜਾ ਮੁਸ਼ਕਿਲ ਹੋ ਜਾਂਦਾ ਹੈ ਕਿ ਇੰਨਾ ਗੈਪ ਦਾ ਉਹ ਕੀ ਕੀਤਾ ਜਾਏ, ਕਿਉਂਕਿ ਗਵਰਨਮੈਂਟ ਦੀ ਵੀ ਸਮਰੱਥਾ ਜਿਹੜੀ ਹੈਗੀ ਹੈ ਮੈਨੂੰ ਨਹੀਂ ਲੱਗਦਾ 10 ਤੋਂ 15 ਰੁਪਏ ਤੋਂ ਜ਼ਿਆਦਾ ਵਧਾਉਣ ਦੀ ਹੈਗੀ ਹੈ। ਜੇ 10 ਰੁਪਏ ਵੀ ਵਧਾ ਦਿੰਦੇ ਆ ਤਾਂ ਵੀ ਮੈਨੂੰ ਲੱਗਦਾ ਕਿ ਇੰਡੀਆ 'ਚ ਸਭ ਤੋਂ ਜ਼ਿਆਦਾ ਜਿਹੜਾ ਉਹ ਰੇਟ ਹੋਏਗਾ ਉਹ ਪੰਜਾਬ ਦੇ ਵਿੱਚ ਹੀ ਹੋਏਗਾ। ਦੂਜੀ ਗੱਲ ਤੁਸੀਂ ਐਮਐਲਏਸ ਦੀ ਵੀ ਕੀਤੀ ਹੈ। ਐਮਐਲਏਸ ਦੀ ਬਹੁਤ ਲੰਬੇ ਸਮੇਂ ਬਾਅਦ ਕਹਿ ਲਓ ਕਿ ਜਿਹੜੀ ਰਸਮੀ ਮਿਲਣੀ ਮੁੱਖ ਮੰਤਰੀ ਨਾਲ ਹੋਏਗੀ ਉਹ ਤਾਂ ਬਹੁਤ ਲੰਬੇ ਸਮੇਂ ਬਾਅਦ ਹੋਏਗੀ, ਜਿਸ 'ਚ ਸਿਰਫ ਔਰ ਸਿਰਫ ਬੈਠਣਾ ਹੀ ਹੈ। ਮਤਲਬ ਕੋਈ ਚਾਹ ਹੀ ਪੀਣੀ ਹੈ, ਕੋਈ ਹੋਰ ਵੱਡਾ ਏਜੰਡਾ ਨਹੀਂ ਹੈ। ਆਮ ਤੌਰ ਤੇ ਵੈਸੇ ਤਾਂ ਮਿਲਦੇ ਰਹਿੰਦੇ ਆ ਵਿਆਹ ਸ਼ਾਦੀਆਂ ਦੇ ਵਿੱਚ, ਪਰ ਉਹ ਬਹੁਤ ਹੋਰ ਤਰ੍ਹਾਂ ਦਾ ਕੰਮ ਹੁੰਦਾ, ਕੋਈ ਆ ਗਿਆ ਕੋਈ ਚਲਾ ਗਿਆ। ਲੇਕਿਨ ਇਹ ਇੱਕ ਬੜੇ ਲੰਬੇ ਸਮੇਂ ਬਾਅਦ ਮੌਕਾ ਆਏਗਾ ਜਦੋਂ ਸਾਰੇ ਇਕੱਠੇ ਬੈਠਣਗੇ ਤਾਂ ਉਹਦੇ ਵਿੱਚ ਨੋ ਡਾਊਟ ਕਿ ਬਹੁਤ ਸਾਰੇ ਐਮਐਲਏ ਇਸ ਟਾਈਮ ਨਾਰਾਜ਼ ਹੈਗੇ ਹੈ। ਕਈਆਂ ਦੇ ਕੰਮ ਨਹੀਂ ਹੋ ਰਹੇ, ਪ੍ਰਸ਼ਾਸਨ ਨਹੀਂ ਸੁਣ ਰਿਹਾ ਉਹਨਾਂ ਦੀ। ਜਿਵੇਂ ਆਪਾਂ ਦੇਖਿਆ ਚਾਹੇ ਗੁਰਮੀਤ ਚੌਹਾਨ ਹਟਾਉਣ ਦਾ ਮਾਮਲਾ ਹੋਵੇ ਜਾਂ ਇਸ ਤਰ੍ਹਾਂ ਦੇ ਹੋਰ ਕਈ ਮਾਮਲੇ ਹੈਗੇ ਨੇ ਜਿਨ੍ਹਾਂ ਦੀਆਂ ਸ਼ਿਕਾਇਤਾਂ ਐਮਐਲਏਜ਼ ਨੇ ਵਿਧਾਨ ਸਭਾ ਦੀ ਪ੍ਰਿਵਿਲੇਜ ਕਮੇਟੀ ਨੂੰ ਵੀ ਕੀਤੀਆਂ ਹੋਈਆਂ ਨੇ। ਤਾਂ ਇਦਾਂ ਦੇ ਬਹੁਤ ਸਾਰੀਆਂ ਚੀਜ਼ਾਂ ਨੇ। ਤਾਂ ਉਹ ਕਿਉਂਕਿ ਹੁਣ ਲਗਾਤਾਰ 2 ਇਲੈਕਸ਼ਨਸ ਨੇ, ਇਹ ਪਹਿਲਾਂ ਤਾਂ ਕਾਰਪੋਰੇਸ਼ਨਸ ਦੇ ਇਲੈਕਸ਼ਨ ਨੇ ਤੇ ਜਿਹੜੇ ਰੂਰਲ ਡਿਵੈਲਪਮੈਂਟ ਦੇ ਇਲੈਕਸ਼ਨ ਨੇ, ਜਿਹੜੇ ਪੰਚਾਇਤਾਂ ਵਗੈਰਾ ਦੇ। ਉਸ ਤੋਂ ਬਾਅਦ ਨਾਲ ਦੀ ਨਾਲ ਇਲੈਕਸ਼ਨ ਖਤਮ ਹੁੰਦੇ ਸਾਰੀ ਜਿਹੜਾ ਹੈਗਾ ਉਹ ਪਾਰਲੀਮੈਂਟ ਦੇ ਇਲੈਕਸ਼ਨ ਸ਼ੁਰੂ ਹੋ ਜਾਣੇ। ਸੋ ਐਮਐਲਏਜ਼ ਕੋਲ ਵੀ ਇਹ ਇੱਕ ਜਿਹਨੂੰ ਕਹਿੰਦੇ ਆ ਵੀ ਮੁੱਖ ਮੰਤਰੀ ਤੇ ਦਬਾਅ ਪਾਉਣ ਦਾ ਇੱਕ ਮੌਕਾ ਹੈ। ਉਹ ਕਹਿ ਸਕਦੇ ਆ ਇਹ ਗੱਲ ਆਪਣੀ ਵੀ ਸਾਡੇ ਕੰਮ ਕਰਵਾਓ ਜੀ, ਇਹ ਪ੍ਰਸ਼ਾਸਨ ਸਾਡਾ ਬਿਲਕੁਲ ਨਹੀਂ ਸੁਣ ਰਿਹਾ। ਤੋ ਦੇਖਦੇ ਆ ਕਿ ਅੱਜ ਇਹ ਮਿਲਣੀ ਜਿਹੜੀ ਆ ਉਹ ਕਿੰਨੀ ਕੁ ਕਾਰਗਰ ਸਾਬਤ ਹੁੰਦੀ ਹੈ, ਕਿਉਂਕਿ ਬਹੁਤ ਟਾਈਮ ਬਾਅਦ ਇਹ ਮਿਲਣੀ ਹੋਣੀ ਹੈ। ਕੱਲੇ ਐਮਐਲਏ ਨਹੀਂ, ਮੰਤਰੀ ਵੀ ਨਾਰਾਜ਼ ਨੇ। ਮੀਤ ਹੇਰ ਆਪਣੇ ਦਫ਼ਤਰ 'ਚ ਬੈਠੇ ਆ, ਆਪਣੀ ਫੋਟੋ ਵੀ ਸ਼ੇਅਰ ਕਰਦੇ ਆ ਕਿ ਮੈਂ ਆਏ ਗਿਆ ਨੂੰ ਬਹੁਤ ਮਿਲਿਆ। ਹੁਣ ਵੇਲ ਬਹੁਤ ਮਿਲਣ ਗਿਲਣ ਦੀ ਹੋ ਗਈ ਮੀਤ ਹੇਰ ਸਾਹਿਬ, ਕਿਸੇ ਬਹੁਤ ਆਪਣੇ ਨੂੰ ਤੇ ਕੁਛ ਇੱਕ ਲੋਕਾਂ ਨਾਲ ਉਹਨਾਂ ਨੇ ਦਿਲ ਫਰੋਲਿਆ। ਜੇਕਰ ਉਹਨਾਂ ਨੇ ਕੀਤਾ ਕਿ ਲੱਗਦਾ ਹੈ ਰਾਸ ਨਹੀਂ ਆਇਆ ਮੇਰੀ ਪਾਰਟੀ ਨੂੰ, ਮੇਰੇ ਵਿਆਹ ਤੇ ਸਾਂਝਾ ਜਿਹਾ ਇੱਕ ਪ੍ਰੋਗਰਾਮ ਬਣ ਗਿਆ ਸਾਰੀਆਂ ਪਾਰਟੀਆਂ ਦੇ ਲੋਕ, ਕਿਉਂਕਿ ਮੈਂ ਪਿਛਲੇ 7-8-10 ਸਾਲਾਂ ਤੋਂ ਵਿਚ ਰਿਹਾ ਤੇ ਮੈਨੂੰ 7ਵਾਂ ਸਾਲ ਵਿਧਾਇਕ ਵਜੋਂ ਪੂਰਾ ਹੋ ਚੱਲਿਆ। ਸੋ ਸਾਰਿਆਂ ਨਾਲ ਮਿਲਦੇ ਰਹੇ ਆ, ਉਹਨਾਂ ਨੇ ਆਉਣਾ ਹੀ ਸੀ, ਸੱਦਣਾ ਬਣਦਾ ਵੀ ਉਹਨਾਂ ਦੇ ਜਾਂਦੇ ਰਹੇ ਆ, ਉਹਨਾਂ ਦੇ ਸ਼ਗਨ ਵੀ ਦਿੰਦੇ ਰਹੇ, ਖਾ ਪੀ ਕੇ ਵੀ ਆਉਂਦੇ ਰਹੇ, ਸ਼ਗਨ ਵਾਪਸ ਵੀ ਲੈਣੇ ਸੀ। ਸੋ ਨਾਰਾਜ਼ਗੀਆਂ ਇਹ ਏਦਾਂ ਨਹੀਂ ਹੋਣੀਆਂ ਚਾਹੀਦੀਆਂ। ਭਾਸਕਰ ਸਾਹਿਬ, ਮੈਂ ਇੰਦਰਪ੍ਰੀਤ ਜੀ ਤੋਂ ਬਹੁਤ ਸੰਖੇਪ 'ਚ 2 ਖਬਰਾਂ ਟੱਚ ਕਰਾਉਣੀਆਂ ਸਿਰਫ, ਪਰ ਮੈਂ ਤੁਹਾਡੇ ਕੋਲੋਂ ਇਹ ਜ਼ਰੂਰ ਖਬਰ ਲੈਣੀ ਆ ਕਿ ਡੀਲਿਮਿਟੇਸ਼ਨ ਨੂੰ ਲੈ ਕੇ, ਹਲਕਾਬੰਦੀ ਨੂੰ ਲੈ ਕੇ, ਭਾਵੇਂ ਉਹ ਵਿਧਾਨ ਸਭਾਵਾਂ ਹੋਣ ਤੇ ਭਾਵੇਂ ਪਾਰਲੀਮੈਂਟ ਹਲਕੇ ਹੋਣ, ਜਦੋਂ ਸੁਪਰੀਮ ਕੋਰਟ ਦੁਬਾਰਾ ਇਹ ਡੀਲਿਮਿਟੇਸ਼ਨ ਕਮੇਟੀ ਬਣਾਉਣ ਦੀ ਗੱਲ ਕਰ ਰਹੀ ਆ, ਇਹਦਾ ਅਸਰ ਕੀ ਆ? ਇਹ ਸਵਾਲ ਜ਼ਰੂਰ ਐਡਰੈਸ ਕਰ ਦਿਓ ਜੀ। ਜਿੱਥੇ ਤੱਕ ਡੀਲਿਮਿਟੇਸ਼ਨ ਦੀ ਗੱਲ ਹੈਗੀ ਹੈ, ਸੁਪਰੀਮ ਕੋਰਟ ਨੇ ਸਰਕਾਰ ਨੂੰ ਆਰਡਰ ਨਹੀਂ, ਇੱਕ ਤਰੀਕੇ ਨਾਲ ਅਪੀਲ ਕੀਤੀ ਹੈ ਕਿ ਤੁਸੀਂ ਡੀਲਿਮਿਟੇਸ਼ਨ ਕਮਿਸ਼ਨ ਦਾ ਇੱਕ ਪੈਨਲ ਇੱਕ ਨਵੇਂ ਤਰੀਕੇ ਨਾਲ ਬਣਾਓ। ਕਾਰਨ
ਕਾਰਨ ਕਿ ਇਸ ਗੱਲ ਨੂੰ ਇਨਸ਼ੋਰ ਕਰਨ ਦੀ ਲੋੜ ਹੈ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਨਵੀਂ ਡੀਲਿਮਿਟੇਸ਼ਨ ਕਮੇਟੀ ਦੀ ਰਿਪੋਰਟ ਦੇ ਵਿੱਚ ਹੋਏ। ਯਾਨੀ ਇਸ ਕਰਕੇ ਉਹਨਾਂ ਨੇ ਆਪਣੀ ਇਸ ਆਰਡਰ ਦੇ ਵਿੱਚ ਆਪਣੀ ਗੱਲ ਦੇ ਵਿੱਚ ਇਹ ਵੀ ਕਿਹਾ ਕਿ ਇਹਨੂੰ ਸਾਡਾ ਆਰਡਰ ਨਾ ਸਮਝਿਓ, ਕਾਰਨ ਕਿ ਅਸੀਂ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਜਾਂ ਡੀਲਿਮਿਟੇਸ਼ਨ ਪ੍ਰੋਸੈਸ ਦੇ ਵਿੱਚ ਡਾਇਰੈਕਟਲੀ ਇੰਟਰਵੀਨ ਤੇ ਨਹੀਂ ਕਰ ਸਕਦੇ, ਪਰ ਅਸੀਂ ਇਨਸ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਾਫੀ ਸਾਰੇ ਸ਼ੈਡਿਊਲ ਟ੍ਰਾਈਬਸ ਹਜੇ ਤੱਕ ਜਿਨ੍ਹਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਮਿਲੇ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਹੈ। ਉਸ ਤੋਂ ਇਲਾਵਾ ਸੁਪਰੀਮ ਕੋਰਟ ਦਾ ਗੱਲ ਕਰਕੇ ਹਟਿਆ ਸੀ, ਇਲੈਕਸ਼ਨ ਕਮਿਸ਼ਨ ਵੀ ਕੱਲ ਬੜਾ ਐਕਟਿਵ ਹੋਇਆ। ਰਾਹੁਲ ਗਾਂਧੀ ਉਹਨਾਂ ਨੂੰ ਨੋਟਿਸ ਭੇਜਤਾ ਕਿਉਂਕਿ ਰਾਜਸਥਾਨ ਦੇ ਵਿੱਚ ਉਹਨਾਂ ਦੇ ਥੋੜੇ ਬੋਲ ਵਿਗੜ ਗਏ ਤੇ ਪ੍ਰਧਾਨ ਮੰਤਰੀ ਨੂੰ ਪਨੌਤੀ ਤੱਕ ਕਹਿਤਾ। ਔਰ ਕਹਿੰਦੇ ਨੇ ਪ੍ਰਧਾਨ ਮੰਤਰੀ ਦਾ ਮਤਲਬ ਹੀ ਹੁੰਦਾ ਪਨੌਤੀ ਮੋਦੀ। ਔਰ ਦੂਜੀ ਗੱਲ ਉਹਨਾਂ ਨੇ ਜੇਬ ਕਤਰਿਆਂ ਦੇ ਨਾਲ ਵੀ ਕੁਝ ਪ੍ਰਧਾਨ ਮੰਤਰੀ ਦਾ ਕੰਪੈਰੀਜ਼ਨ ਕੀਤਾ। ਉਹਦੇ ਉੱਤੇ ਅੱਜ ਸ਼ਾਮ ਨੂੰ 6 ਵਜੇ ਤੱਕ ਉਹਨਾਂ ਨੂੰ ਨੋਟਿਸ ਦਾ ਜਵਾਬ ਦੇਣਾ ਔਰ ਉਸ ਤੋਂ ਬਾਅਦ ਐਕਸ਼ਨ ਕੀ ਇਲੈਕਸ਼ਨ ਕਮਿਸ਼ਨ ਲੈਂਦਾ ਹੈ ਉਹ ਵੀ ਦੇਖਣ ਵਾਲੀ ਗੱਲ ਹੈਗੀ ਹੈ। ਦੂਜੀ ਗੱਲ, ਮਮਤਾ ਬਨਰਜੀ ਜਿਹੜੀ ਕਾਫੀ ਟਾਈਮ ਤੋਂ ਮਹੁਆ ਮੋਇਤਰਾ ਉਹਨਾਂ ਦੇ ਕੇਸ ਦੇ ਵਿੱਚ ਚੁੱਪ ਸੀਗੇ, ਜਦ ਐਥਿਕਸ ਕਮੇਟੀ ਦੇ ਸਾਹਮਣੇ ਮਹੁਆ ਮੋਇਤਰਾ ਪੇਸ਼ ਹੋ ਰਹੇ ਸੀਗੇ ਤਦ ਵੀ ਬਹੁਤਾ ਰਿਐਕਸ਼ਨ ਮਮਤਾ ਬਨਰਜੀ ਦਾ ਨਹੀਂ ਆਇਆ ਸੀ, ਪਰ ਹਾਂ ਹੁਣ ਆ ਗਿਆ। ਹੁਣ ਕਹਿੰਦੇ ਨੇ ਭਾਵੇਂ ਮੋਇਤਰਾ ਉਹਨਾਂ ਨੂੰ ਤੁਸੀਂ ਐਕਸਪੈਲ ਕਰ ਦਿਓ ਲੇਕਿਨ ਉਹ ਗਲੀਆਂ ਦੇ ਵਿੱਚ ਸੜਕਾਂ ਦੇ ਵਿੱਚ ਆਪਣੀ ਆਵਾਜ਼ ਉਠਾਉਂਦੀ ਰਹਿਣਗੀਆਂ। ਔਰ ਇੱਥੇ ਤੱਕ ਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਧਮਕੀ ਦੇ ਦਿੱਤੀ ਕਿ ਤੁਸੀਂ ਅਗਰ ਸਾਡੇ 4 ਫੜੋਗੇ ਤੇ ਅਸੀਂ ਤੁਹਾਡੇ 8 ਫੜਾਂਗੇ। ਔਰ ਇਹ ਵੀ ਇੱਕ ਐਲਾਨ ਕਰਤਾ ਕਿ ਬੜੀ ਛੇਤੀ ਉਹ ਆਪਣੇ ਪੂਰੇ ਡੈਲੀਗੇਸ਼ਨ ਦੇ ਨਾਲ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਤੋਂ ਟਾਈਮ ਮੰਗਣਗੇ। ਜਿਹੜੇ ਸਟੇਟ ਦੇ ਡਿਊਜ਼ ਨੇ, ਫੰਡਸ ਨੇ, ਉਹ ਛੇਤੀ ਤੋਂ ਛੇਤੀ ਰਿਲੀਜ਼ ਕਰੋ। ਜੇ ਪ੍ਰਧਾਨ ਮੰਤਰੀ ਨੇ ਮਿਲਣ ਦਾ ਟਾਈਮ ਨਹੀਂ ਦਿੱਤਾ ਤੇ ਫਿਰ ਆਪਾਂ ਸੜਕਾਂ ਤੇ ਇਸ ਮੰਗ ਨੂੰ ਰੱਖਾਂਗੇ। ਇਸ ਰਾਹੀਂ ਹੁਣ ਅੱਜ ਕੱਲ 25 ਤਰੀਕ ਹੈ, ਰਾਜਸਥਾਨ ਦੇ ਵਿੱਚ ਪੋਲਿੰਗ ਹੈਗੀ ਹੈ। ਉਸ ਤੋਂ ਬਾਅਦ 30 ਤਰੀਕ ਤੇਲੰਗਾਨਾ, ਜਿੱਥੇ ਤੇਲੰਗਾਨਾ ਦੇ ਮੁੱਖ ਮੰਤਰੀ 2 ਵਾਰ 2 ਸੀਟਾਂ ਤੋਂ ਇਲੈਕਸ਼ਨ ਲੜ ਰਹੇ ਨੇ। ਔਰ 2 ਸੀਟਾਂ ਤੋਂ ਇਲੈਕਸ਼ਨ ਲੜਨ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਕਈ ਵਾਰ ਦਿਲ ਦੇ ਵਿੱਚ ਧੁੜਕਮ ਲੱਗੀ ਹੁੰਦੀ ਹੈ ਵੀ ਦੋਨਾਂ ਚੋਂ ਇੱਕ ਤੇ ਜਿੱਤ ਜਾਈਏ। ਪਰ ਸਾਡੇ ਚਰਨਜੀਤ ਸਿੰਘ ਚੰਨੀ ਵੀ 2 ਸੀਟਾਂ ਤੋਂ ਲੜੇ ਸੀ ਔਰ ਦੋਨਾਂ ਸੀਟਾਂ ਤੋਂ ਹੀ ਹਾਰ ਗਏ। ਕਿੱਥੇ ਅੱਗੇ ਚੱਲ ਕੇ ਇਦਾਂ ਦੇ ਹਾਲਾਤ ਨਾ ਪੈਦਾ ਹੋ ਜਾਣ, ਇਹ ਵੀ ਦੇਖਣ ਵਾਲੀ ਗੱਲ ਹੈ। ਤੁਸੀਂ ਚਰਨਜੀਤ ਸਿੰਘ ਚੰਨੀ ਦੀ ਯਾਦ ਤਾਜ਼ਾ ਕਰਾਤੀ। ਮੈਨੂੰ ਲੱਗਦਾ ਉਹ ਦੋਨੇ ਫੈਸਲੇ ਗਲਤ ਹੋ ਗਏ ਸੀ। ਦਬਾਬੇ ਚੋਂ ਇੱਕ ਤੇ ਹੀ ਲੜਾ ਲੈਂਦੇ, ਕਾਫੀ ਪੋਜ਼ਿਟਿਵਿਟੀ ਰਹਿਣੀ ਸੀਗੀ। ਇੰਦਰਪ੍ਰੀਤ ਜੀ, ਮੈਂ ਬੜੀ ਕਾਲੀ ਦੇ ਵਿੱਚ ਤੁਸੀਂ ਬਹੁਤ ਸੰਖੇਪ ਸ਼ਬਦਾਂ ਦੇ ਵਿੱਚ ਜ਼ਿਕਰ ਕਰਿਓ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਦੇ ਸਰਕਾਰੀ ਡਾਕਟਰਾਂ ਲਈ ਸਕੀਮ ਕੋਈ ਲੈ ਕੇ ਆ ਰਹੇ, ਇੱਕ ਤਾਂ ਉਹਦਾ ਜ਼ਿਕਰ ਕਰ ਦਿਓ ਤੇ ਦੂਜਾ ਪੰਜਾਬ ਦੇ ਥਰਮਲ ਪਲਾਂਟਾਂ 'ਚ ਪਰਾਲੀ ਬਲੂਗੀ, ਇਹਦਾ ਜ਼ਿਕਰ ਵੀ ਜ਼ਰੂਰ ਕਰ ਦਿਓ। ਇਹ 2 ਮਾਮਲੇ ਕੀ ਨੇ? ਰੰਧਾਵਾ ਸਾਹਿਬ, ਜਿਹੜਾ ਤਾਂ ਪ੍ਰਾਈਵੇਟ ਕਲੀਨਿਕ ਵਾਲਾ ਮਾਮਲਾ ਹੈਗਾ, ਉਹ ਪੇ ਕਲੀਨਿਕ, ਪ੍ਰਾਈਵੇਟ ਕਲੀਨਿਕ ਪੇ ਕਲੀਨਿਕ ਦਾ ਮਾਮਲਾ ਹੈ। ਇਹ ਇੱਕ ਨਵੀਂ ਯੋਜਨਾ ਲੈ ਕੇ ਆ ਰਿਹਾ ਤੇ ਹਜੇ ਇਹ ਸੁਪਰ ਸਪੈਸ਼ਲਿਟੀ ਜਿਹੜੇ ਹਸਪੀਟਲ ਨੇ ਉਹਨਾਂ ਤੋਂ ਸ਼ੁਰੂ ਹੋਏਗੀ ਤੇ ਪਹਿਲਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਉਹ ਪਟਿਆਲਾ ਤੋਂ ਸ਼ੁਰੂ ਕਰਨਾ ਹੈ। ਸਿਹਤ ਮੰਤਰੀ ਆਪਣੇ ਹਲਕੇ ਤੋਂ ਹੀ ਸ਼ੁਰੂ ਕਰਨਗੇ। ਦਿੱਕਤ ਇਹ ਹੈ ਕਿ ਇੱਕ ਤਾਂ ਸਰਕਾਰ ਦੀ ਹਾਲਤ ਵੈਸੇ ਹੀ ਖਰਾਬ ਹੈ ਫਾਈਨੈਂਸ਼ੀਅਲੀ ਤੌਰ ਤੇ, ਆਪਾਂ ਕਈ ਵਾਰੀ ਜ਼ਿਕਰ ਕਰ ਚੁੱਕਿਆ ਤੇ ਅੱਜ ਦੀ ਨਹੀਂ ਹੈ, ਬਹੁਤ ਸਾਲਾਂ ਤੋਂ ਹੀ ਮੈਂ ਦੇਖਦਾ ਆ ਰਿਹਾ। ਉਹਦੇ ਚ ਬਾਰ-ਬਾਰ ਕਈ ਵਾਰੀ ਇਹ ਜਿਹੇ ਏਜੰਡੇ ਬਣੇ ਹੈ ਕਿ ਆਹ ਕਰ ਲਈਏ। ਉਹਨਾਂ ਚੋਂ ਇੱਕ ਹੈ ਕਿ ਡਾਕਟਰਾਂ ਦਾ NPA ਬੰਦ ਕਰ ਦਈਏ। ਇਹ ਮੈਨੂੰ ਯਾਦ ਹੈ 2002 ਵਾਲੀ ਜਿਹੜੀ ਕੈਪਟਨ ਸਾਹਿਬ ਦੀ ਸਰਕਾਰ ਸੀ ਉਹਦੇ ਵਿੱਚ ਵੀ ਜਦੋਂ ਸੁਰਿੰਦਰ ਸਿੰਘਲਾ ਵਿੱਤ ਮੰਤਰੀ ਸੀ ਉਹਨਾਂ ਨੇ ਬੰਦ ਕੀਤਾ ਸੀਗਾ, ਪਰ ਬਾਅਦ ਚ ਦਬਾਅ ਚ ਇਹ ਦੁਬਾਰਾ ਸ਼ੁਰੂ ਕਰਨਾ ਪੈ ਗਿਆ। ਹੁਣ ਵੀ ਇਹੀ ਗੱਲ ਸੀ, ਪਿਛਲੀ ਕੈਪਟਨ ਸਰਕਾਰ ਦੇ ਦੌਰਾਨ ਵੀ ਇਹ ਆਇਆ ਕਿ NPA ਬੰਦ ਕਰ ਦੋ। NPA ਦਾ ਮਤਲਬ ਹੈ ਕਿ ਨਾਨ ਪ੍ਰੈਕਟਿਸ ਅਲਾਊਂਸ ਜਿਹੜਾ ਸਰਕਾਰੀ ਡਾਕਟਰਾਂ ਨੂੰ ਮਿਲਦਾ ਹੈ ਵੀ ਉਹ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰਨਗੇ, ਉਹਨਾਂ ਨੂੰ ਇਸ ਕਰਕੇ ਇਹ ਅਲਾਊਂਸ ਦਿੱਤਾ ਜਾ ਰਿਹਾ ਹੈ। ਉਹਦੇ ਬਦਲੇ ਵੀ ਤੁਸੀਂ ਇਹ ਬੰਦ ਕਰ ਦਿਓ। ਕੈਪਟਨ ਸਾਹਿਬ ਦੇ ਟਾਈਮ 'ਚ ਤਾਂ ਇਹ ਬਣੀ ਸੀ ਯੋਜਨਾ ਕਿ ਉਹਨੂੰ ਬੰਦ ਕਰਕੇ ਉਹਨਾਂ ਨੂੰ ਪ੍ਰਾਈਵੇਟ ਪ੍ਰੈਕਟਿਸ ਅਲਾਉ ਕਰ ਦਿਓ, ਉਹ ਵੀ ਸਰਕਾਰੀ ਹਸਪਤਾਲਾਂ 'ਚ, ਕਿਉਂਕਿ ਸਰਕਾਰੀ ਹਸਪਤਾਲਾਂ 'ਚ 2 ਵਜੇ ਤੋਂ ਬਾਅਦ ਜਾਂ 3 ਵਜੇ ਤੋਂ ਬਾਅਦ ਕੋਈ ਡਾਕਟਰ ਨਹੀਂ ਹੁੰਦਾ। ਉਹ ਇਨਫਰਾਸਟ੍ਰਕਚਰ ਬਣਿਆ ਹੋਇਆ ਤੇ ਉਹੀ ਇਨਫਰਾਸਟ੍ਰਕਚਰ ਨੂੰ ਯੂਜ਼ ਕਰੋ ਤੇ ਜਿੰਨੀ ਉਹਦੀ ਫੀਸ ਗਵਰਨਮੈਂਟ ਨਿਰਧਾਰਿਤ ਕਰੇਗੀ ਉਹਦਾ 50% ਉਸ ਹਸਪੀਟਲ ਨੂੰ ਦੇ ਦਿਓ ਔਰ 50% ਉਸ ਡਾਕਟਰ ਨੂੰ ਦੇ ਦਿਓ। ਸੋ ਇਹਦੇ 'ਚ ਥੋੜੀ ਜਿਹੀ ਅਮੈਂਡਮੈਂਟ ਇੱਕ ਹੋਰ ਕੀਤੀ ਹੈ ਬਲਬੀਰ ਸਿੰਘ ਹੋਰਾਂ ਨੇ। ਉਹਨਾਂ ਨੇ ਕਿਹਾ ਨਹੀਂ, NPA ਤਾਂ ਅਲਾਉ ਹੀ ਰਹੇਗਾ ਕਿਉਂਕਿ NPA ਮਿਲਾ ਕੇ ਵੀ ਸਰਕਾਰੀ ਡਾਕਟਰਾਂ ਨੂੰ ਪ੍ਰਾਈਵੇਟ ਡਾਕਟਰਾਂ ਦੇ ਮੁਕਾਬਲੇ 'ਚ ਤਨਖਾਹ ਨਹੀਂ ਮਿਲਦੀ, ਇਹ ਉਹਨਾਂ ਦਾ ਕਲੇਮ ਹੈ। ਪਰ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਇਹ ਸੁਪਰ ਸਪੈਸ਼ਲਿਟੀ ਹਸਪਤਾਲ 'ਚ ਇਹ ਕਰ ਦਿੰਦੇ ਹਾਂ, ਉਹ ਕਿਉਂਕਿ ਇਹਦੇ ਲਈ ਬਹੁਤ ਵੱਡਾ ਇਨਫਰਾਸਟ੍ਰਕਚਰ ਚਾਹੀਦਾ ਹੁੰਦਾ ਤੇ ਜੇ ਕੋਈ ਡਾਕਟਰ ਆਪਣਾ ਵੀ ਬਣਾਏਗਾ ਉਹਦੇ ਵੀ ਕਰੋੜਾਂ ਰੁਪਈਆ ਖਰਚ ਹੁੰਦੇ ਆ। ਇੱਥੇ ਬਣਿਆ ਹੋਏਗਾ ਤੇ ਲੋਕਾਂ ਲਈ ਆਣਾ ਵੀ ਸਰਕਾਰੀ ਹਸਪਤਾਲਾਂ 'ਚ ਸੌਖਾ ਹੈ। ਇੱਥੋਂ ਜਿੰਨੀ ਆਮਦਨ ਹੋਏਗੀ ਉਹਦਾ 40% ਜਿਹੜਾ ਹੈ ਡਾਕਟਰ ਨੂੰ ਮਿਲੇਗਾ
20% ਅਟੈਂਡੈਂਟਸ ਜਿਹੜੇ ਹੋਣਗੇ ਉਹਨਾਂ ਨੂੰ ਮਿਲੇਗਾ ਤੇ 40% ਉਸੇ ਹਸਪੀਟਲ ਨੂੰ ਮਿਲੇਗਾ ਜਿਸ ਦਾ ਇਨਫਰਾਸਟ੍ਰਕਚਰ ਯੂਜ਼ ਹੋ ਰਿਹਾ। ਸੋ ਇੱਕ ਵਿਨ ਪੋਜੀਸ਼ਨ ਹੋਏਗੀ ਸਾਰਿਆਂ ਵਾਸਤੇ। ਤੇ ਜਿਹੜੀ ਫੀਸ ਹੈ ਉਹ ਪੀਜੀਆਈ ਦੇ ਸਤਰ ਤੇ, ਜਿਹੜੀ ਪੀਜੀਆਈ ਦੀ ਫੀਸਾਂ ਵਗੈਰਾ ਹੁੰਦੀਆਂ ਉਹਦੇ ਸਤਰ ਤੇ ਹੀ ਹੋਣਗੀਆਂ, ਪ੍ਰਾਈਵੇਟ ਫੀਸਾਂ ਨਹੀਂ ਹੋਣਗੀਆਂ ਕਿ ਬਹੁਤ ਜ਼ਿਆਦਾ ਤੁਸੀਂ ਲੈ ਸਕਦੇ ਹੋ, ਨੋਮੀਨਲ ਫੀਸਾਂ ਲਈਆਂ ਜਾਣਗੀਆਂ। ਦੂਜੀ ਜਿਹੜੀ ਤੁਸੀਂ ਪਰਾਲੀ ਦੀ ਗੱਲ ਕੀਤੀ ਹੈ, ਪਰਾਲੀ ਦੇਖੋ ਬਹੁਤ ਵੱਡੀ ਸਮੱਸਿਆ ਹੈ। 200 ਲੱਖ ਟਨ ਇੱਕ ਮਤਲਬ ਸਾਨੂੰ ਸੰਭਾਲਣ ਦੀ ਲੋੜ ਹੈ। ਪਰ ਜਿਸ ਹਿਸਾਬ ਨਾਲ ਅਸੀਂ ਅੱਗੇ ਵਧ ਰਹੇ ਹਾਂ, ਮੈਨੂੰ ਲੱਗਦਾ ਕਿ ਇਹ 1 ਜਾਂ 2 ਸਾਲ ਦੀ ਹੋਰ ਰਹਿ ਗਈ ਹੈ। ਉਸ ਤੋਂ ਬਾਅਦ ਤੱਕ ਕਿਸਾਨਾਂ ਨੇ ਖੁਦ ਹੀ ਕਹਿਣਾ ਹੈ ਕਿ ਸਾਨੂੰ ਪਰਾਲੀ ਦੇ ਪੈਸੇ ਦੱਸੋ ਕਿੰਨੇ ਦੇਣੇ ਆ, ਕਿਉਂਕਿ ਜਿਸ ਹਿਸਾਬ ਨਾਲ ਅਸੀਂ ਅੱਗੇ ਵਧ ਰਹੇ ਹਾਂ ਉਹਦੇ ਪਰਾਲੀ ਦਾ ਮੁੱਲ ਪੈਣਾ ਸ਼ੁਰੂ ਹੋ ਜਾਣਾ ਹੈ। ਸ਼ੁਰੂਆਤ ਹੋ ਚੁੱਕੀ ਹੈ। ਸਾਡੇ ਕੋਲ ਬਹੁਤ ਵੱਡੇ ਵੱਡੇ ਥਰਮਲ ਪਲਾਂਟ ਆਲਰੇਡੀ ਹੈਗੇ ਨੇ, ਉਹਨਾਂ ਦੇ ਵਿੱਚ ਵੀ ਕੋਇਲੇ ਦੇ ਨਾਲ ਜਿਹੜੇ ਪਰਾਲੀ ਤੋਂ ਦੇ ਪੈਲਟਸ ਬਣਦੇ ਆ ਉਹਨਾਂ ਨੂੰ ਬਾਲਣ ਦੀ ਜਿਹੜੀ ਹੈਗੀ ਆ ਉਹ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਕਾਫੀ ਤਾਦਾਦ ਦੇ ਵਿੱਚ ਇਸ ਵਾਰ ਬਣਾਏ ਗਏ ਨੇ ਤੇ ਪਲਾਂਟਸ ਵੀ ਬਹੁਤ ਲੱਗ ਰਹੇ ਨੇ ਜਿਹੜੇ ਪੈਲਟਸ ਬਣਾਉਂਦੇ ਨੇ। ਪਹਿਲਾਂ ਸਾਡੇ ਕੋਲ ਦਿੱਕਤ ਇਹ ਸੀ ਕਿ ਸਾਡੇ ਕੋਲ ਪਰਾਲੀ ਤੋਂ ਪੈਲਟਸ ਬਣਾਉਣ ਦੇ ਯੂਨਿਟਸ ਹੀ ਹੈ ਨਹੀਂ ਸੀਗੇ। ਹੁਣ ਇਹ ਬਣਨੇ ਸ਼ੁਰੂ ਹੋ ਗਏ ਹੈ ਤੇ ਉਹਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੇ, ਜਿਸ ਤੋਂ ਸਭ ਤੋਂ ਪਹਿਲਾਂ ਤਾਂ ਥਰਮਲ ਪਲਾਂਟ ਹੀ ਨੇ, ਕਿਉਂਕਿ ਗਵਰਨਮੈਂਟ ਆਫ ਇੰਡੀਆ ਵੀ ਲਗਾਤਾਰ ਕਹਿ ਰਹੀ ਹੈ ਕਿ 30% ਕੋਇਲਾ ਜਿਹੜਾ ਹੈਗਾ ਤੁਸੀਂ ਆਪਣੇ ਤੌਰ ਤੇ ਅਰੇਂਜ ਕਰੋ, ਬਾਹਰੋਂ ਮੰਗਾਓ। ਪਰ ਪੰਜਾਬ ਨੇ ਇਹ ਉੱਥੇ ਵੀ ਕਿਹਾ ਸੀ ਵੀ ਅਸੀਂ ਬਾਹਰੋਂ ਨਹੀਂ ਮੰਗਾ ਸਕਦੇ, ਸਾਨੂੰ ਬਹੁਤ ਜ਼ਿਆਦਾ ਦੂਰ ਪੈਂਦਾ ਹੈ ਤੇ ਸਾਡੇ ਕੋਲ ਦੋ ਖਰਚੇ ਪੈਣਗੇ। ਤਾਂ ਆਹ ਇੱਕ ਜਿਹੜਾ ਸਾਧਨ ਸਾਨੂੰ ਆਪਣੀ ਸਟੇਟ ਚੋਂ ਹੀ ਲੱਭ ਗਿਆ। ਮੈਨੂੰ ਲੱਗਦਾ ਕਿ ਜੇ ਅਸੀਂ ਇਸ ਸਾਧਨ ਨੂੰ ਵਰਤ ਲਈਏ ਤਾਂ ਸਾਡੀ ਪਰਾਲੀ ਵੀ ਸਾਂਭੀ ਜਾਊਗੀ ਔਰ ਫਾਰਮਰਸ ਨੂੰ ਵੀ ਅੱਗੇ ਤੋਂ ਇਹਦੇ ਤੇ ਥੋੜਾ ਬਹੁਤ ਨੋਮੀਨਲ ਪੈਸੇ ਜੇ ਮਿਲਣੇ ਵੀ ਸ਼ੁਰੂ ਹੋ ਜਾਣਗੇ। ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕੰਮ ਹੋਣਾ ਸ਼ੁਰੂ ਹੋ ਗਿਆ। ਇਸ ਵਾਰੀ ਅਸੀਂ ਕਾਫੀ ਵੱਡੀ ਤਾਦਾਦ 'ਚ ਮਤਲਬ ਦਿੱਤੇ ਨੇ ਥਰਮਲ ਪਲਾਂਟਾਂ ਨੂੰ, ਤੇ ਕਿਉਂਕਿ ਪਰ ਹੁਣ ਟਾਈਮ ਆ ਗਿਆ ਕਿ ਆਹ ਜਿਹੜਾ ਅਗਲਾ ਪੂਰਾ ਸਾਲ ਹੈ ਇਹਦੇ 'ਚ ਤੁਸੀਂ ਪੈਲਟਸ ਦੇ ਯੂਨਿਟ ਲਗਾ ਲਓ ਜਿੰਨੇ ਲੱਗ ਸਕਦੇ ਨੇ, ਉਸ ਤੇ ਕੰਮ ਹੋ ਜੇ ਤਾਂ ਕਿ ਜਿਹੜਾ ਅਗਲਾ ਸਾਲ ਹੈ ਉਦੋਂ ਜਦੋਂ ਪਰਾਲੀ ਆਏ ਤਾਂ ਸਾਨੂੰ ਉਦੋਂ ਜਲਾਉਣ ਦੀ ਲੋੜ ਨਾ ਪਏ। ਚਲੋ ਤੁਸੀਂ ਵਿਹਲੇ ਹੋ ਕੇ ਪੁੱਛੋ ਅਧਿਕਾਰੀਆਂ ਨੂੰ ਵੀ ਇਹ ਤੇ ਪੈਸੇ ਕਿੰਨੇ ਲੱਗਦੇ, ਆਪਾਂ ਤਿੰਨੇ ਚਾਰੇ ਜਾਣੇ ਪੂਰੀ ਪੰਜਾਬ ਟੈਲੀਵਿਜ਼ਨ ਦੀ ਟੀਮ ਇੱਕ ਦੋ ਲਾ ਲਈਏ ਤਾਂ ਕਿ ਕਿਸੇ ਵੱਲ ਹੱਥ ਨਾ ਅੱਡਣਾ ਪਏ, ਪੈਸੇ ਧੇਲੇ ਦੇ ਖਰਚੇ ਤਾਂ ਪੂਰੇ ਹੋਣ। ਦੂਜੀ ਗੱਲ ਇਹ ਵੀ ਹੈ ਨਾਲ ਕਿ ਇਹਦੇ ਚੋਂ ਕਿੰਨੀ ਕੁ ਰਾਖ ਜਿਹਨੂੰ ਸਵਾਹ ਕਹਿੰਦੇ ਆ ਉਹ ਕਿੱਦਾਂ ਦੀ ਨਿਕਲਦੀ ਆ, ਉਹਦੇ ਪ੍ਰਬੰਧਨ ਦਾ ਕੀ ਸਵਾਲ ਹੋਊਗਾ। ਇਹ ਨਾ ਹੋਵੇ ਕਿ ਸ਼ੁਰੂਆਤ ਦੇ ਵਿੱਚ ਥੋੜਾ ਬਹੁਤਾ ਥਰਮਲ ਪਲਾਂਟਾਂ ਵਾਲੇ ਲੈ ਕੇ ਫਿਰ ਕਹਿੰਦੇ ਤਾਂ ਝਮੇਲਾ ਹੀ ਬੜਾ, ਖਰਚਾ ਤੇ ਅੱਗੇ ਨਾਲੋਂ ਵੀ ਜ਼ਿਆਦਾ ਵੱਧ ਗਿਆ, ਪਹਿਲਾਂ ਉਹ ਲਓ ਤੇ ਇਹਦੀ ਜਿਹੜੀ ਰਾਖ ਆ ਉਹਨੂੰ ਕਿੱਥੇ ਵਰਤੋਗੇ, ਕੀ ਇਹ ਸੀਮੈਂਟ 'ਚ ਪੈ ਜਾਂਦੀ ਆ ਜਾਂ ਇਹ ਬਾਕੀ ਚੀਜ਼ਾਂ ਲਈ ਵਰਤੀ ਜਾਂਦੀ ਹੈ ਕਿ ਨਹੀਂ, ਇਹ ਵੀ ਸਵਾਲ ਨੇ। ਏਡੇ ਸੌਖਿਆਂ ਐਡਰੈਸ ਹੋ ਜਾਂਦੇ ਹੁੰਦੇ ਤੇ ਕਈ ਸਾਲਾਂ ਦੇ ਹੋ ਜਾਣੇ ਸੀ, ਪਰ ਖੈਰ ਟੈਕਨੀਕੈਲਿਟੀਜ਼ ਐਡਰੈਸ ਕਰ ਲਈਆਂ ਗਈਆਂ ਹੋਣਗੀਆਂ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।